ਪੰਜਾਬ ਹਾਈ ਕੋਰਟ ਦਾ ਜੱਜ ਜੋ ਰਿਟਾਇਰ ਹੋਇਆ ਹੈ, ਜਸਟਿਸ ਗੁਰਨਾਮ ਸਿੰਘ, ਉਹ ਉਸ ਵੇਲੇ ਇੱਥੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਹੁੰਦਾ ਸੀ। ਇਹਦਾ ਕੋਈ ਇੱਕ ਖਾਸ ਦੋਸਤ ਦਿੱਲੀ ਹੁੰਦਾ ਸੀ। ਇਹਨੇ ਕਈ ਚਿੱਠੀਆਂ ਲਿਖੀਆਂ ਉਹਨੂੰ ਆਉਣ ਵਾਸਤੇ, ਪਰ ਨਾ ਆ ਸਕਿਆ। ਇੱਕ ਦਿਨ ਇੱਕ ਸਥਾਨੀ ਬੰਦੇ ਤੋਂ ਉਸ ਉੱਤੇ ਇਸਤਗਾਸਾ ਦਰਜ ਕਰਵਾ ਕੇ ਉਹਨੂੰ ਸੰਮਨ ਜਾਰੀ ਕਰ ਦਿੱਤੇ। ਉਹ ਅਗਲੇ ਐਤਵਾਰ ਹੀ ਵਿਚਾਰਾ ਕੰਡਾ ਘਾਟ ਆ ਗਿਆ। ਥੋੜ੍ਹੀ ਤੂੰ ਮੈਂ ਤੋਂ ਬਾਅਦ ਦੋਵੇਂ ਦੋਸਤ ਬੜੇ ਪਿਆਰ ਨਾਲ ਮਿਲੇ ਅਤੇ ਦੂਜੇ ਦਿਨ ਕੇਸ ਰਫਾ ਦਫਾ ਕਰ ਦਿੱਤਾ। ਉਹ ਕਈ ਦਿਨ ਇੱਥੇ ਰਿਹਾ ਤਾਂ ਖੂਬ ਮਹਿਫਲਾਂ ਲੱਗਦੀਆਂ ਰਹੀਆਂ। ਹਰ ਹਫ਼ਤੇ 2 ਹਫ਼ਤੇ ਪਿੱਛੋਂ ਇੱਥੇ ਸਰਕਿਟ ਹਾਊਸ ਜਾਂ ਕਿਸੇ ਇੱਕ ਦੇ ਘਰ ਪਾਰਟੀ ਹੋਇਆ ਕਰਦੀ ਸੀ। ਮਸੀਂ 8-10 ਹੀ ਅਫਸਰ ਸਨ ਇਸ ਜਗ੍ਹਾ 'ਤੇ। ਇੱਕ ਫੈਮਿਲੀ ਵਾਂਗ ਹੀ ਇੱਕ ਦੂਸਰੇ ਨਾਲ ਮੇਲ ਮਿਲਾਪ ਸੀ। ਡੀ ਜਿਆਲ ਸ਼ਰਾਬ ਕਾਫੀ ਪੀ ਜਾਂਦਾ ਸੀ। ਉਹਨੂੰ ਮੇਰੇ ਉੱਤੇ ਪੂਰਾ ਯਕੀਨ ਸੀ। ਜਦ ਮੈਂ ਕਹਾਂ ਕਿ ਜਿਆਲ ਸਾਹਿਬ ਹੁਣ ਬਸ ਚਲੋ ਘਰ ਚਲੀਏ, ਤਾਂ ਉਸੇ ਵੇਲੇ ਉੱਠ ਕੇ ਤੁਰ ਪੈਂਦਾ ਸੀ। ਉਹਦੇ ਸ਼ਰਾਬੀ ਹੋ ਜਾਣ ਦੀ ਨਿਸ਼ਾਨੀ ਹੁੰਦੀ ਸੀ ਕਿ ਉਹ ਕਹਿਣ ਲੱਗ ਜਾਂਦਾ ਸੀ, ਤੁਮ ਹਮਾਰੇ ਬਾਪ ਹਮ ਤੁਮਾਰੇ ਬਾਪ। ਇਸ ਤੋਂ ਬਾਅਦ ਮੈਂ ਉਹਨੂੰ ਉਠਾ ਕੇ ਘਰ ਛੱਡ ਆਉਂਦਾ ਸੀ। ਕਿੰਨਾ ਵਿਸ਼ਵਾਸ ਹੁੰਦਾ ਹੈ ਕਿਸੇ ਨੂੰ ਤੁਹਾਡੇ ਉੱਤੇ। ਇਸ ਵਿਸ਼ਵਾਸ ਦਾ ਘਾਤ ਕਰਨਾ ਇੱਕ ਘੋਰ ਪਾਪ ਤੋਂ ਘੱਟ ਨਹੀਂ ਹੈ। ਮੇਰਾ ਦੋਸਤ ਥਾਣੇਦਾਰ ਕਹਿੰਦਾ ਸੀ ਕਿ ਪੁਲਿਸੀਏ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸ਼ਾਇਦ ਇਸੇ ਕਰਕੇ ਉਹਦੇ ਵਿਚਾਰ ਵਿੱਚ ਪੁਲਿਸੀਆ ਹੋ ਕੇ ਇਨਸਾਨ ਨਹੀਂ ਰਹਿੰਦਾ। ਉਹਦੀ ਗੱਲ ਤਾਂ ਮੈਨੂੰ ਭੁੱਲੀ ਨਹੀਂ, ਪਰ ਹਾਲੇ ਵੀ ਯਕੀਨ ਹੈ ਕਿ ਵਿਸ਼ਵਾਸ ਵਿੱਚ ਬੜੀ ਸ਼ਕਤੀ ਹੁੰਦੀ ਹੈ। ਭਾਵੇਂ ਪੁਲਿਸ ਵਿੱਚ ਹੀ ਕਿਉਂ ਨਾ ਹੋਵੇ, ਇਨਸਾਨ ਵਾਸਤੇ ਵਿਸ਼ਵਾਸਘਾਤ ਕਰਨਾ ਬਹੁਤ ਔਖਾ ਹੈ। ਪਰ ਇੱਥੇ ਹੀ ਮੈਨੂੰ ਇੱਕ ਹੋਰ ਤਜਰਬਾ ਹੋਇਆ। ਮੈਂ 2 ਪਲੰਗ ਬਣਵਾਉਣੇ ਸਨ। ਸੋਲਨ ਇੱਕ ਮਿਸਤਰੀ ਵਾਕਫ ਸੀ। ਮੈਂ ਉਹਨੂੰ 2 ਪਲੰਗ ਬਣਾਉਣ ਲਈ ਕਿਹਾ, ਇਹ ਸੋਚ ਕੇ ਕਿ ਪੈਸੇ ਮੇਰੇ ਕੋਲ ਰਹੇ ਤਾਂ ਹੋਰ ਕਿਸੇ ਚੀਜ਼ 'ਤੇ ਖਰਚੇ ਜਾਣਗੇ। ਤਾਂ ਮੈਂ ਤਨਖਾਹ ਮਿਲਣ 'ਤੇ ਉਹਨੂੰ ਸਾਰੇ ਪੈਸੇ ਪਹਿਲਾਂ ਹੀ ਦੇ ਦਿੱਤੇ। ਉਹਨੇ ਬਾਰ-ਬਾਰ ਕਹਿਣ 'ਤੇ ਵੀ 7-8 ਮਹੀਨੇ ਪਲੰਗ ਨਾ ਬਣਾਏ। ਬਹੁਤ ਹੀ ਵਾਰੀ ਕਹਿਣ 'ਤੇ ਪਲੰਗ ਬਣਾਏ ਤਾਂ ਘਰ ਆਉਂਦੇ ਉੱਤੇ ਬੈਠਦੇ ਹੀ ਚੌਕਟਾ ਟੁੱਟ ਕੇ ਥੱਲੇ ਡਿੱਗ ਪਿਆ। ਪਲੰਗ ਵਾਪਸ ਕੀਤੇ ਤੇ ਫਿਰ 5-6 ਮਹੀਨੇ ਲੰਘ ਗਏ, ਨਾ ਪਲੰਗ ਤੇ ਨਾ ਹੀ ਪੈਸੇ। ਆਖਿਰ ਮੇਰੇ ਗੁਆਂਢ ਇੱਕ ਬੰਗਾਲੀ ਵਕੀਲ ਹੁੰਦਾ ਸੀ। ਉਹਦੀ ਸਲਾਹ ਤੇ ਮੇਰੀ ਮਰਜ਼ੀ ਨਾਲ ਉਹਨੇ ਕਾਨੂੰਨੀ ਨੋਟਿਸ ਦੇ ਦਿੱਤਾ। ਇਸ ਤੋਂ ਮਗਰੋਂ ਕਿ ਅਸੀਂ ਕੋਈ ਕਦਮ ਚੁੱਕਦੇ, ਉਹਨੇ ਸੋਲਨ ਕਚਹਿਰੀ 'ਚ ਮੇਰੇ ਉੱਤੇ ਮੁਕੱਦਮਾ ਕਰ ਦਿੱਤਾ ਤੇ ਮੈਨੂੰ ਸੰਮਨ ਆ ਗਏ। ਉਹਨੇ ਦਾਅਵਾ ਕੀਤਾ ਕਿ ਪਲੰਗ ਮੈਥੋਂ ਲੈ ਗਏ ਹਨ ਤੇ ਮੇਰੇ ਪੈਸੇ ਨਹੀਂ ਦਿੰਦੇ। ਮੈਂ ਪਹਿਲੀ ਵਾਰ ਮੁਜਰਿਮ ਨਾ ਹੁੰਦੇ ਹੋਏ ਵੀ ਮੁਲਜ਼ਮ ਦੇ ਤੌਰ 'ਤੇ ਕਚਹਿਰੀ 'ਚ ਪੇਸ਼ ਹੋਣਾ ਸੀ। ਮੈਂ ਬਹੁਤ ਘਬਰਾਇਆ ਕਿ ਪੈਸੇ ਵੀ ਗਏ, ਪਲੰਗ ਵੀ ਉਸ ਵਾਪਸ ਲੈ ਲਏ ਤੇ ਮੈਨੂੰ ਸ਼ਾਇਦ ਹੋਰ ਪੈਸੇ ਦੇਣੇ ਪੈਣ ਤੇ ਸਜ਼ਾ ਵੀ ਹੋ ਜਾਏ। ਪਰ ਮੇਰੇ ਦੋਸਤ ਮਨੀ ਸਿੰਘ ਨੇ ਮੈਨੂੰ ਕਾਫੀ ਤਸੱਲੀ ਦਿੱਤੀ ਤੇ ਮੈਨੂੰ ਤਾਰੀਖ ਤੋਂ ਪਹਿਲਾਂ ਇੱਕ ਦਿਨ ਉਸ ਮੈਜਿਸਟ੍ਰੇਟ ਕੋਲੇ ਲੈ ਗਿਆ ਜਿਹਦੀ ਕਚਹਿਰੀ 'ਚ ਮੁਕੱਦਮਾ ਲੱਗਾ ਸੀ। ਮੈਜਿਸਟ੍ਰੇਟ ਭਲਾ ਬੰਦਾ ਸੀ। ਉਹਨੇ ਸਾਰੀ ਗੱਲ ਸੁਣੀ ਤਾਂ ਬੜਾ ਹੱਸਿਆ ਤੇ ਤਸੱਲੀ ਦਿੱਤੀ ਕਿ ਕਚਹਿਰੀ 'ਚ ਆ ਜਾਣਾ, ਫੈਸਲਾ ਕਰਾ ਦੇਵਾਂਗਾ। ਜਦ ਦੂਸਰੇ ਦਿਨ ਕਚਹਿਰੀ 'ਚ ਕੇਸ ਲੱਗਾ ਤਾਂ ਉਸ ਮੈਜਿਸਟ੍ਰੇਟ ਨੇ ਉਸ ਮਿਸਤਰੀ ਦਾ ਜਲੂਸ ਕੱਢ ਦਿੱਤਾ ਤੇ ਕਿਹਾ ਕਿ 1 ਹਫ਼ਤੇ 'ਚ ਪਲੰਗ ਬਣਾ ਕੇ ਆਪਣੇ ਖਰਚੇ ਤੇ ਕੰਡਾ ਘਾਟ ਛੱਡ ਕੇ ਆ ਤੇ ਮੈਨੂੰ ਆ ਕੇ ਦੱਸ ਕੇ ਕੰਮ ਮੁਕੰਮਲ ਹੋ ਗਿਆ, ਨਹੀਂ ਤਾਂ 2 ਸਾਲ ਦੀ ਕੈਦ ਕਰ ਦਿਆਂਗਾ। ਬੇਈਮਾਨੀ ਧੋਖੇਬਾਜ਼ੀ ਦੇ ਕੇਸ ਵਿੱਚ ਖੈਰ 1 ਹਫ਼ਤੇ 'ਚ ਪਲੰਗ ਪਹੁੰਚ ਗਏ। ਇਹ ਮੁੱਲ ਖਰਚ ਕੇ ਤੇ ਬੜੀ ਮੁਸੀਬਤ ਝੱਲ ਕੇ ਇੱਕ ਸਬਕ ਸਿੱਖਿਆ ਕਿ ਕਿਸੇ ਬਿਜ਼ਨਸਮੈਨ ਦੁਕਾਨਦਾਰ ਆਦਿ ਨੂੰ ਸੌਦਾ ਜਾਂ ਕੋਈ ਚੀਜ਼ ਆਪਣੇ ਕਬਜ਼ੇ 'ਚ ਕੀਤੇ ਬਗੈਰ ਅਗਾਊਂ ਕੋਈ ਪੈਸਾ ਕਦੀ ਨਹੀਂ ਦੇਣਾ ਚਾਹੀਦਾ। ਇਹ ਸਬਕ ਭਾਵੇਂ ਮਹਿੰਗਾ ਸੀ, ਪਰ ਛੋਟੀ ਉਮਰ ਵਿੱਚ ਹੀ ਮਿਲ ਗਿਆ। ਇਹੋ ਜਿਹੀਆਂ ਗਲਤੀਆਂ ਤਾਂ ਫਿਰ ਵੀ ਮੈਂ ਕੀਤੀਆਂ ਕਈ ਵਾਰੀ, ਕਿਉਂਕਿ ਵਿਸ਼ਵਾਸ ਦੁਨੀਆ 'ਤੇ ਹਾਵੀ ਹੋ ਜਾਂਦਾ ਰਿਹਾ, ਪਰ ਇਹ ਸਬਕ ਮੈਨੂੰ ਭੁੱਲਿਆ ਨਹੀਂ। ਇਹ ਜੁਦਾ ਗੱਲ ਹੈ ਕਿ ਇਸ ਵੇਲੇ ਵੀ ਇਸ ਕਿਸਮ ਦੇ ਹਾਲਾਤ ਵਿੱਚ ਮੇਰੇ ਪੈਸੇ ਕਈਆਂ ਥਾਵਾਂ 'ਤੇ ਅੜੇ ਹੋਏ ਹਨ, ਪਰ ਮੈਨੂੰ ਅਫਸੋਸ ਨਹੀਂ ਹੈ ਕਿਉਂਕਿ ਮੈਂ ਵਿਸ਼ਵਾਸ ਨਾਲ ਹੀ ਪੈਸੇ ਇਹ ਜਾਣਦੇ ਹੋਏ ਵੀ ਦਿੱਤੇ ਹਨ ਕਿ ਵਿਸ਼ਵਾਸਘਾਤ ਹੋ ਸਕਦਾ ਹੈ। ਇਸ ਕੰਡਾ ਘਾਟ ਦੇ ਨੇੜੇ 4 ਪਿੰਡਾਂ ਦੇ ਇੱਕ ਆਰਥਿਕ ਸਰਵੇਖਣ ਦਾ ਨਿਬੰਧ ਲਿਖ ਕੇ ਮੈਂ MSc ਐਗਰੀਕਲਚਰ ਇਕਨੋਮਿਕਸ ਪਾਸ ਕੀਤੀ। 4 ਪਰਚੇ ਥਿਊਰੀ ਦੇ ਤੇ ਇੱਕ ਨਿਬੰਧ ਉਸ ਵੇਲੇ MSc ਲਈ ਜ਼ਰੂਰੀ ਸਨ। ਮੈਂ ਪੜ੍ਹਿਆ ਸੀ ਕਿ ਖੋਜ ਨੂੰ ਤਰੀਕੇ ਨਾਲ ਸਿਰੇ ਚੜ੍ਹਾਉਣ ਲਈ ਪਹਿਲੋਂ ਹਾਈਪੋਥੇਸਿਸ ਨਿਰਧਾਰਿਤ ਕਰਨੇ ਚਾਹੀਦੇ ਨੇ ਤੇ ਫਿਰ ਉਹਨਾਂ ਹਾਈਪੋਥੇਸਿਸ ਨੂੰ ਪਰਖਣਾ ਚਾਹੀਦਾ ਹੈ। ਇਹ ਵਿਗਿਆਨਕ ਖੋਜ ਦਾ ਇੱਕ ਮੰਨਿਆ ਹੋਇਆ ਢੰਗ ਹੈ, ਕਿਉਂਕਿ 2-2.5 ਸਾਲ ਇਹਨਾਂ ਇਲਾਕਿਆਂ ਵਿੱਚ ਮੈਂ ਕਾਫੀ ਫਿਰ ਤੁਰ ਕੇ ਵੇਖ ਚੁੱਕਿਆ ਸਾਂ ਤੇ ਕੰਮ ਕਰ ਚੁੱਕਿਆ ਸਾਂ। ਇਸ ਇਲਾਕੇ ਦੇ ਲੋਕਾਂ ਬਾਰੇ ਤੇ ਉਹਨਾਂ ਦੇ ਆਰਥਿਕ, ਸਮਾਜਿਕ ਤੇ ਹੋਰ ਮਸਲਿਆਂ ਤੇ ਰਸਮਾਂ ਰਿਵਾਜਾਂ ਬਾਰੇ ਕਾਫੀ ਵਾਕਿਫ ਸਾਂ। ਮੈਂ ਉਹਨਾਂ 4 ਪਿੰਡਾਂ 'ਚ ਅੱਛੀ ਤਰ੍ਹਾਂ ਫਿਰ ਫਰਾ ਕੇ ਤੇ ਲੋਕਾਂ ਨਾਲ ਗੱਲਬਾਤ ਕਰਕੇ ਬਗੈਰ ਕਿਸੇ ਅੰਕੜਿਆਂ ਤੋਂ ਨਿਬੰਧ ਲਿਖਣਾ ਸ਼ੁਰੂ ਕਰ ਦਿੱਤਾ।
ਜਿੱਥੇ ਅੰਕੜੇ ਦੇਣ ਦੀ ਲੋੜ ਪਈ ਉੱਥੇ ਥਾਂ ਖਾਲੀ ਛੱਡ ਲਕੀਰ ਮਾਰਤੀ। ਇਸ ਤਰ੍ਹਾਂ 4 ਮਹੀਨਿਆਂ ਵਿੱਚ ਹੀ ਮੈਂ ਬਗੈਰ ਕਿਸੇ ਅੰਕੜੇ ਦੇ ਪੂਰੇ ਦਾ ਪੂਰਾ ਨਿਬੰਧ ਲਿਖ ਮਾਰਿਆ। ਫਿਰ ਮੈਂ ਇਹਨੂੰ ਇੱਕ ਹਾਈਪੋਥੇਸਿਸ ਸਮਝ ਲਿਆ ਤੇ ਜੋ ਅੰਕੜੇ ਜਾਂ ਸੂਚਨਾਵਾਂ ਲਕੀਰਾਂ ਵਾਲੀਆਂ ਖਾਲੀ ਥਾਵਾਂ ਪੁਰ ਕਰਨ ਲਈ ਚਾਹੀਦੇ ਸੀ ਉਹ ਇਕੱਠੇ ਕੀਤੇ। ਜਦ ਕਿਸੇ ਖਾਲੀ ਥਾਂ 'ਤੇ ਅੰਕੜੇ ਭਰ ਦਿੰਦਾ ਸੀ ਤਾਂ ਦੁਬਾਰਾ ਆਪਣੇ ਲਿਖੇ ਨੂੰ ਪੜ੍ਹਦਾ ਸੀ। ਜੇ ਤਾਂ ਅੰਕੜੇ ਜਾਂ ਇਕੱਠੀ ਕੀਤੀ ਭਰੀ ਸੂਚਨਾ ਲਿਖੇ ਨਾਲ ਢੁਕਵੀਂ ਹੁੰਦੀ ਤਾਂ ਠੀਕ, ਨਹੀਂ ਤਾਂ ਲਿਖੇ ਹੋਏ ਨੂੰ ਅੰਕੜਿਆਂ ਤੇ ਸੂਚਨਾਵਾਂ ਮੁਤਾਬਕ ਤਬਦੀਲ ਕਰ ਦਿੰਦਾ ਸੀ। ਇਸ ਲਿਖੇ ਤੋਂ ਜੋ ਵੱਧ ਅੰਕੜੇ ਜਾਂ ਸੂਚਨਾਵਾਂ ਹੱਥ ਆਈਆਂ ਉਹ ਜਿੱਥੇ ਢੁਕਵੀਆਂ ਸਨ ਉੱਥੇ ਭਰ ਦਿੱਤੀਆਂ। ਇਸ ਤਰ੍ਹਾਂ ਸਾਰੇ ਦੇ ਸਾਰੇ ਨਿਬੰਧ ਨੂੰ ਹਾਈਪੋਥੇਸਿਸ ਮੰਨ ਕੇ ਅਸਲੀ ਅੰਕੜਿਆਂ ਤੇ ਸੂਚਨਾਵਾਂ ਨਾਲ ਪਰਖ ਲਿਆ। ਇਹ ਮੇਰੇ ਖਿਆਲ 'ਚ ਵਿਗਿਆਨਕ ਖੋਜ ਵਿਧੀ ਉੱਤੇ ਪੂਰਾ ਤੁਲਦਾ ਸੀ। ਜਦ ਮੈਂ ਆਪਣਾ ਤਰੀਕਾ ਪ੍ਰੀਖਿਅਕਾਂ ਨੂੰ ਜ਼ੁਬਾਨੀ ਵਿਚਾਰ ਵਟਾਂਦਰੇ ਵਿੱਚ ਵਾਈਵੇ ਵਿੱਚ ਦੱਸਿਆ ਤਾਂ ਬਹੁਤ ਖੁਸ਼ ਹੋਏ, ਪਰ ਮੇਰੇ ਨਿਬੰਧ 'ਚ ਪੂਰੀ ਫਸਟ ਡਿਵੀਜ਼ਨ ਤੋਂ 2 ਨੰਬਰ ਘੱਟ ਰੱਖ ਲਏ ਅਤੇ ਮੇਰੀ ਥਿਊਰੀ ਵਿੱਚ ਪਹਿਲੀ ਸ਼੍ਰੇਣੀ ਵਿੱਚ ਪਾਸ ਹੋਣ ਦੇ ਬਾਵਜੂਦ ਵੀ ਮੇਰੀ MSc 'ਚੋਂ ਪਹਿਲੀ ਸ਼੍ਰੇਣੀ ਉਹੀ 2 ਨੰਬਰ ਤੋਂ ਰਹਿ ਗਈ। ਮੈਂ ਸਮਝਦਾ ਖੋਜ ਵਿਧੀ ਦੇ ਬਹੁਤ ਪੱਖ ਪੜ੍ਹਾਏ ਅਤੇ ਸਮਝਾਏ ਜਾ ਸਕਦੇ ਹਨ, ਪਰ ਮੇਰਾ ਯਕੀਨ ਹੈ ਕਿ ਖੋਜ ਦੇ ਨਾਲ ਨਾਲ ਜੇ ਖੋਜਕਾਰ ਸੂਝਵਾਨ ਹੋਵੇ ਤਾਂ ਖੋਜ ਵਿਧੀਆਂ ਵਿੱਚ ਵੀ ਖੋਜ ਹੋ ਜਾਂਦੀ ਹੈ ਅਤੇ ਨਵੀਆਂ ਵਿਧੀਆਂ ਹੱਥ ਆ ਜਾਂਦੀਆਂ ਹਨ। ਇਹ ਤਜਰਬਾ ਮੈਨੂੰ ਆਪਣੀ PhD ਦਾ ਨਿਬੰਧ ਲਿਖਦਿਆਂ ਵੀ ਹਾਸਲ ਹੋਇਆ। ਸਰਕਾਰੀ ਪ੍ਰਸ਼ਾਸਨ ਕਿੰਨਾ ਸੁਸਤ, ਆਪਹੁਦਰਾ ਅਤੇ ਢੀਠ ਹੁੰਦਾ ਇਹਦਾ ਮੈਨੂੰ ਹੌਲੀ ਹੌਲੀ ਪਤਾ ਲੱਗਾ। ਮੈਂ ਮਹਿਸੂਸ ਕੀਤਾ ਅਤੇ ਹੁਣ ਤੱਕ ਵੀ ਇਹੋ ਅਹਿਸਾਸ ਕਾਇਮ ਹੈ ਕਿ ਸਰਕਾਰੀ ਢਾਂਚੇ ਦਾ ਮੁੱਖ ਮੰਤਵ ਆਪਣੇ ਆਪ ਨੂੰ ਪ੍ਰਫੁੱਲਤ ਰੱਖਣਾ ਹੀ ਹੁੰਦਾ ਹੈ। ਜਿੱਥੇ ਕਿ ਪਹਿਲੋਂ ਸਰਵਿਸ ਵਿੱਚ ਆਉਣ ਵੇਲੇ ਤਾਂ ਇਹ ਦਿਲ 'ਚ ਡਰ ਸੀ ਕਿ ਕੰਮ ਤਾਂ ਕੋਈ ਖਾਸ ਹੈ ਨਹੀਂ, ਕਿਤੇ ਤਨਖਾਹ ਦਿੱਤੀ ਹੋਈ ਸਰਕਾਰ ਵਾਪਸ ਹੀ ਨਾ ਮੰਗ ਲਏ, ਉੱਥੇ ਛੇਤੀ ਸਮਝ ਲੱਗ ਗਈ ਕਿ ਸਹੀ ਅਰਥਾਂ 'ਚ ਸਰਕਾਰੀ ਪ੍ਰਸ਼ਾਸਨ ਵਿੱਚ ਤਾਂ ਕਰਮਚਾਰੀਆਂ ਅਤੇ ਅਫਸਰਾਂ ਦਾ ਮੁੱਖ ਉਦੇਸ਼ ਆਪਣੀ ਤਨਖਾਹ ਪਾਲਣਾ ਅਤੇ ਮਹਿਕਮਾ ਹੋਰ ਵਧਾਉਣਾ ਹੁੰਦਾ ਹੈ ਤਾਂ ਜੋ ਅਸਾਮੀਆਂ ਵਧਣ ਨਾਲ ਆਪਣੀਆਂ ਅਫਸਰੀਆਂ ਵੀ ਵੱਡੀਆਂ ਹੋਣ। ਲੋਕ ਸੇਵਾ ਜਾਂ ਲੋਕ ਹਿੱਤਾਂ ਦੀ ਰਾਖੀ ਤਾਂ ਸਿਰਫ ਇੱਕ ਵਸੀਲਾ ਹੁੰਦਾ ਹੈ। ਜਿਸ ਆਸਰੇ ਸਰਕਾਰੀ ਪੈਸੇ ਮਿਲਦੇ ਨੇ, ਅਫਸਰਾਂ ਨਾਲੋਂ ਅਫਸਰਾਂ ਦੇ ਦਫ਼ਤਰ ਜ਼ਿਆਦਾ ਸੱਤਾਧਾਰੀ ਹੁੰਦੇ ਹਨ। ਕੋਈ ਕਿਸੇ ਦੀ ਸਹੂਲਤ ਜਾਂ ਕਾਰਗੁਜ਼ਾਰੀ ਦੀ ਬਹੁਤੀ ਪਰਵਾਹ ਨਹੀਂ ਕਰਦਾ। ਸਭ ਆਪੋ ਤਾਪ ਦੇ ਪੁਜਾਰੀ ਹਨ ਅਤੇ ਸਿਸਟਮ ਇੱਕ ਮਸਤ ਹਾਥੀ ਦੀ ਤੋਰ ਚੱਲਦਾ ਹੈ। ਬਾਕੀ ਸਭ ਬਹੁਤ ਕਰਕੇ ਵਿਖਾਵਾ ਹੁੰਦਾ ਹੈ ਅਤੇ ਜੋ ਕੰਮ ਹੁੰਦਾ ਜਾਂ ਲੋਕ ਹਿੱਤਾਂ ਦੀ ਕੁਝ ਰਾਖੀ ਹੁੰਦੀ ਹੈ ਉਹ ਇਤਫਾਕਨ ਜਿਹੀ ਇੰਸੀਡੈਂਟਲ ਹੀ ਹੈ। ਇੱਕ ਉਦਾਹਰਨ ਦਿੰਦਾ, ਉਹ ਪਹਿਲਾਂ ਨੌਕਰੀ ਦੇ ਦਿਨਾਂ ਦੀ ਕੰਢਾ ਘਾਟ ਤੋਂ ਮੈਨੂੰ ਮਧੂਮੱਖੀ ਪਾਲਣ ਦੇ ਧੰਦੇ ਦੀ ਵਿਕਾਸ ਸਕੀਮ 'ਚ ਇੰਚਾਰਜ ਦੇ ਤੌਰ 'ਤੇ ਸੋਲਨ ਦੇ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਸੰਪੂਰਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਕੰਮ ਦੀ ਖਾਸ ਸਿੱਖਿਆ ਮੈਂ ਨੈਨੀਤਾਲ ਦੇ ਨਜ਼ਦੀਕ ਉੱਤਰ ਪ੍ਰਦੇਸ਼ ਦੇ ਜਿਊਲੀਕੋਟ ਨਾਮ ਦੇ ਮਧੂਮੱਖੀ ਪਾਲਣ ਅਤੇ ਸਿੱਖਿਆ ਕੇਂਦਰ ਤੋਂ ਲਈ। ਇਸ ਤੋਂ ਪਿੱਛੋਂ ਮੈਂ ਇਲਾਕੇ ਸੰਪੂਰਨ ਦੇ ਇਰਦ ਗਿਰਦ ਦਾ ਸਰਵੇਖਣ ਕੀਤਾ ਅਤੇ ਸ਼ੁਰੂਆਤ ਵਜੋਂ 25-30 ਬਕਸੇ ਮਧੂਮੱਖੀਆਂ ਨਾਲ ਸੰਪੂਰਨ ਸਟੇਸ਼ਨ ਸ਼ੁਰੂ ਕੀਤਾ। ਛੇਤੀ ਮਹਿਸੂਸ ਕੀਤਾ ਕਿ ਸਟੇਸ਼ਨ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਇਸ ਇਲਾਕੇ 'ਚ ਕੋਈ ਐਸੇ ਫੁੱਲਦਾਰ ਦਰਖਤ, ਝਾੜੀਆਂ, ਫਸਲਾਂ, ਪੌਦੇ ਨਹੀਂ ਜੋ ਕੁਝ ਦੇਰ ਤੱਕ ਮੱਖੀਆਂ ਸ਼ਹਿਦ ਇਕੱਠਾ ਕਰ ਸਕਣ। ਸ਼ਹਿਦ ਇੰਨਾ ਥੋੜ੍ਹਾ ਪੈਦਾ ਹੁੰਦਾ ਸੀ ਅਤੇ ਫੁੱਲਾਂ ਦਾ ਮੌਸਮ ਇੰਨਾ ਥੋੜ੍ਹਾ ਸੀ ਕਿ ਇੱਕ ਕਿੱਤੇ ਦੇ ਤੌਰ 'ਤੇ ਮੱਖੀ ਪਾਲੀ ਨਹੀਂ ਸੀ ਜਾ ਸਕਦੀ। ਉਸ ਵਕਤ ਮਧੂਮੱਖੀ ਦੀ ਜਿਨਸ ਵੀ ਉੱਨਤ ਨਹੀਂ ਸੀ ਜੋ ਅੱਜ ਕੱਲ੍ਹ ਹੈ। ਇਹ ਉੱਨਤ ਕਿਸਮ ਦਾ ਡਾਕਟਰ ਅਵਤਾਰ ਸਿੰਘ ਅਟਵਾਲ ਨੇ ਕਿਤੇ 1970ਵਿਆਂ ਦੇ ਸ਼ੁਰੂ 'ਚ ਇਟਲੀ ਤੋਂ ਰਾਣੀ ਮੱਖੀਆਂ ਲਿਆ ਕੇ ਪੈਦਾ ਕੀਤੀ ਸੀ। ਖੈਰ, ਜਦ ਮੈਂ ਵੇਖਿਆ ਕਿ ਇਹ ਕੰਮ ਤਾਂ ਬਹੁਤ ਥੋੜ੍ਹਾ ਹੈ ਅਤੇ ਸਿਰਫ ਪੇਂਡੂ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਤਾਂ ਜੋ ਉਹ 1-2 ਬਕਸੇ ਜਾਂ ਛੱਤੇ ਆਪਣੇ ਘਰਾਂ 'ਚ ਪਾਲ ਸਕਣ, ਮੈਂ ਉੱਪਰ ਦਫ਼ਤਰ ਵਿੱਚ ਇਹ ਲਿਖਿਆ ਕਿ ਇਹ ਕੰਮ ਮੈਂ ਵਾਧੂ ਕਰ ਸਕਦਾ, ਮੈਨੂੰ ਐਗਰੀਕਲਚਰਲ ਐਕਸਟੈਂਸ਼ਨ ਵਿੱਚ ਤਬਦੀਲ ਕਰ ਦਿੱਤਾ ਜਾਏ। ਮੈਂ ਦੋਨੋਂ ਕੰਮ ਨਾਲ ਕਰੀ ਜਾਵਾਂਗਾ। ਪਰ ਮੇਰੀ ਕੌਣ ਸੁਣਦਾ ਸੀ। ਬਹੁਤ ਵਾਰ ਲਿਖਿਆ, ਕਿਹਾ, ਆਏ ਅਫਸਰਾਂ ਨੂੰ ਮੌਕਾ ਦਿਖਾਇਆ ਅਤੇ ਯਕੀਨ ਦਿਵਾਇਆ ਕਿ ਜੋ ਮੈਂ ਕਹਿਣਾ ਸਹੀ ਹੈ, ਪਰ ਸਰਕਾਰ ਦੇ ਕੰਨ 'ਤੇ ਜੂੰ ਨਾ ਰਿੰਗੀ। ਇੱਕ ਦਿਨ ਉਸ ਵੇਲੇ ਦੇ ਡਿਵੈਲਪਮੈਂਟ ਕਮਿਸ਼ਨਰ ਸਰਦਾਰ ਰਜਿੰਦਰ ਸਿੰਘ ਰੰਧਾਵਾ, ਜੋ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਜੁੜਵੇ ਜਾਂ ਵੱਡੇ ਭਰਾ ਸਨ, ਦੌਰੇ 'ਤੇ ਆਏ। ਬੜੇ ਅੜਬ ਅਤੇ ਹੈਂਕੜਬਾਜ਼ ਅਫਸਰ ਸਨ, ਕਿਸੇ ਨੂੰ ਵੀ ਤੂੰ ਕਰਕੇ ਬੁਲਾਉਂਦੇ ਸਨ। ਸਾਰੇ ਇਲਾਕੇ ਦੇ ਅਧਿਕਾਰੀਆਂ ਅਫਸਰਾਂ ਦੀ ਇੱਕ ਮੀਟਿੰਗ ਕੀਤੀ। ਹਰੇਕ ਨੂੰ ਪੁੱਛਦੇ ਸਨ, ਤੂੰ ਕੀ ਕਰ ਰਿਹਾ, ਅਤੇ ਝਾੜ ਝੰਬ ਕੇ ਬਿਠਾ ਦਿੰਦੇ ਸਨ। ਜਦ ਮੇਰੀ ਵਾਰੀ ਆਈ ਤਾਂ ਕਹਿੰਦੇ, ਤੂੰ ਕੀ ਕਰਦਾ। ਮੈਂ ਜਵਾਬ ਦਿੱਤਾ, ਜੀ ਕੁਝ ਨਹੀਂ ਕਰਦਾ। ਉਹਨੂੰ ਇੱਕ ਕਿਸਮ ਦਾ ਹੁਜਕਾ ਜਿਹਾ ਲੱਗਾ ਅਤੇ ਗੁੱਸੇ ਨਾਲ ਕਹਿਣ ਲੱਗਾ, ਕਿਉਂ ਕੰਮ ਨਹੀਂ ਕਰਦਾ। ਸਾਰੇ ਡਰੇ ਬੈਠੇ ਸਨ ਕਿ ਇਹ ਕੀ ਹੋਣ ਲੱਗਾ। ਮੈਂ ਕਿਹਾ, ਜੀ ਕੰਮ ਕੋਈ ਹੈ ਹੀ ਨਹੀਂ।
ਤੂੰ ਕਿਸੇ ਨੂੰ ਦੱਸਿਆ ਜਾਂ ਲਿਖਿਆ? ਉਹਨਾਂ ਪੁੱਛਿਆ। ਇੱਕ ਵਾਰੀ ਜੀ, ਮੈਂ ਤਕਰੀਬਨ 15 ਚਿੱਠੀਆਂ ਲਿਖ ਚੁੱਕਾ, ਜ਼ੁਬਾਨੀ ਦੱਸ ਚੁੱਕਾ, ਕੰਮ ਦਿਖਾ ਚੁੱਕਾ। ਇੱਥੇ ਕੋਈ ਸੁਣਦਾ ਹੀ ਨਹੀਂ, ਪੁੱਛਦਾ ਹੀ ਨਹੀਂ। ਮੇਰਾ ਜ਼ਰਾ ਹੌਸਲਾ ਖੁੱਲ੍ਹ ਗਿਆ ਤਾਂ ਮੈਂ ਕਿਹਾ, ਜੀ ਇੱਥੇ 4 ਜਰਾਇਤ ਇੰਸਪੈਕਟਰ ਹਨ ਇਸ ਇਲਾਕੇ ਦੇ। ਤੁਸੀਂ ਮੈਨੂੰ ਸਾਰਿਆਂ ਦੇ ਕੰਮ ਦੇ ਦਿਓ। ਮੈਂ ਤਨਖਾਹ ਵੱਧ ਤਾਂ ਨਹੀਂ ਮੰਗਦਾ। ਜੇ 4 ਦਾ ਕੰਮ ਹੁਣ ਨਾਲੋਂ ਵੱਧ ਨਾ ਕਰਾਂ ਤਾਂ ਮੈਨੂੰ ਡਿਸਮਿਸ ਕਰ ਦੇਣਾ। ਇਹ ਸੁਣ ਕੇ ਕਮਿਸ਼ਨਰ ਕੋਲ ਕੋਈ ਜਵਾਬ ਨਾ ਰਿਹਾ ਤੇ ਕਹਿਣ ਲੱਗੇ, ਚੱਲ ਤੇਰਾ ਕੰਮ ਦੇਖਾਂ। ਉੱਠ ਕੇ ਵਿੱਚੋਂ ਹੀ ਮੀਟਿੰਗ ਛੱਡ ਨਾਲ ਹੀ ਮੇਰੇ ਦਫ਼ਤਰ ਤੇ ਸਟੇਸ਼ਨ ਦਾ ਨਿਰੀਖਣ ਕਰਨ ਤੁਰ ਪਏ। ਹਾਲੇ ਅੱਧੇ ਅਫਸਰਾਂ ਦੇ ਕੰਮ ਬਾਰੇ ਉਹਨਾਂ ਪੁੱਛਣਾ ਸੀ। ਉਹਨਾਂ ਦੀ ਜਾਨ ਵਿੱਚ ਤਾਂ ਜਾਨ ਆਈ। ਮੈਂ ਆਪਣੇ ਆਪ ਨੂੰ ਸਮਝੋ ਸ਼ੇਰ ਦੇ ਪੰਜੇ 'ਚ ਫਸਾ ਲਿਆ। ਮੇਰੇ ਸਟੇਸ਼ਨ 'ਤੇ ਜਾ ਕੇ ਅੱਧਾ ਘੰਟਾ ਮੇਰਾ ਕੰਮ ਵੇਖਿਆ ਤਾਂ ਕਹਿਣ ਲੱਗੇ, ਵਾਕਈ ਤੇਰੇ ਕੋਲ ਇਹ ਕੰਮ ਕਾਫੀ ਨਹੀਂ। ਮੈਂ ਮੰਗਲ ਸਿੰਘ, ਜੋ ਉਸ ਵਕਤ ਪ੍ਰਾਂਤ ਦਾ ਐਂਟੋਮੋਲੋਜਿਸਟ ਸੀ ਤੇ ਜਿਸ ਬਾਰੇ ਮੈਂ ਪਹਿਲਾਂ ਲਿਖ ਚੁੱਕਾ, ਨੂੰ ਕਹਾਂਗਾ ਕਿ ਤੇਰੀ ਬਦਲੀ ਦੂਜੀ ਪੋਸਟ 'ਤੇ ਕਰਕੇ ਇਹ ਕੰਮ ਤੈਨੂੰ ਨਾਲ ਕਰਨ ਵਾਸਤੇ ਚਾਰਜ ਦੇ ਦੇਵੇ। ਮੈਂ ਕਿਹਾ, ਜੀ ਬਹੁਤ ਧੰਨਵਾਦੀ ਹੋਵਾਂਗਾ, ਮੈਨੂੰ ਕੰਮ ਕਰਨ ਨੂੰ ਮਿਲ ਜਾਏਗਾ। ਪਰ ਉਹਨਾਂ ਬਦਲੀ ਕਰਨੀ ਨਹੀਂ। ਮੈਂ ਅੱਗੇ ਕਈ ਵਾਰ ਕਹਿ ਚੁੱਕਾ, ਉਹ ਸੁਣਦੇ ਹੀ ਨਹੀਂ। ਕਹਿਣ ਲੱਗੇ, ਇਹ ਕਮਿਸ਼ਨਰ ਕਹਿ ਰਿਹਾ, ਤੈਨੂੰ ਇੰਨੀ ਸਮਝ ਨਹੀਂ। ਮੈਂ ਚੁੱਪ ਕਰ ਗਿਆ। ਗਰਮੀਆਂ ਦੇ ਦਿਨ ਸੀ। ਅਫਸਰਾਂ ਨੂੰ ਗਰਮੀਆਂ 'ਚ ਪਹਾੜਾਂ ਦੇ ਤੇ ਕੰਮ ਜ਼ਰਾ ਜ਼ਿਆਦਾ ਪੈਂਦੇ ਨੇ। ਇਸ ਕਰਕੇ ਕੋਈ 1.5 ਮਹੀਨੇ ਪਿੱਛੋਂ ਸੋਲਨ ਇੱਕ ਸ਼ਾਮ ਫਿਰਦਿਆਂ ਨੂੰ ਰੰਧਾਵਾ ਸਾਹਿਬ ਅਚਾਨਕ ਅੱਗੋਂ ਸ਼ਿਮਲੇ ਤੋਂ ਆਉਂਦੇ ਮਿਲ ਗਏ। ਅਸੀਂ ਸਤਿ ਸ਼੍ਰੀ ਅਕਾਲ ਬੁਲਾਈ। ਪੁੱਛਣ ਲੱਗੇ, ਕਿਉਂ ਬਈ ਤੇਰੀ ਬਦਲੀ ਹੋ ਗਈ? ਮੈਂ ਕਿਹਾ, ਜੀ ਮੈਂ ਤਾਂ ਉਸ ਦਿਨ ਬੇਨਤੀ ਕੀਤੀ ਸੀ ਕਿ ਬਦਲੀ ਨਹੀਂ ਹੋਣੀ। ਆਪ ਨੇ ਮੈਨੂੰ ਝਿੜਕ ਦਿੱਤਾ ਸੀ। ਅੱਛਾ, ਮੈਂ ਜਾ ਕੇ ਫਿਰ ਪੁੱਛਦਾ ਕਿ ਬਦਲੀ ਕਿਉਂ ਨਹੀਂ ਕੀਤੀ। 2-4 ਦਿਨਾਂ 'ਚ ਤੈਨੂੰ ਆਰਡਰ ਮਿਲ ਜਾਣਗੇ। ਮੈਂ ਖੁਸ਼ ਹੋ ਗਏ। ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹ ਅੱਗੇ ਸੈਰ ਕਰਦੇ ਨਿਕਲ ਗਏ। 2 ਮਹੀਨੇ ਬਾਅਦ ਫਿਰ ਇੱਕ ਦਿਨ ਮੈਂ ਤੇ ਸਥਾਨੀ BDO ਰੰਧਾਵਾ ਸਾਹਿਬ ਨੂੰ ਅਚਾਨਕ ਉਸੇ ਤਰ੍ਹਾਂ ਸੋਲਨ ਮਿਲ ਗਏ। ਸ਼ਾਇਦ ਅਫਸਰ ਵੀ ਸ਼ਾਮ ਵੇਲੇ ਸ਼ਿਮਲਿਓਂ ਪਰਤਦੇ ਸਨ ਤੇ ਅਸੀਂ ਵੀ ਦਫ਼ਤਰੋਂ ਬਾਅਦ ਫਿਰਨ ਤੁਰਨ ਪੈਦਲ ਸੋਲਨ ਵੱਲ GT ਰੋਡ 'ਤੇ ਜਾਇਆ ਕਰਦੇ ਸਾਂ। ਇਸ ਲਈ ਮੁਲਾਕਾਤਾਂ ਹੋ ਗਈਆਂ। ਮਿਲਦੇ ਸਾਰ ਪੁੱਛਣ ਲੱਗੇ, ਕਿਉਂ ਹੁਣ ਤੇ ਖੁਸ਼ ਹੈ ਨਾ? ਹੁਣ ਕੰਮ ਠੀਕ ਕਰੀ, ਮੈਂ ਛੇਤੀ ਆ ਕੇ ਵੇਖਾਂਗਾ ਤੇਰਾ ਕੰਮ। ਮੈਂ ਕਿਹਾ, ਜੀ ਇੱਦਾਂ ਕਿਤੇ ਬਦਲੀਆਂ ਹੋਇਆ ਕਰਦੀਆਂ ਨੇ। ਮੈਂ ਤਾਂ ਆਪ ਨੂੰ ਬੇਨਤੀ ਠੀਕ ਹੀ ਕੀਤੀ ਸੀ। ਰੰਧਾਵਾ ਸਾਹਿਬ ਦਾ ਮੂੰਹ ਲਾਲ ਹੋ ਗਿਆ ਤੇ BDO ਨੂੰ ਕਹਿਣ ਲੱਗੇ, ਜਾ ਇੱਥੋਂ ਕਾਗਜ਼ ਲਿਆ। ਉੱਥੇ ਹੀ ਲਿਖਾ ਕੇ ਦਸਖਤ ਕਰ ਦਿੱਤੇ ਤੇ ਕਹਿਣ ਲੱਗੇ, ਇਹਦੀ ਕਾਪੀ ਮੰਗਲ ਸਿੰਘ ਤੇ ਸਾਰੇ ਸੰਬੰਧਿਤ ਦਫ਼ਤਰਾਂ ਨੂੰ ਭੇਜ ਦੇ। ਆਰਡਰ ਤਾਂ ਹੋ ਗਏ ਪਰ ਮੇਰੀ ਤਨਖਾਹ ਬੰਦ ਹੋ ਗਈ। 100 ਹੀਲਾ ਕਰਕੇ 8 ਮਹੀਨਿਆਂ ਬਾਅਦ ਮੇਰੀ ਤਨਖਾਹ ਮਿਲੀ। ਇੰਨੇ ਕੁ ਸਮੇਂ ਵਿੱਚ ਤੇ ਇਹਨਾਂ ਹਾਲਾਤਾਂ ਵਿੱਚੋਂ ਲੰਘ ਕੇ ਮੈਨੂੰ ਯਕੀਨ ਹੋ ਗਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਵਾਸਤੇ ਕੋਈ ਤੌਖਲਾ ਜਾਂ ਬਹੁਤਾ ਫਿਕਰ ਨਹੀਂ ਹੁੰਦਾ। ਜੇ ਮਾੜਾ ਮੋਟਾ ਦਿਖਾਵੇ ਦਾ ਕੰਮ ਕਰ ਲਈਏ ਤੇ ਅਫਸਰਾਂ ਤੇ ਦਫ਼ਤਰ ਵਾਲਿਆਂ ਨਾਲ ਬਣਾ ਕੇ ਰੱਖੀਏ ਤਾਂ ਜ਼ਿੰਦਗੀ ਬਹੁਤ ਵਧੀਆ ਤੇ ਸੌਖੀ ਨਿਕਲਦੀ ਹੈ। ਲੋਕਾਂ ਨੂੰ ਜਾਂ ਲੋਕ ਹਿੱਤਾਂ ਨੂੰ ਕੋਈ ਨਹੀਂ ਪੁੱਛਦਾ। ਪਰ ਮੈਂ ਤਾਂ ਪਿੰਡਾਂ 'ਚੋਂ ਸਖਤ ਜ਼ਿੰਦਗੀ ਵਿੱਚ ਦੀ ਲੰਘ ਕੇ ਆਇਆ ਸੀ। ਮੇਰੀਆਂ ਅੱਖਾਂ ਅੱਗੇ ਲੋਕਾਂ ਦੀ ਗਰੀਬੀ ਤੇ ਮੰਦਹਾਲੀ ਘੁੰਮਦੀ ਰਹਿੰਦੀ ਸੀ। ਜਦੋਂ ਮੈਂ ਰਾਤ ਨੂੰ ਸੌਣ ਲੱਗਾ ਦਿਹਾੜੀ ਬੀਤੀ ਵੱਲ ਨਜ਼ਰ ਮਾਰਦਾ ਸਾਂ ਤਾਂ ਜੇ ਕੋਈ ਕੰਮ ਨਾ ਕੀਤਾ ਹੁੰਦਾ ਤਾਂ ਦਿਲ ਘਟਣ ਲੱਗ ਪੈਂਦਾ ਸੀ। ਦੂਸਰੇ ਦਿਨ ਦ੍ਰਿੜਤਾ ਨਾਲ ਇਸ ਕਮੀ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਸੀ। ਮੈਂ ਕੰਮ ਨਾ ਕਰਨਾ ਇਹਨਾਂ ਪੇਂਡੂ ਲੋਕਾਂ ਨੂੰ ਧੋਖਾ ਦੇਣਾ ਸਮਝਦਾ ਸੀ ਤੇ ਕੰਮ ਤੋਂ ਬਗੈਰ ਤਨਖਾਹ ਲੈਣਾ ਤੇ ਉਸ ਤਨਖਾਹ ਨਾਲ ਬੀਵੀ ਬੱਚਿਆਂ ਦਾ ਪੇਟ ਪਾਲਣਾ ਉਹਨਾਂ ਨੂੰ ਗਰੀਬਾਂ ਦਾ ਲਹੂ ਪਿਆਉਣ ਬਰਾਬਰ ਸਮਝਦਾ ਸੀ। ਤੇ ਹੁਣ ਤੱਕ ਮੇਰੇ ਵਿੱਚ ਇਹੋ ਅਹਿਸਾਸ ਕਾਇਮ ਹੈ ਜੋ ਕਿਸੇ ਵੀ ਧੋਣ ਨਾਲ ਧੋਤਾ ਨਹੀਂ ਗਿਆ। ਇਹ ਰੱਬ ਦੀ ਕਿਰਪਾ ਦਾ ਹੀ ਸਦਕਾ ਹੈ, ਨਹੀਂ ਤਾਂ ਬੁੱਧੀ ਭ੍ਰਿਸ਼ਟ ਹੋਣ ਨੂੰ ਕਿਹੜਾ ਕੋਈ ਦੇਰ ਲੱਗਦੀ ਹੈ। ਇਹੋ ਜਿਹੇ ਤਜਰਬਿਆਂ ਨੇ ਮੈਨੂੰ ਜ਼ਿੰਦਗੀ ਦੀਆਂ ਉੱਚੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਤੇ ਮੈਂ ਵਾਹ ਲੱਗਦੀ ਇਹ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਅੜਿੱਕਿਆਂ ਦਾ ਸ਼ਿਕਾਰ ਮੈਂ ਹੋਇਆ ਉਸ ਤੋਂ ਉਹਨਾਂ ਲੋਕਾਂ ਨੂੰ ਬਚਾ ਸਕਾਂ ਜਿਨ੍ਹਾਂ ਦਾ ਮੇਰੇ ਨਾਲ ਜਾਂ ਮੇਰੇ ਦਫ਼ਤਰ ਨਾਲ ਵਾਹ ਪਿਆ। ਮੈਂ ਕਿੱਥੋਂ ਤੱਕ ਕਾਮਯਾਬ ਹੋਇਆ ਇਹ ਤਾਂ ਉਹੀ ਦੱਸ ਸਕਦੇ ਨੇ ਜਿਨ੍ਹਾਂ ਦਾ ਵਾਹ ਮੇਰੇ ਨਾਲ ਪਿਆ। ਪਰ ਮੈਂ ਕਹਿ ਸਕਦਾ ਕਿ ਮੈਂ ਹਰ ਥਾਂ ਪੂਰੀ ਸੁਹਿਰਦਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰੀ ਕੰਮਾਂ ਦੀ ਇੱਕ ਹੋਰ ਮਿਸਾਲ ਦਿੰਦਾ। ਜਦ ਮੇਰੀ ਤਬਦੀਲੀ ਹੋਈ ਤੇ ਮੈਂ BDO ਦੇ ਦਫ਼ਤਰ 'ਚ ਐਕਸਟੈਂਸ਼ਨ ਅਫਸਰ ਲੱਗ ਗਿਆ ਤਾਂ ਉੱਥੇ ਹਰ ਮਹੀਨੇ ਕੰਮ ਦੀ ਰਿਪੋਰਟ ਦੇਣੀ ਹੁੰਦੀ ਸੀ। ਮੈਂ ਵੇਖਿਆ ਕਿ ਜੋ ਅੰਕੜੇ ਪਹਿਲੀਆਂ ਰਿਪੋਰਟਾਂ 'ਚ ਹਨ ਉਹ ਬੇਹੱਦ ਵਧਾ ਚੜ੍ਹਾ ਕੇ ਦਿੱਤੇ ਹੋਏ ਨੇ। ਇਹਨਾਂ ਅੰਕੜਿਆਂ ਦੀ ਕੋਈ ਸੁਰ ਨਹੀਂ ਬਣਦੀ। ਮਿਸਾਲ ਵਜੋਂ ਖਾਦ ਦੇ ਟੋਇਆਂ ਦੀ ਗਿਣਤੀ ਇੰਨੀ ਬੇਹੁਦਾ ਸੀ ਕਿ ਇੰਨੀ ਸ਼ਾਇਦ ਪਿੰਡ ਦੀ ਸ਼ਾਮਲਾਟ ਵੀ ਨਾ ਹੋਵੇ ਕਈ ਥਾਈਂ। ਪਰ ਮੈਂ ਕਾਫੀ ਤਲਖ ਤਜਰਬਿਆਂ ਵਿੱਚੋਂ ਦੀ ਲੰਘ ਚੁੱਕਾ ਸਾਂ ਤੇ ਅਫਸਰ ਵੀ ਇਸ ਤਬਦੀਲੀ ਨਾਲ ਕਾਫੀ ਨਾਰਾਜ਼ ਕਰ ਬੈਠਾ ਸਾਂ। ਮੈਂ ਆਪਣਾ ਜੋ ਕੰਮ ਕੀਤਾ ਉਹ ਪਹਿਲੇ ਅੰਕੜਿਆਂ 'ਚ ਜਮ੍ਹਾਂ ਕਰਕੇ ਭੇਜਦਾ ਰਿਹਾ। ਪਹਾੜਾਂ ਵਿੱਚ ਹਰ ਕੰਮ ਮੱਧਮ ਰਫ਼ਤਾਰ 'ਤੇ ਥੋੜ੍ਹਾ ਹੁੰਦਾ ਹੈ।
ਇੱਥੇ ਲੋਕਾਂ ਨੂੰ ਕਿਸੇ ਤਬਦੀਲੀ ਨਾਲ ਮਨਾਉਣਾ ਖਾਸ ਕਰਕੇ ਉਹਨਾਂ ਦਿਨਾਂ 'ਚ ਬਹੁਤ ਔਖਾ ਸੀ। ਪਰ ਮੁੱਖ ਦਫ਼ਤਰ ਅੰਕੜੇ ਮੈਦਾਨੀ ਇਲਾਕਿਆਂ ਵਾਂਗੂ ਚਾਹੁੰਦਾ ਸੀ। ਇਸ ਕਰਕੇ ਝੂਠੇ ਤੇ ਸਰਾਸਰ ਝੂਠੇ ਅੰਕੜੇ ਦਿੱਤੇ ਜਾਂਦੇ ਸਨ। ਮੈਨੂੰ ਯਾਦ ਹੈ ਇੱਕ ਸਾਲ ਉਹਨਾਂ ਦਿਨਾਂ ਵਿੱਚ ਜਦ ਪਸ਼ੂ ਪਾਲਣ ਵਿਭਾਗ ਨੇ ਵੱਛੜੇ ਖੱਸੀ ਕਰਨ ਦੇ ਅੰਕੜੇ ਪ੍ਰਾਂਤਕ ਪੱਧਰ 'ਤੇ ਇਕੱਠੇ ਕੀਤੇ ਤਾਂ ਪਤਾ ਲੱਗਾ ਕਿ ਇੰਨੀ ਤਾਂ ਪਸ਼ੂਆਂ ਦੀ ਕੁੱਲ ਆਬਾਦੀ ਵੀ ਨਹੀਂ ਸੀ ਸਾਰੇ ਪ੍ਰਾਂਤ ਵਿੱਚ। ਇਹ ਤਾਂ ਭਲਾ ਚੈੱਕ ਹੋ ਗਏ, ਪਰ ਖਾਦ ਦੇ ਟੋਇਆਂ ਦੀ ਗਿਣਤੀ ਚੈੱਕ ਕਰਨ ਦਾ ਤਾਂ ਕੋਈ ਸਾਧਨ ਹੀ ਨਹੀਂ ਸੀ। ਸੋ ਜੋ ਕਿਸੇ ਨੇ ਚਾਹਿਆ ਉਹੀ ਅੰਕੜੇ ਚੱਲਦੇ ਰਹੇ। ਥੋੜ੍ਹੀ ਦੇਰ ਬਾਅਦ ਮੇਰੀ ਉਹ ਅਸਾਮੀ ਤੋਂ ਬਦਲੀ ਹੋ ਗਈ ਤਾਂ ਇੱਕ ਹੋਰ ਨਵਾਂ ਐਕਸਟੈਂਸ਼ਨ ਅਫਸਰ ਆ ਗਿਆ। ਜਦ ਉਹ ਆਪਣੀ ਮਹੀਨਾਵਾਰੀ ਰਿਪੋਰਟ ਲਿਖਣ ਲੱਗਾ ਤਾਂ ਮੈਨੂੰ ਕਹਿੰਦਾ, ਇਹ ਅੰਕੜੇ ਤਾਂ ਬਹੁਤ ਗਲਤ ਨੇ, ਇਹਨਾਂ ਦਾ ਤਾਂ ਸਿਰ ਪੈਰ ਹੀ ਕੋਈ ਨਹੀਂ, ਖਾਦ ਦਾ ਟੋਇਆ ਤਾਂ ਮੈਂ ਕਿਤੇ ਵੇਖਿਆ ਹੀ ਨਹੀਂ। ਮੈਂ ਕਿਹਾ ਕਿ ਮੇਰੀ ਤਾਂ ਹਿੰਮਤ ਨਹੀਂ ਬਣੀ ਠੀਕ ਕਰਨ ਦੀ, ਤੂੰ ਕਰ ਦੇ ਜੇ ਕਰ ਸਕਦਾ ਤਾਂ। ਮੈਂ ਆਪਣਾ ਕੀਤਾ ਕੰਮ ਤੈਨੂੰ ਅੱਖੀਂ ਵਿਖਾ ਸਕਦਾ, ਇਦੋਂ ਅਗਾਂਹ ਮੈਂ ਕੁਝ ਨਹੀਂ ਕਰ ਸਕਦਾ। ਉਹਨੇ ਹੌਸਲਾ ਕਰਕੇ ਅੰਕੜੇ ਕਾਫੀ ਘਟਾ ਕੇ ਆਪਣੇ ਵੱਲੋਂ ਠੀਕ ਕਰਕੇ ਭੇਜ ਦਿੱਤੇ। ਤੀਸਰੇ ਚੌਥੇ ਦਿਨ ਮੁੱਖ ਦਫ਼ਤਰ ਤੋਂ ਤਾਰ ਆ ਗਈ ਕਿ ਦੱਸਿਆ ਜਾਏ ਕਿ ਅੰਕੜੇ ਕਿਵੇਂ ਘਟ ਗਏ। ਤੁਹਾਨੂੰ ਕੰਮ ਕਰਨ ਲਈ ਲਾਇਆ ਗਿਆ, ਕੰਮ ਬੰਦ ਕਰਨ ਲਈ ਨਹੀਂ। ਵਿਸਥਾਰ ਨਾਲ ਸੂਚਨਾ ਦਿੱਤੀ ਜਾਏ। ਉਹ ਵਿਚਾਰਾ ਫਸ ਗਿਆ। ਨਾ ਤਾਂ ਉਹ ਇਹ ਕਹਿ ਸਕਦਾ ਸੀ ਕਿ ਮੈਥੋਂ ਪਹਿਲੇ ਇਸ ਅਸਾਮੀ 'ਤੇ ਕੰਮ ਕਰਨ ਵਾਲੇ ਝੂਠ ਬੋਲ ਕੇ ਗਲਤ ਵਧਾ ਚੜ੍ਹਾ ਕੇ ਅੰਕੜੇ ਦੇ ਗਏ, ਅਤੇ ਨਾ ਹੀ ਇਹ ਕਹਿ ਸਕਦਾ ਸੀ ਕਿ ਮੈਂ ਗਲਤ ਹਾਂ। ਮੈਨੂੰ ਪੁੱਛਣ ਲੱਗਾ, ਹੁਣ ਕੀ ਕਰਾਂ? ਮੈਂ ਤਾਂ ਫਸ ਗਿਆ। ਆਪਾਂ ਸੋਚ ਕੇ ਇਹ ਜਵਾਬ ਦਿੱਤਾ ਕਿ ਪਹਿਲੇ ਅੰਕੜੇ ਕਿਸੇ ਹੋਰ ਰਿਪੋਰਟ 'ਚੋਂ ਗਲਤੀ ਨਾਲ ਚੁੱਕੇ ਗਏ, ਇਸ ਕਰਕੇ ਨਵੀਂ ਰਿਪੋਰਟ ਭੇਜ ਰਿਹਾ। ਇੰਜ ਜਾਨ ਛੁੱਟੀ ਉਸ ਵਿਚਾਰੇ ਦੀ। ਇਹ ਅੰਕੜੇ ਤਾਂ ਉੱਪਰ ਸਰਕਾਰੀ ਪੱਧਰ 'ਤੇ ਸੱਚ ਲੱਗਣ ਵਾਲਾ ਝੂਠਾ ਪ੍ਰਾਪੇਗੰਡਾ ਕਰਨ ਵਾਸਤੇ ਹੁੰਦੇ ਨੇ। ਕਦੀ ਕੋਈ ਨਿਰੀਖਣ ਨਹੀਂ ਕਰਦਾ ਕਿ ਅਸਲ 'ਚ ਹੋ ਕੀ ਰਿਹਾ। ਅਫਸਰਾਂ ਨੂੰ ਵਿਖਾਉਣ ਵਾਸਤੇ ਕੁਝ ਨਮੂਨੇ ਦੇ ਪਲਾਟ, 2-4 ਹਰ ਤਰ੍ਹਾਂ ਸਹਿਯੋਗ ਦੇਣ ਵਾਲੇ ਖਾਂਦੇ ਪੀਂਦੇ ਕਿਸਾਨਾਂ, ਜਿਨ੍ਹਾਂ ਨੂੰ ਮਹਿਕਮੇ ਵਾਲੇ ਕੁਝ ਨਾ ਕੁਝ ਹੱਥ ਝਾੜਦੇ ਹੀ ਰਹਿੰਦੇ ਹਨ, ਅਤੇ ਕੁਝ ਵਿਖਾਉਣ ਵਾਸਤੇ ਕੰਮ ਦੇ ਹੋਰ ਨਮੂਨੇ ਪਿੰਡਾਂ ਦੀ ਪੱਧਰ 'ਤੇ ਇਹ ਅਧਿਕਾਰੀ ਰੱਖਦੇ ਨੇ। ਬਾਕੀ ਤਾਂ ਕੁਝ ਕੇਸਾਂ ਨੂੰ ਛੱਡ ਕੇ ਚਿੱਟਾ ਝੂਠ ਹੀ ਹੁੰਦਾ। ਇਹੋ ਵਜ੍ਹਾ ਹੈ ਕਿ ਨਵੀਂ ਟੈਕਨੋਲੋਜੀ ਅਤੇ ਢੰਗ ਤਰੀਕੇ ਉਸ ਹੱਦ ਤੱਕ ਅਤੇ ਇੰਨੀ ਛੇਤੀ ਪਿੰਡਾਂ 'ਚ ਅਪਣਾਏ ਨਹੀਂ ਜਾਂਦੇ ਜਿੰਨੇ ਅਪਣਾਏ ਜਾ ਸਕਦੇ ਹਨ। ਕੰਮ ਘੱਟ ਹੁੰਦਾ, ਡਰਾਮੇਬਾਜ਼ੀ ਵੱਧ ਹੁੰਦੀ ਹੈ। ਇਸ ਪਿੰਡ ਪੱਧਰ 'ਤੇ ਲੰਮੇ ਤਜਰਬੇ ਨੇ ਮੈਨੂੰ ਬਹੁਤ ਕੰਮ ਦਿੱਤਾ। ਜਦ ਮੈਂ ਆਪਣੇ ਵਿਭਾਗ ਦੇ ਮੁਖੀ ਦੇ ਤੌਰ 'ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਕੰਮ ਕੀਤਾ, ਝੂਠ ਤੇ ਬਨਾਵਟ ਫੜਨ 'ਚ ਮੈਨੂੰ ਕੋਈ ਦਿੱਕਤ ਪੇਸ਼ ਨਹੀਂ ਸੀ ਆਉਂਦੀ। ਇਸ ਦੀਆਂ ਮਿਸਾਲਾਂ ਤਾਂ ਮੈਂ ਅਣਗਿਣਤ ਦੇ ਸਕਦਾ। ਇੱਕ ਉਦਾਹਰਣ ਹੀ ਸਾਬਤ ਕਰ ਦੇਗੀ ਕਿ ਸਰਕਾਰੀ ਦਫ਼ਤਰ ਤਾਂ ਛੱਡੋ, ਇੱਕ ਗਿਣਤੀ 'ਚ ਆਉਂਦੇ ਅਦਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਵੀ ਖੋਜਕਾਰ ਅਤੇ ਸੰਚਾਰ ਸੇਵਾ ਵਾਲੇ ਕਾਫੀ ਝੂਠ ਤੋਂ ਕੰਮ ਲੈਂਦੇ ਹਨ। ਮੈਂ ਫਿਰੋਜ਼ਪੁਰ ਵਿੱਚ ਇੱਕ ਪਿੰਡ ਪੱਧਰ ਦੀ ਜ਼ਿਮੀਂਦਾਰਾਂ ਦੇ ਖੇਤਾਂ 'ਤੇ ਕੀਤੀ ਜਾ ਰਹੀ ਖੋਜ ਦਾ ਕੰਮ ਵੇਖਣ ਗਿਆ। ਐਕਸਟੈਂਸ਼ਨ ਵਿਸ਼ੇਸ਼ੱਗ ਜੋ ਜ਼ਿੰਮੇਵਾਰ ਸੀ, ਉਹ ਮੈਨੂੰ ਕਿਸਾਨ ਦੇ ਖੇਤਾਂ 'ਚ ਲੈ ਗਿਆ। ਤਜਰਬੇ ਵਾਲੀ ਇੱਕ ਫਸਲ ਕੱਟ ਚੁੱਕੀ ਸੀ ਅਤੇ ਦੂਜੀ ਉਸੇ ਖੇਤ 'ਚ ਬੀਜੀ ਹੋਈ ਸੀ। ਉਹ ਅਧਿਕਾਰੀ ਮੈਨੂੰ ਸਾਰੇ ਖੇਤਾਂ 'ਚ ਘੁਮਾ ਫਿਰਾ ਕੇ ਇੱਕ ਚੰਗੀ ਫਸਲ ਵਾਲੇ ਖੇਤ 'ਚ ਲੈ ਗਿਆ ਅਤੇ ਕਹਿਣ ਲੱਗਾ ਕਿ ਇਹ ਖੇਤ ਹੈ ਤਜਰਬੇ ਹੇਠ। ਮੈਨੂੰ ਜਾਪਿਆ ਇਹ ਝੂਠ ਬੋਲਦਾ ਹੈ। ਮੈਂ 5-4 ਸਵਾਲ ਪੁੱਛੇ ਤਾਂ ਤਸੱਲੀ ਵਾਲਾ ਜਵਾਬ ਵੀ ਨਾ ਦੇ ਸਕਿਆ। ਇੰਨੇ ਨੂੰ ਉਹਦੀ ਮਾੜੀ ਕਿਸਮਤ ਨੂੰ ਉਹ ਕਿਸਾਨ ਵੀ ਆ ਗਿਆ। ਉਹ ਤੋਂ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਜੀ ਖੇਤ ਇਹ ਨਹੀਂ, ਉਹ ਦੂਜਾ ਹੈ। ਇਸ ਅਫਸਰ ਨੇ ਸਿਰਫ ਬੀਜ, ਖਾਦ ਅਤੇ ਦਵਾਈ ਦਿੱਤੀ ਸੀ। ਇੱਕ ਵਾਰ ਵੀ ਬਿਜਾਈ, ਕਟਾਈ ਜਾਂ ਪਲ ਰਹੀ ਫਸਲ ਵੇਖਣ ਨਹੀਂ ਸੀ ਆਇਆ। ਪਿੱਛੋਂ ਪਤਾ ਲੱਗਾ ਕਿ 10 ਤਜਰਬਿਆਂ ਵਿੱਚੋਂ ਉਹਨੇ ਸਿਰਫ ਇੱਕ ਦੀ ਬਿਜਾਈ ਵੇਖੀ ਸੀ ਅਤੇ ਹੋਰ ਕਿਸੇ ਥਾਂ ਵੀ ਕੁਝ ਨਹੀਂ ਸੀ ਵੇਖਿਆ। ਇੱਕ ਹੋਰ ਥਾਂ ਇੱਕ ਅਫਸਰ ਨੇ ਜ਼ਿਮੀਂਦਾਰ ਦੀ ਜ਼ਮੀਨ ਤੱਕ ਵੀ ਨਹੀਂ ਸੀ ਵੇਖੀ। ਕਿਸੇ ਹੋਰ ਕਿਸਾਨ ਦੇ ਖੇਤ ਵਿੱਚ ਬਰਸੀਮ ਦੀ ਬਜਾਏ ਮੈਨੂੰ ਸਿੰਜੀ ਦੀ ਫਸਲ ਹੀ ਵਿਖਾਈ ਜਾਵੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਖੋਜਕਾਰ ਜਾਂ ਸੰਚਾਰ ਸੇਵਾ ਵਾਲੇ ਇੰਜ ਕਰਦੇ ਹਨ ਜਾਂ ਸਾਰੇ ਇੱਦਾਂ ਦੇ ਹੁੰਦੇ ਨੇ। ਮੈਨੂੰ ਵਿਸ਼ਵਾਸ ਹੈ ਕਿ ਜੇ ਕੁਝ ਲੋਕ ਆਪਣੀ ਆਤਮਾ ਦੀ ਆਵਾਜ਼ ਸੁਣ ਇਮਾਨਦਾਰੀ ਨਾਲ ਕੰਮ ਨਾ ਕਰਦੇ ਤਾਂ ਪੰਜਾਬ ਅਤੇ ਹੋਰ ਥਾਵਾਂ 'ਤੇ ਖੇਤੀ ਇੰਨੀ ਤਰੱਕੀ ਨਾ ਕਰਦੀ। ਪਰ ਬੇਈਮਾਨਾਂ ਅਤੇ ਕੰਮ ਚੋਰਾਂ ਦੀ ਗਿਣਤੀ ਵੱਧ ਹੈ ਅਤੇ ਦਿਨੋਂ ਦਿਨ ਵੱਧਦੀ ਗਈ ਹੈ। ਇਸ ਦੇਸ਼ 'ਚ ਸਾਧਨ ਬਹੁਤ ਹਨ, ਇਮਾਨਦਾਰ ਸ਼ਹਿਰੀ ਘੱਟ ਨੇ ਅਤੇ ਇਹਨਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ। ਇਹ ਸਾਡੇ ਸਮਾਜ ਦਾ ਸੰਤਾਪ ਹੈ। ਇਸ ਮੁਲਕ ਵਿੱਚ ਨੌਕਰੀ ਜਾਂ ਪਦਵੀ ਉਹ ਚੰਗੀ ਗਿਣੀ ਜਾਂਦੀ ਹੈ ਜਿੱਥੇ ਕੰਮ ਘੱਟ, ਹੈਂਕੜ ਜ਼ਿਆਦਾ, ਤਨਖਾਹ ਅਤੇ ਉੱਪਰਲੀ ਆਮਦਨ ਵੱਧ ਹੋਵੇ। ਆਮ ਤੌਰ 'ਤੇ ਤੁਸੀਂ ਸਵਾਲ ਕਰੋ ਕਿ ਨੌਕਰੀ ਕਿਹੋ ਜਿਹੀ ਹੈ ਤਾਂ ਜਵਾਬ ਮਿਲੇਗਾ ਕਿ ਜੀ ਪੁੱਛੋ ਨਾ, ਮੌਜਾਂ ਨੇ, ਕੋਈ ਕੰਮ ਨਹੀਂ, ਵਿਹਲੇ ਰਹੀਦਾ। ਇਹੋ ਜਿਹੇ ਲੋਕ ਭ੍ਰਿਸ਼ਟਾਚਾਰ ਰਾਹੀਂ ਇਕੱਠੇ
ਕੀਤੇ ਧਨ ਮਾਲ ਦੀ ਨੁਮਾਇਸ਼ ਕਰਨ ਵਿੱਚ ਵੀ ਕੋਈ ਝਿਜਕ ਜਾਂ ਸ਼ਰਮ ਮਹਿਸੂਸ ਨਹੀਂ ਕਰਦੇ। ਇਹੋ ਜਿਹੇ ਲੋਕਾਂ ਦੀ ਸਗੋਂ ਧਨ ਕਰਕੇ ਸਮਾਜ ਵਿੱਚ ਇੱਜ਼ਤ ਹੁੰਦੀ ਹੈ, ਭਾਵੇਂ ਝੂਠੀ ਹੋਵੇ। ਇਹ ਨਹੀਂ ਕਿ ਬਾਹਰਲੇ ਮੁਲਕਾਂ 'ਚ ਇਹੋ ਜਿਹੇ ਬੇਈਮਾਨ ਨਹੀਂ ਹਨ ਜਾਂ ਲੋਕ ਕਮਚੋਰ ਨਹੀਂ ਹਨ, ਪਰ ਇਹਨਾਂ ਦੀ ਗਿਣਤੀ ਸਾਡੀ ਗਿਣਤੀ ਨਾਲੋਂ ਬਹੁਤ ਘੱਟ ਹੈ। ਉੱਨਤ ਮੁਲਕਾਂ 'ਚ ਮਿਹਨਤ ਕੀਤੇ ਬਗੈਰ ਬੰਦਾ ਬਚ ਹੀ ਨਹੀਂ ਸਕਦਾ। ਜੋ ਬੇਈਮਾਨ ਜਾਂ ਕਮਜ਼ੋਰ ਹਨ, ਉਹ ਮਾਣ ਨਾਲ ਇਹ ਨਹੀਂ ਕਹਿ ਸਕਦੇ ਕਿ ਉਹ ਕੰਮ ਨਹੀਂ ਕਰਦੇ ਜਾਂ ਉਹਨਾਂ ਕੋਲ ਕੋਈ ਕੰਮ ਨਹੀਂ ਹੈ। ਅਮਰੀਕਾ ਵਿੱਚ ਮੈਂ ਯੂਨੀਵਰਸਿਟੀਆਂ 'ਚ ਦੇਖਿਆ ਕਿ ਜੋ ਲੋਕ ਕਮਜ਼ੋਰ ਵੀ ਹਨ, ਉਹ ਵੀ ਜਦ ਦਫ਼ਤਰੋਂ ਬਾਹਰ ਨਿਕਲਣਗੇ ਤਾਂ ਫਾਈਲਾਂ ਕਿਤਾਬਾਂ ਚੁੱਕ ਕੇ ਇੰਝ ਦੌੜਨਗੇ ਜਿਵੇਂ ਕਿ ਉਹ ਬਹੁਤ ਹੀ ਮਸ਼ਗੂਲ ਹਨ, ਉਹਨਾਂ ਕੋਲ ਤਾਂ ਵਕਤ ਹੀ ਨਹੀਂ। ਉਹਨਾਂ ਮੁਲਕਾਂ ਵਿੱਚ ਕੋਈ ਇਹ ਕਹਿਣ ਜਾਂ ਦਰਸਾਉਣ ਦੀ ਹਿੰਮਤ ਹੀ ਨਹੀਂ ਕਰ ਸਕਦਾ ਕਿ ਉਹਨਾਂ ਕੋਲ ਕੰਮ ਨਹੀਂ। ਮੇਰੇ ਵਿਚਾਰ ਵਿੱਚ ਇਹ ਮੈਂ ਆਪਣੇ ਲੰਮੇ ਤਜਰਬੇ ਤੋਂ ਕਹਿ ਸਕਦਾ, ਬੇਈਮਾਨੀ ਅਤੇ ਕਮਚੋਰੀ ਹਰ ਸਮਾਜ ਵਿੱਚ ਹੈ, ਪਰ ਜਿਸ ਸਮਾਜ ਵਿੱਚ ਬੇਈਮਾਨ ਦੀ ਇੱਜ਼ਤ ਮਾਣ ਹੋਵੇ, ਇਹ ਜਾਣਦਿਆਂ ਵੀ ਕਿ ਉਹ ਬੇਈਮਾਨ ਹੈ, ਅਤੇ ਜਿਸ ਸਮਾਜ ਵਿੱਚ ਕਮਚੋਰ ਹੈਂਕੜ ਅਤੇ ਮਾਣ ਨਾਲ ਇਹ ਕਹਿਣ 'ਚ ਵੱਡਪਣ ਮਹਿਸੂਸ ਕਰਦਾ ਹੋਵੇ ਕਿ ਉਹ ਕੰਮ ਨਹੀਂ ਕਰਦਾ, ਉਸ ਸਮਾਜ ਦਾ ਤਾਂ ਰੱਬ ਹੀ ਰੱਖਾ ਹੈ। ਉਸ ਸਮਾਜ ਦਾ ਕੋਈ ਭਵਿੱਖ ਨਹੀਂ ਹੁੰਦਾ। ਇਸ ਪੱਖੋਂ ਸਾਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਸਾਡੇ ਸਮਾਜ ਦਾ ਕੀ ਬਣੇਗਾ। ਨਹੀਂ ਤਾਂ ਸਮਾਜਿਕ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਨਿਘਾਰ ਸਾਨੂੰ ਛੇਤੀ ਲੈ ਡੁੱਬੇਗਾ। ਸਪੂਰਨ ਰਹਿੰਦਿਆਂ MSc ਪਾਸ ਕਰਨ ਤੋਂ ਬਾਅਦ ਮੈਂ ਪ੍ਰਾਈਵੇਟ ਤੌਰ 'ਤੇ MA ਇਕਨੋਮਿਕਸ ਵੀ ਕਰ ਲਈ। ਇੱਕੋ ਸਾਲ 1966 'ਚ ਮੈਂ 2 ਮਾਸਟਰ ਪੱਧਰ ਦੀਆਂ ਡਿਗਰੀਆਂ ਦੇ ਇਮਤਿਹਾਨ ਪਾਸ ਕੀਤੇ। ਮੇਰੀ MA ਕਰਨ ਦੀ ਵੀ ਬੜੀ ਅਜੀਬ ਕਹਾਣੀ ਹੈ। ਅਪ੍ਰੈਲ 'ਚ MSc ਦਾ ਇਮਤਿਹਾਨ ਦੇ ਮੈਂ MA ਦਾ ਇਮਤਿਹਾਨ ਸਤੰਬਰ 'ਚ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਹੁਣ ਤੱਕ ਨੌਕਰੀ ਦੇ ਮਾਮਲੇ 'ਚ ਮੈਂ ਕਾਫੀ ਹੁਸ਼ਿਆਰ ਹੋ ਚੁੱਕਾ ਸੀ। ਮੈਨੂੰ ਪਤਾ ਸੀ ਕਿ ਮੇਰੇ ਅਫਸਰ ਨੇ ਹਰ ਅੜਿੱਕਾ ਪਾਉਣਾ। ਜਦ ਇਹ ਅਫਸਰ ਇੱਕ ਦਿਨ ਸਪੂਰਨ ਆਇਆ ਤਾਂ ਮੈਂ ਤੇ ਮਨੀ ਸਿੰਘ ਨੇ ਪੁੱਛਿਆ ਕਿ ਵਿਸਕੀ ਪੀਓਗੇ? ਕਹਿਣ ਲੱਗਾ ਕਿ ਰਹਿਣ ਦਿਓ, ਮੈਂ ਤਾਂ ਸਿਰਫ ਸਕੌਚ ਵਿਸਕੀ ਪੀਂਦਾ। ਅਸੀਂ ਮਤਲਬ ਸਮਝ ਗਏ। ਅੱਧੇ ਮਹੀਨੇ ਦੀ ਤਨਖਾਹ ਖਰਚ ਕੇ ਮੈਂ ਵਿਸਕੀ ਦੀ ਬੋਤਲ ਖਰੀਦ ਲਿਆਇਆ। ਮਹਿੰਗੀ ਬਹੁਤ ਸੀ, ਮੇਰੇ ਤਾਂ ਸੰਗ 'ਚ ਲੰਘਦੀ ਨਹੀਂ ਸੀ। ਅੱਧੀ ਤਨਖਾਹ ਹੀ ਪੱਲੇ ਰਹਿ ਗਈ ਸੀ ਬੀਵੀ ਬੱਚਿਆਂ ਨੂੰ ਸਾਰਾ ਮਹੀਨਾ ਰੋਟੀ ਖਵਾਉਣ ਲਈ। ਖੈਰ ਅਫਸਰ ਨੇ ਬੋਤਲ ਖਾਲੀ ਕਰਕੇ ਸਾਹ ਲਿਆ। ਸ਼ਰਾਬ ਵਿੱਚ ਧੁੱਤ ਹੋ ਕੇ ਅਫਸਰ ਸਾਹਿਬ ਨੇ ਰੋਟੀ ਤਾਂ ਖਾਧੀ ਨਾ ਅਤੇ ਲੱਗ ਪਿਆ ਜਰਮਨਾਂ ਦੇ ਖਿਲਾਫ ਫੌਜਾਂ ਦੀ ਕਮਾਂਡ ਕਰਨ। ਮਨੀ ਸਿੰਘ ਕਾਫੀ ਹੰਢਿਆ ਹੋਇਆ ਆਦਮੀ ਸੀ। ਕਹਿਣ ਲੱਗਾ ਕਿ ਹੁਣ ਮੌਕਾ ਹੈ, ਇਹ ਤੂੰ ਆਪਣੇ ਦਾਖਲੇ ਦੇ ਫਾਰਮਾਂ ਉੱਤੇ ਦਸਖਤ ਕਰਵਾ ਲੈ। ਮੈਨੂੰ ਬੜਾ ਡਰ ਲੱਗਾ, ਪਰ ਉਹਨੇ ਕਿਹਾ ਜਨਾਬ ਹਜ਼ੂਰ ਇਸ ਮੁੰਡੇ ਦਾ ਵੀ ਕੰਮ ਕਰ ਦਿਓ। ਉਹ ਬੋਲਿਆ ਲਿਆਓ ਕੀ ਕਰਾਉਣਾ। ਮਨੀ ਸਿੰਘ ਨੇ ਉਹਦਾ ਹੀ ਪੈਨ ਲੈ ਕੇ ਫਾਰਮ ਅੱਗੇ ਕਰ ਦਿੱਤੇ ਤਾਂ ਉਹਨੇ ਦਸਖਤ ਕਰ ਦਿੱਤੇ। ਮੈਂ 2-4 ਦਿਨਾਂ ਬਾਅਦ ਜਾ ਕੇ ਨਾਭੇ ਮੁੱਖ ਦਫ਼ਤਰ 'ਚੋਂ ਮੋਹਰਾਂ ਲਗਵਾ ਲਿਆਇਆ। ਇੰਝ ਭੇਜਿਆ ਮੈਂ MA ਦਾ ਦਾਖਲਾ। ਪਰ ਫਿਰ ਮੇਰੇ ਖਿਆਲ ਵਿੱਚ ਮੇਰੀ ਇੱਕ ਕਿਸਮ ਦੀ ਬੇਈਮਾਨੀ ਹੀ ਸੀ, ਪਰ ਕੀਤੀ ਚੰਗੇ ਕੰਮ ਲਈ ਸੀ। ਹਾਲੇ ਵੀ ਮੈਨੂੰ ਇਹ ਖਟਕਦੀ ਹੈ, ਪਰ ਇਸ ਤੋਂ ਬਗੈਰ ਸ਼ਾਇਦ ਮੈਂ MA ਹੀ ਨਾ ਕਰ ਸਕਦਾ। ਅਫਸਰ ਨੂੰ ਵੀ ਇਹ ਪਤਾ ਲੱਗ ਗਿਆ ਕਿ ਉਹ ਦਾਖਲੇ ਦੇ ਫਾਰਮ 'ਤੇ ਦਸਖਤ ਕਰ ਬੈਠਾ ਹੈ। ਮੇਰੇ ਵੀ ਦਿਲ ਵਿੱਚ ਸੀ ਕਿ ਕਿਸੇ ਨਾ ਕਿਸੇ ਤਰੀਕੇ ਮੈਨੂੰ ਇਮਤਿਹਾਨ ਦੇਣ ਤੋਂ ਰੋਕੇਗਾ। ਮੇਰੇ ਕਰਮਾਂ ਨੂੰ ਗਰਮੀਆਂ ਵਿੱਚ ਇਮਤਿਹਾਨ ਦੇ ਪਰਚੇ ਦੁਪਹਿਰੋਂ ਬਾਅਦ 2 ਵਜੇ ਸ਼ੁਰੂ ਹੁੰਦੇ ਸਨ। ਦਫ਼ਤਰ 1:30 ਵਜੇ ਤੋਂ ਬਾਅਦ ਖਤਮ ਹੋ ਜਾਂਦਾ ਸੀ, ਇਸ ਕਰਕੇ ਮੈਨੂੰ ਛੁੱਟੀ ਮੰਗਣੀ ਨਾ ਪਈ। ਪਰ ਐਨ ਉਸ ਦਿਨ ਜਦ ਪਹਿਲਾ ਪਰਚਾ ਹੋਣਾ ਸੀ, ਤਾਰ ਆ ਗਈ ਕਿ ਨਾਭੇ ਮੀਟਿੰਗ 'ਤੇ ਹਾਜ਼ਰ ਹੋ। ਮੈਨੂੰ ਇਹ ਖਟਕਾ ਪਹਿਲੋਂ ਹੀ ਸੀ। ਮੈਂ ਹਸਪਤਾਲ ਵਿੱਚੋਂ 5-6 ਦਿਨਾਂ ਦਾ ਸਖਤ ਪੇਚਿਸ਼ ਦੀ ਬਿਮਾਰੀ ਦੀ ਦਵਾਈ ਲਿਆਉਂਦਾ ਸਾਂ, ਪਰ ਖਾਂਦਾ ਨਹੀਂ ਸੀ। ਸੋ ਮੈਂ ਤਾਰ ਦਾ ਜਵਾਬ ਦਿੱਤਾ ਕਿ ਬਿਮਾਰ ਆ, ਸਫ਼ਰ ਨਹੀਂ ਕਰ ਸਕਦਾ। ਇਹ ਅਫਸਰ ਡਿਗਰੀ ਮਿਲ ਜਾਣ ਤੋਂ ਬਾਅਦ ਵੀ ਯੂਨੀਵਰਸਿਟੀ ਵਿੱਚ ਜਾ ਕੇ ਕੋਸ਼ਿਸ਼ ਕਰਦਾ ਰਿਹਾ ਕਿ ਕਿਸੇ ਤਰ੍ਹਾਂ ਡਿਗਰੀ ਵਾਪਸ ਹੋ ਜਾਏ, ਪਰ ਜਵਾਬ ਮਿਲਿਆ ਕਿ ਡਿਗਰੀ ਯੂਨੀਵਰਸਿਟੀ ਵੱਲੋਂ ਬਖਸ਼ੀ ਨਹੀਂ ਜਾਂਦੀ, ਇਹ ਇਮਤਿਹਾਨ ਦੇ ਕੇ ਹਾਸਲ ਕੀਤੀ ਜਾਂਦੀ ਹੈ। ਇਹਨਾਂ ਮੁਸ਼ਕਲਾਂ ਨਾਲ ਮੇਰੀ MA ਅਤੇ MSc ਦੀ ਪੜ੍ਹਾਈ ਮੁਕੰਮਲ ਹੋਣ ਦਾ ਅਸਰ ਮੇਰੇ ਉੱਤੇ ਇਹ ਹੋਇਆ ਕਿ ਜਿੱਥੇ ਵੀ ਕਿਸੇ ਦੀ ਵਿੱਦਿਆ ਦਾ ਸਵਾਲ ਆਇਆ, ਮੈਂ ਉਹਦੀ ਮਦਦ ਕੀਤੀ ਅਤੇ ਅੜਿੱਕੇ ਦੂਰ ਕੀਤੇ। ਇੱਕ ਨੌਜਵਾਨ ਨੂੰ ਜੇਲ੍ਹ 'ਚ ਬੈਠਿਆਂ ਰਾਇਤਾਂ ਦੇ ਕੇ ਜੋਗਰਾਫੀ ਦੀ MA ਕਰਵਾਈ। ਜੇਲ੍ਹਾਂ 'ਚ ਫੜੇ ਮੁੰਡਿਆਂ ਲਈ ਜੇਲ੍ਹਾਂ ਵਿੱਚ ਇਮਤਿਹਾਨ ਦੇ ਸੈਂਟਰ ਬਣਾਏ। ਇੱਕ ਕੰਪਾਊਂਡਰ ਮੁੰਡੇ ਨੂੰ ਖਾਸ ਸਹੂਲਤਾਂ ਦੇ ਕੇ MBA ਦੀ ਡਿਗਰੀ ਕਰਵਾਈ। ਬੇਸ਼ੁਮਾਰ ਬੱਚਿਆਂ ਦੀ ਇਸ ਤਰ੍ਹਾਂ ਮੈਂ ਮਦਦ ਕਰ ਸਕਿਆ। ਜਿੱਥੇ ਵੀ ਕੋਈ ਬੱਚਾ ਹੋਣਹਾਰ ਹੋਵੇ, ਪੜ੍ਹਨਾ ਚਾਹੇ, ਵਾਹ ਲੱਗਦੀ ਉਹਦੇ ਰਾਹ 'ਚੋਂ ਰੁਕਾਵਟਾਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਤੇ ਅੱਜ ਮੈਂ ਜਦ ਉਹਨਾਂ ਬੱਚਿਆਂ ਨੂੰ ਉੱਚ ਪਦਵੀਆਂ 'ਤੇ ਵੇਖਦਾ ਤਾਂ ਜ਼ਿੰਦਗੀ ਸਫਲ ਹੋਈ ਮਹਿਸੂਸ ਹੁੰਦੀ ਹੈ। ਇਹ ਖੁਸ਼ੀ ਸਿਰਫ ਮਾਣੀ ਜਾ ਸਕਦੀ ਹੈ, ਬਿਆਨ ਕਰਨੀ ਔਖੀ ਹੈ। ਮੈਂ ਸੋਚਦਾ ਜੇ ਕੋਈ ਕਿਸੇ ਦਾ ਬੁਰਾ ਸੋਚਦਾ ਹੈ
ਤਾਂ ਉਹਦਾ ਅੰਦਰ ਪਹਿਲਾਂ ਉਸ ਬੁਰਾਈ ਨਾਲ ਭਰਦਾ ਹੈ। ਜੇ ਕੋਈ ਗੰਦ ਬਕਦਾ ਤਾਂ ਪਹਿਲਾਂ ਉਹਦੇ ਅੰਦਰ ਉਹ ਗੰਦ ਪੈਦਾ ਹੁੰਦਾ ਹੈ। ਉਹਦੀ ਸੜਿਆਣੀ ਉਹਦੇ ਮੂੰਹ ਥਾਈਂ ਬਾਹਰ ਆਉਂਦੀ ਹੈ। ਇਸੇ ਤਰ੍ਹਾਂ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਪਹਿਲਾਂ ਉਸ ਇਨਸਾਨ ਦਾ ਅੰਦਰ ਚੰਗੇ ਵਿਚਾਰਾਂ ਨਾਲ ਭਰਦਾ ਹੈ। ਜੇ ਉਹ ਸੱਚੇ ਸੁੱਚੇ ਅਤੇ ਮਿੱਠੇ ਬੋਲ ਬੋਲਦਾ ਹੈ ਤਾਂ ਉਹਦਾ ਆਪਣਾ ਅੰਦਰ ਪਹਿਲਾਂ ਉਸ ਸੱਚ ਨਾਲ ਖਿੜਦਾ ਹੈ, ਤਾਂ ਉਹਦੇ ਮੂੰਹੋਂ ਖੁਸ਼ਬੂ ਫੁੱਟਦੀ ਹੈ। ਤਰਸ ਆਉਂਦਾ ਹੈ ਉਹਨਾਂ ਵਿਅਕਤੀਆਂ 'ਤੇ ਜੋ ਬੁਰਾ ਸੋਚਦੇ ਨੇ, ਬੁਰਾ ਲੋੜਦੇ ਨੇ, ਗੰਦਾ ਬੋਲਦੇ ਨੇ। ਇਹਨਾਂ ਲੋਕਾਂ ਉੱਤੇ ਗੁੱਸਾ ਤਾਂ ਆਉਂਦਾ, ਪਰ ਵਾਹ ਲੱਗਦੀ ਗੁੱਸਾ ਨਹੀਂ ਕਰਨਾ ਚਾਹੀਦਾ, ਸਗੋਂ ਤਰਸ ਆਉਣਾ ਚਾਹੀਦਾ ਹੈ ਇਹਨਾਂ ਦੀ ਮਾਨਸਿਕਤਾ 'ਤੇ ਜੋ ਬਿਮਾਰ ਹੁੰਦੀ ਹੈ। ਇਸ ਜਗ੍ਹਾ 'ਤੇ ਸਾਡੇ 5 ਜਣਿਆਂ ਦੀ ਜੁੰਡਲੀ ਹੁੰਦੀ ਸੀ। ਮੈਂ, ਮਨੀ ਸਿੰਘ, 2 ਬਲਬੀਰ ਸਿੰਘ ਜੋ ਹਾਕੀ ਦੇ ਚੰਗੇ ਪਲੇਅਰ ਰਹਿ ਚੁੱਕੇ ਹਨ ਅਤੇ ਐਗਰੀਕਲਚਰ ਇੰਸਪੈਕਟਰ ਸਨ, ਅਤੇ ਡੰਗਰਾਂ ਦਾ ਡਾਕਟਰ ਮਿਹਰ ਸਿੰਘ ਜੋ ਬਾਅਦ 'ਚ ਮੇਜਰ ਜਨਰਲ ਰਿਟਾਇਰ ਹੋਇਆ। ਕਾਫੀ ਭੋਲੀਆਂ ਭਾਲੀਆਂ ਅਤੇ ਕਿਸੇ ਨੂੰ ਨੁਕਸਾਨ ਨਾ ਦੇਣ ਵਾਲੀਆਂ ਸ਼ਰਾਰਤਾਂ ਦੀ ਆਦਤ ਹਾਲੇ ਗਈ ਨਹੀਂ ਸੀ। ਇੱਕ ਦਿਨ ਮਤਾ ਪਕਾਇਆ ਕਿ ਸੋਲਨ ਇੱਕ ਹਲਵਾਈ ਦੀ ਦੁਕਾਨ ਤੋਂ ਮਠਿਆਈ ਚੁਰਾਈ ਜਾਏ। ਇਹ ਹਲਵਾਈ ਬਹੁਤ ਮਹਿੰਗੀ ਮਠਿਆਈ ਵੇਚਦਾ ਸੀ, ਕਿਉਂਕਿ ਦੁਕਾਨ ਬੱਸ ਅੱਡੇ ਉੱਤੇ ਸੀ। ਹਲਵਾਈ ਜ਼ਰਾ ਅੰਦਰ ਕਰਕੇ ਬੈਠਦਾ ਸੀ। ਅਸੀਂ 4 ਜਣੇ ਸਾਹਮਣੇ ਮਠਿਆਈ ਦੇ ਥਾਲਾਂ ਨਾਲ ਖੜ ਗਏ ਅਤੇ ਇਕੱਲੀ ਇਕੱਲੀ ਮਠਿਆਈ ਦਾ ਭਾਅ ਪੁੱਛੀਏ ਅਤੇ ਗੱਲਾਂ ਕਰੀਏ। ਬਲਬੀਰ ਇੱਕ ਪਾਸੇ ਪਿੱਛੇ ਬਾਹਰ ਖੜਾ ਹੋ ਗਿਆ, ਜਿੱਥੇ ਉਹ ਹਲਵਾਈ ਨੂੰ ਦਿਖਦਾ ਨਹੀਂ ਸੀ। ਜਦ ਹਲਵਾਈ ਦਾ ਧਿਆਨ ਮਾੜਾ ਜਿਹਾ ਵੀ ਇੱਧਰ ਉੱਧਰ ਹੋਵੇ, ਬਲਬੀਰ ਅਤੇ ਮਹਿਰ ਸਿੰਘ ਮਠਿਆਈ ਦਾ ਟੁਕੜਾ ਜਾਂ ਲੱਡੂ ਚੁੱਕ ਕੇ ਬਾਹਰ ਖੜੇ ਬਲਬੀਰ ਵੱਲ ਸੁੱਟ ਦੇਣ। ਉਹ ਗੇਂਦ ਵਾਂਗੂ ਬੋਚ ਕੇ ਜੇਬ 'ਚ ਪਾ ਲਏ। ਇਸ ਤਰ੍ਹਾਂ ਪੈਂਟ ਦੀਆਂ ਦੋਵੇਂ ਜੇਬਾਂ ਉਹਨੇ ਭਰ ਲਈਆਂ, ਅਤੇ ਜਦ ਅਸੀਂ ਬਾਹਰ ਨਿਕਲੇ ਤਾਂ ਉਹ ਦੌੜ ਗਿਆ, ਸਾਰੀ ਮਠਿਆਈ ਖਾ ਗਿਆ। ਮਸਾਂ ਇੱਕ ਇੱਕ ਟੁਕੜਾ ਸਾਡੇ ਪੱਲੇ ਪਿਆ। ਸੋਚਦਾ ਉਸ ਵੇਲੇ ਅਸੀਂ ਸਾਰੇ ਅਫਸਰ ਲੱਗੇ ਹੋਏ ਸੀ, ਇਲਾਕੇ 'ਚ ਗਿਣੇ ਮਿਣੇ ਬੰਦਿਆਂ 'ਚ ਸਾਂ। ਜੇ ਚੋਰੀ ਕਰਦੇ ਇੰਝ ਫੜੇ ਜਾਂਦੇ ਤਾਂ ਬੜੀ ਬੇਇੱਜ਼ਤੀ ਹੋਣੀ ਸੀ। ਭਾਵੇਂ 2 ਜਾਂ 3 ਜਾਂ 21 ਇਸ ਤਰ੍ਹਾਂ ਫੜਿਆ ਜਾਂਦਾ ਤਾਂ ਬਦਨਾਮੀ ਤਾਂ ਸਾਰਿਆਂ ਦੀ ਹੋਣੀ ਸੀ। ਉਸ ਵਕਤ ਇਹ ਸੋਚਾਂ ਮਨ 'ਚ ਆਈਆਂ ਹੀ ਨਹੀਂ। ਮੈਂ ਤਾਂ ਇਸ ਮਾਮਲੇ 'ਚ ਕਾਫੀ ਡਰਪੋਕ ਸਾਂ ਅਤੇ ਕੋਈ ਮਠਿਆਈ ਦਾ ਟੁਕੜਾ ਚੁੱਕ ਹੀ ਨਾ ਸਕਿਆ। ਹੁਣ ਵੀ ਮਹਿਸੂਸ ਕਰਦਾ ਕਿ ਕਿੱਡੀ ਬੇਵਕੂਫੀ ਸੀ, ਪਰ ਇਹਦੀ ਸਮਝ ਹੀ ਨਹੀਂ ਸੀ। ਇਸ ਕਰਕੇ ਜੇ ਹੁਣ ਕਦੀ ਕੋਈ ਬੱਚਾ ਜਾਂ ਨੌਜਵਾਨ ਇਹੋ ਜਿਹੀ ਸ਼ਰਾਰਤ ਜਾਂ ਗਲਤੀ ਕਰਦਾ ਹੈ ਤਾਂ ਮੈਂ ਉੱਤੋਂ ਹੀ ਗੁੱਸੇ ਹੁੰਦਾ, ਦਿਲੋਂ ਤਾਂ ਫੌਰਨ ਮਾਫ਼ ਕਰ ਦਿੰਦਾ। ਆਪਣਾ ਵਕਤ ਯਾਦ ਆ ਜਾਂਦਾ ਹੈ। ਇੱਕ ਵਾਰ ਜਦ ਮੈਂ ਬਾਅਦ 'ਚ 1980 'ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਖੋਜ ਨਿਰਦੇਸ਼ਕ ਡਾਇਰੈਕਟਰ ਰਿਸਰਚ ਸਾਂ, ਤਾਂ ਇੱਕ ਕੇਸ ਅਕੈਡਮਿਕ ਕੌਂਸਲ 'ਚ ਪੇਸ਼ ਹੋਇਆ ਕਿ ਮੁੰਡਿਆਂ ਨੇ ਬਾਗ ਵਿੱਚੋਂ ਮਾਲਟੇ ਤੋੜੇ ਹਨ ਅਤੇ ਫੜੇ ਗਏ ਹਨ। ਉਹ ਕਿਉਂਕਿ ਤਜਰਬੇ ਵਾਲਾ ਬਾਗ ਸੀ, ਇਸ ਨਾਲ ਖੋਜ ਤਜਰਬੇ 'ਤੇ ਵੀ ਅਸਰ ਪਿਆ। ਸਾਰੇ ਗਰਮਾ ਗਰਮ ਸਲਾਹਾਂ ਦੇਣ ਲੱਗੇ ਕਿ ਜੀ ਮੁੰਡਿਆਂ ਨੂੰ ਇੱਕ ਟਰਾਈਮੈਸਟਰ ਲਈ ਕੱਢ ਦਿੱਤਾ ਜਾਏ। ਕਾਫੀ ਦੇਰ ਸੁਣਨ ਤੋਂ ਬਾਅਦ ਮੈਂ ਸਵਾਲ ਕੀਤਾ ਕਿ ਇਮਾਨਦਾਰੀ ਨਾਲ ਆਪਣੇ ਦਿਲ ਉੱਤੇ ਹੱਥ ਰੱਖ ਕੇ ਤੁਸੀਂ ਦੱਸੋ ਕਿ ਤੁਹਾਡੇ ਵਿੱਚੋਂ ਕੋਈ ਐਸਾ ਹੈ ਜੋ ਕਹਿ ਸਕਦਾ ਹੋਵੇ ਕਿ ਉਹਨੇ ਆਪਣੇ ਬਚਪਨ, ਜਵਾਨੀ ਜਾਂ ਸਕੂਲ ਕਾਲਜ ਵੇਲੇ ਕਦੀ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕੀਤੀ ਹੋਵੇ। ਤਕਰੀਬਨ 20 ਮੈਂਬਰਾਂ 'ਚੋਂ ਇੱਕ ਵੀ ਨਾ ਬੋਲਿਆ। ਆਖਰ ਫੈਸਲਾ ਕੀਤਾ ਕਿ ਸਖਤ ਤਾੜਨਾ ਕਰਕੇ ਅੱਗੇ ਤੋਂ ਐਸਾ ਨਾ ਕਰਨ ਦਾ ਵਾਅਦਾ ਕਰਾ ਕੇ ਮੁੰਡਿਆਂ ਨੂੰ ਮਾਫ਼ ਕਰ ਦਿੱਤਾ ਜਾਏ। ਪਿਆਰ ਨਾਲ ਪੁੱਛ ਲਿਆ ਜਾਏ ਕਿ ਕਿੰਨੇ ਮਾਲਟੇ ਤੋੜੇ ਸਨ ਅਤੇ ਜਿੰਨੀ ਗਿਣਤੀ ਦੱਸਣ, ਟੁੱਟੀਆਂ ਡੰਡੀਆਂ ਨਾਲ ਮੇਲ ਕਰਕੇ ਅੰਦਾਜ਼ਾ ਜਿੰਨਾ ਹੋ ਸਕੇ ਸਹੀ ਕਰ ਲਿਆ ਜਾਏ, ਤਾਂ ਜੋ ਤਜਰਬਾ ਵੀ ਖਰਾਬ ਨਾ ਹੋਵੇ। ਮੈਂ ਨਹੀਂ ਕਹਿੰਦਾ ਕਿ ਚੋਰੀ ਕੋਈ ਖਾਸ ਬੁਰੀ ਆਦਤ ਨਹੀਂ। ਇਸ ਉਮਰੇ ਅਤੇ ਇਸ ਵੱਲ ਕੋਈ ਖਾਸ ਧਿਆਨ ਦੇਣ ਦੀ ਲੋੜ ਨਹੀਂ, ਸਗੋਂ ਵਾਹ ਲੱਗਦੀ ਬੱਚਿਆਂ ਨੂੰ ਵਰਜਣਾ ਅਤੇ ਚੋਰੀ ਦੀ ਰਾਹ ਤੋਂ ਰੋਕਣਾ ਜ਼ਰੂਰੀ ਹੈ। ਲੇਕਿਨ 1-2 ਭੋਲੀਆਂ ਸ਼ਰਾਰਤਾਂ ਨੂੰ ਇੰਨੀ ਸਖਤੀ ਨਾਲ ਵੀ ਨਹੀਂ ਲੈਣਾ ਚਾਹੀਦਾ ਕਿ ਬੱਚੇ ਦਾ ਕੈਰੀਅਰ ਖਰਾਬ ਹੋ ਜਾਏ ਜਾਂ ਉਹ ਮਾਨਸਿਕ ਤੌਰ 'ਤੇ ਟੁੱਟ ਜਾਏ। ਇਹੋ ਜਿਹੀਆਂ ਸ਼ਰਾਰਤਾਂ ਜ਼ਿੰਦਗੀ 'ਚ ਕੁਝ ਰੰਗੀਨੀ ਵੀ ਜ਼ਰੂਰ ਪੈਦਾ ਕਰਦੀਆਂ ਨੇ, ਜੇ ਇੱਕ ਹੱਦ ਨਾ ਟੱਪ ਜਾਣ। ਇਹਨਾਂ ਪਹਾੜੀ ਇਲਾਕਿਆਂ ਵਿੱਚ ਮੈਂ 1952-53 ਤੋਂ ਲੈ ਕੇ 57 ਤੱਕ ਕੰਮ ਕੀਤਾ। ਇਸ ਇਲਾਕੇ ਦਾ ਹਰ ਪਿੰਡ ਮੈਂ ਪੈਦਲ ਤੁਰ ਕੇ ਵੇਖਿਆ। ਇਹ ਇਲਾਕਾ ਮੈਨੂੰ ਬਹੁਤ ਪਸੰਦ ਆਇਆ। ਲੋਕ ਬੜੇ ਸਿੱਧੇ ਸਾਦੇ ਸਨ। ਕੋਈ ਚੋਰੀ, ਠੱਗੀ, ਕਤਲ ਕਦੀ ਸੁਣਿਆ ਹੀ ਨਹੀਂ ਸੀ। ਮੇਰਾ ਬੇਟਾ ਜਨਮੇਜਾ, ਜਿਹਦਾ ਜਨਮ ਦਸੰਬਰ 52 ਦਾ ਹੈ, ਛੋਟਾ ਬੱਚਾ ਸੀ। ਸਪੂਰਨ ਰਹਿੰਦੀਆਂ ਪਹਾੜੀ ਔਰਤਾਂ ਇਹਨੂੰ ਚੁੱਕ ਕੇ ਘਰ ਲੈ ਜਾਂਦੀਆਂ ਸਨ। ਘੰਟਿਆਂ ਬੱਧੀ ਕਦੇ ਸਾਰਾ ਦਿਨ ਹੀ ਵਾਪਸ ਨਹੀਂ ਸਨ ਛੱਡ ਕੇ ਜਾਂਦੀਆਂ। ਸਾਨੂੰ ਉੱਕਾ ਕੋਈ ਫਿਕਰ ਨਹੀਂ ਸੀ ਹੁੰਦਾ ਕਿ ਬੱਚਾ ਗੁਆਚ ਜਾਏਗਾ, ਇੱਥੇ ਕੋਈ ਜੁਰਮ ਕਰੇਗਾ, ਇਹ ਕਦੀ ਦਿਮਾਗ ਵਿੱਚ ਹੀ ਨਹੀਂ ਸੀ ਆਇਆ। ਮੈਂ ਹਫ਼ਤਾ ਬਾਹਰ ਡਿਊਟੀ 'ਤੇ ਬੱਚਿਆਂ ਨੂੰ ਇਕੱਲੇ ਬੇਫਿਕਰੀ ਨਾਲ ਛੱਡ ਕੇ ਚਲਾ ਜਾਂਦਾ ਸੀ। ਇਹ ਭਲੇ ਮਾਨਸ ਲੋਕ ਮੈਨੂੰ ਸਭ ਆਪਣੇ ਹੀ ਲੱਗਦੇ ਸਨ। ਇਸ ਕਰਕੇ ਮੈਂ ਅੱਜ ਤੱਕ ਇਹੋ ਲੋਚਦਾ ਰਿਹਾ ਕਿ ਇਸ ਇਲਾਕੇ 'ਚ ਛੋਟਾ ਜਿਹਾ ਘਰ ਬਣਾ ਕੇ ਕਿਸੇ ਪਿੰਡ ਵਿੱਚ ਸ਼ਹਿਰ ਦੀ ਖਚ ਤੋਂ ਦੂਰ ਆਪਣਾ ਰਿਟਾਇਰਡ ਜੀਵਨ ਬਤੀਤ ਕਰਾਂ।
ਪਰ ਜਦ 84 'ਚ ਇੱਕ ਛੋਟਾ ਜਿਹਾ ਜ਼ਮੀਨ ਦਾ ਪਲਾਟ ਘਰ ਵਾਸਤੇ ਲਿਆ ਤਾਂ ਉਸ ਸੜਕ ਦੀ ਚੌੜਾਈ ਵਾਸਤੇ ਸਰਕਾਰ ਨੇ ਆਪਣੇ ਕਬਜ਼ੇ 'ਚ ਲੈ ਲਿਆ। ਕਚਹਿਰੀਆਂ ਵਿੱਚ ਖੱਜਲ ਖੁਆਰ ਹੋ ਕੇ 93 'ਚ ਪੈਸੇ ਵਾਪਸ ਮਿਲੇ। ਅੱਜ ਵੀ ਇੱਥੇ ਦੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਕਿ ਹਿਮਾਚਲ ਤੋਂ ਬਾਹਰ ਦਾ ਕੋਈ ਆਦਮੀ ਇੱਥੇ ਜ਼ਮੀਨ ਜਾਂ ਮਕਾਨ ਹੀ ਨਹੀਂ ਖਰੀਦ ਸਕਦਾ। ਸ਼ਹਿਰ 'ਚ ਵੀ ਮਕਾਨ ਪਾਉਣ ਜਾਂ ਖਰੀਦਣ ਲਈ ਸਰਕਾਰ ਦੀ ਇਜਾਜ਼ਤ ਲੈਣੀ ਪੈਂਦੀ ਹੈ, ਜਿਸ ਨੂੰ ਸਾਲਾਂ ਬੱਧੀ ਵਕਤ ਲੱਗਦਾ ਹੈ ਅਤੇ ਆਮ ਤੌਰ 'ਤੇ ਇਜਾਜ਼ਤ ਨਹੀਂ ਮਿਲਦੀ। ਮੈਂ ਤਾਂ ਸੋਚਦਾ ਕਿ ਇਹੋ ਜਿਹਾ ਕਾਨੂੰਨ ਹੈ ਕਿ ਮੈਂ ਭਾਰਤੀ ਨਾਗਰਿਕ ਹੋ ਕੇ ਭਾਰਤ ਦੇ ਕਿਸੇ ਹਿੱਸੇ 'ਚ ਆਪਣਾ ਘਰ ਬਣਾ ਕੇ ਵੀ ਨਹੀਂ ਰਹਿ ਸਕਦਾ। ਬਾਹਰ ਅਮਰੀਕਾ, ਯੂਰਪ, ਇੰਗਲੈਂਡ ਆਦਿ ਵਿੱਚ ਮੈਂ ਜਿੱਥੇ ਚਾਹਾਂ, ਜਿੰਨਾ ਚਾਹਾਂ ਜ਼ਮੀਨ ਜਾਂ ਘਰ ਖਰੀਦ ਸਕਦਾ, ਘਰ ਆਪਣੇ ਦੇਸ਼ 'ਚ ਨਹੀਂ। ਫਿਰ ਮੈਂ ਭਾਰਤੀ ਕਾਹਦਾ ਹੋਇਆ? ਮੈਂ ਤਾਂ ਸਿਰਫ ਪੰਜਾਬੀ ਰਹਿ ਗਿਆ। ਸਾਡੇ ਲੀਡਰ ਰੋਜ਼ ਸੰਘ ਪਾੜ ਕੇ ਬਿਆਨ ਦਿੰਦੇ ਨੇ, ਦਾਅਵੇ ਕਰਦੇ ਨੇ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਅਸੀਂ ਇੱਕ ਹਾਂ। ਇਦੋਂ ਵੱਡਾ ਫਰਾਡ ਅਤੇ ਝੂਠ ਹੋਰ ਕੀ ਹੋ ਸਕਦਾ? ਪਤਾ ਨਹੀਂ ਕਿਸ ਮੂੰਹ ਨਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਹਾਂ, ਅਤੇ ਕਦੋਂ ਸਾਨੂੰ ਇਹ ਸਮਝ ਆਏਗੀ ਕਿ ਇਹ ਸਭ ਗਲਤ ਹੈ ਅਤੇ ਦੇਸ਼ ਦੀ ਏਕਤਾ ਲਈ ਠੀਕ ਨਹੀਂ। ਸਗੋਂ ਗਰੀਬਾਂ ਦੀ ਕੀਮਤ 'ਤੇ ਇਹਨਾਂ ਇਲਾਕਿਆਂ ਦੇ ਵਸਨੀਕ ਅਮੀਰ ਲੋਕ ਸਸਤੀਆਂ ਜ਼ਮੀਨਾਂ ਖਰੀਦ ਕੇ ਫਾਇਦਾ ਉਠਾਈ ਜਾਂਦੇ ਨੇ ਅਤੇ ਗਰੀਬਾਂ ਲਈ ਜ਼ਮੀਨ ਦੀ ਕੀਮਤ ਬਾਹਰ ਦਾ ਗਾਹਕ ਨਾ ਹੋਣ ਕਰਕੇ ਘੱਟ ਮਿਲਦੀ ਹੈ। ਇਸ ਫਰਾਡ ਵਿੱਚ ਸਥਾਨਕ ਅਮੀਰ, ਸਥਾਨਕ ਗਰੀਬ ਨੂੰ ਦੋਹੀਂ ਹੱਥੀਂ ਲੁੱਟੀ ਚੱਲਿਆ ਜਾ ਰਿਹਾ। ਇਹ ਹੈ ਆਜ਼ਾਦੀ ਸੰਯੁਕਤ ਭਾਰਤ ਦੀ ਲੋਕਤੰਤਰੀ ਸਰਕਾਰ। ਜਦ ਮੈਂ ਉਹ ਦਿਨ ਅਤੇ ਪਹਾੜੀ ਲੋਕਾਂ ਨੂੰ ਯਾਦ ਕਰਦਾ ਅਤੇ ਅੱਜ ਨਾਲ ਤੁਲਨਾ ਕਰਦਾ, ਸੋਚਦਾ ਕਿ ਅਸੀਂ ਕਿੱਥੇ ਪਹੁੰਚ ਗਏ ਹਾਂ ਅਤੇ ਕਿੱਧਰ ਨੂੰ ਜਾ ਰਹੇ ਹਾਂ। ਮੈਂ ਹਾਲਾਂ ਵੀ ਮਕਾਨ ਵਾਸਤੇ ਕਿਸੇ ਪਲਾਟ ਦੀ ਭਾਲ 'ਚ ਸਾਂ ਅਤੇ ਪੁਰਾਣਾ ਲਗਾਅ ਹੋਣ ਕਰਕੇ ਹਾਲਾਂ ਵੀ ਇਹ ਮਕਾਨ ਸੋਲਨ ਦੇ ਨੇੜੇ ਤੇੜੇ ਬਣਾਉਣਾ ਚਾਹੁੰਦਾ ਸੀ। ਇੱਕ ਦਿਨ ਮੈਂ ਕਾਰ 'ਤੇ ਸੋਲਨ ਤੋਂ ਸ਼ਾਮ ਵੇਲੇ ਨੌਣੀ ਬਾਗਬਾਨੀ ਅਤੇ ਜੰਗਲਾਤ ਦੀ ਯੂਨੀਵਰਸਿਟੀ ਨੂੰ ਜਾ ਰਿਹਾ ਸੀ ਕਿ 5 ਕਿਲੋਮੀਟਰ ਸੋਲਨ ਤੋਂ ਪਾਰ ਕਾਰ ਖਰਾਬ ਹੋ ਗਈ। ਡਰਾਈਵਰ ਕਾਰ ਠੀਕ ਕਰਨ ਲੱਗ ਪਿਆ ਅਤੇ ਮੈਂ ਬਾਹਰ ਨਿਕਲ ਕੇ ਖੜ੍ਹਾ ਹੋ ਗਿਆ। ਇੰਨੇ ਨੂੰ ਇੱਕ 40 ਕੁ ਸਾਲ ਦਾ ਪਹਾੜੀਆ ਸ਼ਰਾਬ ਪੀਤੀ ਮੇਰੇ ਕੋਲ ਆ ਗਿਆ। ਉਹ ਜਿਵੇਂ ਪਹਿਲਾਂ ਹੀ ਲੜਾਈ ਦਾ ਇਰਾਦਾ ਬਣਾ ਕੇ ਆਇਆ ਸੀ। ਖਾਮਖਾਹ ਮੇਰੇ ਗਲ ਪੈ ਗਿਆ। ਬੜਾ ਹੀ ਸਮਝਾਇਆ, ਜੋ ਗੱਲ ਕਰਾਂ ਉਹਨੂੰ ਪੁੱਠੀ ਪਾਵੇ। ਜੇ ਭਈਆ ਕਹਾਂ ਤਾਂ ਕਹੇ ਮੈਂ ਕੋਈ ਬਿਹਾਰੀ ਹਾਂ, ਜੇ ਕਹੋ ਅੱਛਾ ਜਾਓ ਤਾਂ ਕਹੇ ਕਿਉਂ ਜਾਵਾਂ। ਆਖਰ ਉਹਨੇ ਮੈਨੂੰ ਗਾਲ ਕੱਢ ਦਿੱਤੀ। ਮੈਂ ਤਾਂ ਹਾਲੇ ਉਹਨੂੰ ਗੰਦ ਬਕਣੋਂ ਰੋਕਦਾ ਹੀ ਸੀ ਕਿ ਡਰਾਈਵਰ ਨੇ ਉਹਦੇ ਇੱਕ ਜੜਤੀ, ਜੋ ਰੋਕਦਿਆਂ ਅੱਧੀ ਮੇਰੇ ਲੱਗੀ ਅਤੇ ਅੱਧੀ ਉਹਦੇ। ਖੈਰ ਮੈਂ ਅੱਗੇ ਹੋ ਕੇ ਡਰਾਈਵਰ ਨੂੰ ਮਨ੍ਹਾ ਕੀਤਾ। ਉਸ ਆਦਮੀ ਨੂੰ ਫੜ ਕੇ ਅੱਗੇ ਤੋਰਿਆ ਅਤੇ ਬੇਨਤੀ ਕੀਤੀ ਕਿ ਆਪਣੇ ਰਾਹ ਚਲਾ ਜਾਏ। ਇੰਨੇ ਨੂੰ 10-15 ਹੋਰ ਪਹਾੜੀ ਉਹਦੇ ਛੋਟੇ ਜਿਹੇ ਪਿੰਡ 'ਚੋਂ ਨਿਕਲ ਆਏ। ਉਹਨਾਂ ਨੂੰ ਵੇਖ ਕੇ ਉਹ ਚੰਬਲ ਗਿਆ ਅਤੇ ਫਿਰ ਗਾਲਾਂ ਕੱਢਣ ਲੱਗਾ। ਮੇਰੇ ਵਾਸਤੇ ਨੌਜਵਾਨ ਡਰਾਈਵਰ ਨੂੰ ਰੋਕਣਾ ਅਤੇ ਇਹਦੀਆਂ ਗਾਲਾਂ ਸੁਣਨੀਆਂ ਦੋਹਰੀ ਮੁਸ਼ਕਿਲ ਪੇਸ਼ ਆ ਗਈ। ਮੈਂ ਉਹਨਾਂ ਪਹਾੜੀਆਂ ਨੂੰ ਕਿਹਾ ਕਿ ਬਜਾਏ ਇਹਦੇ ਕਿ ਤੁਸੀਂ ਕੋਈ ਮਦਦ ਕਰੋ, ਇਸ ਆਦਮੀ ਨੂੰ ਵੀ ਨਹੀਂ ਰੋਕਦੇ। ਰੋਕਣਾ ਤਾਂ ਕੀ, ਉਹ ਤਾਂ ਮੈਨੂੰ ਇੰਝ ਲੱਗਾ ਕਿ ਸਾਨੂੰ ਕੁੱਟਣ ਅਤੇ ਪੱਥਰ ਮਾਰਨ ਨੂੰ ਤਿਆਰ ਸਨ ਜੇ ਅਸੀਂ ਉਸ ਆਦਮੀ 'ਤੇ ਹੱਥ ਚੁੱਕਿਆ ਤਾਂ। ਮੈਂ ਡਰਾਈਵਰ ਨੂੰ ਸਮਝਾਇਆ ਕਿ ਆਪਾਂ ਕੜਿੱਕੀ 'ਚ ਹਾਂ। ਜੇ ਇਸ ਮੂਰਖ ਨੂੰ ਕੁਝ ਕਿਹਾ ਤਾਂ ਇਹਨਾਂ 10-15 ਬੰਦਿਆਂ ਨੇ ਆਪਣੇ ਪੱਥਰ ਮਾਰਨੇ ਸ਼ੁਰੂ ਕਰ ਦੇਣੇ ਨੇ ਅਤੇ ਆਪਣੀ ਨਵੀਂ ਕਾਰ ਭੰਨ ਦੇਣੀ ਹੈ। ਬਿਹਤਰ ਇਹੀ ਹੈ ਕਿ ਚੁੱਪ ਕਰਕੇ ਫਟਾਫਟ ਕਾਰ ਠੀਕ ਕਰ। ਮੈਂ ਇਹਦੀਆਂ ਗਾਲਾਂ ਸੁਣਦਾ। ਪੂਰਾ 1 ਘੰਟਾ ਉਹ ਆਦਮੀ ਮੈਨੂੰ ਗਾਲਾਂ ਕੱਢਦਾ ਰਿਹਾ। ਉਹਨੇ ਹਿੰਦੂ ਸਿੱਖ ਦਾ ਮਸਲਾ ਖੜ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਕਹੇ ਇਹ ਅੱਤਵਾਦੀ ਹਨ, ਪੰਜਾਬ ਵਿੱਚ ਇਹਨਾਂ ਅੱਤਵਾਦ ਖਿਲਾਰਿਆ ਹੋਇਆ, ਹਿੰਦੂਆਂ ਨੂੰ ਮਾਰਦੇ ਨੇ, ਇੱਥੇ ਕਰਕੇ ਦਿਖਾਓ। ਜੋ ਉਹ ਬਕਵਾਸ ਕਰ ਸਕਦਾ ਸੀ ਉਹਨੇ ਕੀਤੀ। ਕਿਸੇ ਨੇ ਉਹਨੂੰ ਰੋਕਿਆ ਨਾ। ਮੇਰੇ ਪਾਸ ਖੜ੍ਹੇ ਹੋ ਕੇ ਗਾਲਾਂ ਖਾਈ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਜੇ ਹੱਥ ਚੁੱਕਦਾ ਸੀ ਤਾਂ ਉਹਨਾਂ 10-15 ਨੇ ਸਾਨੂੰ ਛਿੱਲ ਸੁੱਟਣਾ ਸੀ, ਕਾਰ ਭੰਨ ਸੁੱਟਣੀ ਸੀ। ਪੁਲਿਸ 'ਤੇ ਕੋਈ ਭਰੋਸਾ ਹੀ ਨਹੀਂ ਸੀ। ਸ਼ਾਇਦ ਉਹ ਵੀ ਪਹਾੜੀਆਂ ਦੀ ਮਦਦ ਕਰਦੀ। ਸਾਡੇ ਵਾਸਤੇ ਤਾਂ ਬਾਹਰੋਂ ਹੋਣ ਕਰਕੇ ਰਿਪੋਰਟ ਲਿਖਵਾਉਣੀ ਵੀ ਮਹਿੰਗੀ ਪੈਣੀ ਸੀ। ਨਾਲੇ ਲੋਕਾਂ ਕਹਿਣਾ ਸੀ ਕਿ ਇੱਕ ਰਿਟਾਇਰ ਸਿਆਣਾ ਬਿਆਣਾ ਵਾਈਸ ਚਾਂਸਲਰ ਇੱਕ ਮਿਸਤਰੀ ਨਾਲ ਹੱਥੋਂ ਪਾਈ ਹੋਇਆ ਅਤੇ ਕੁੱਟਿਆ ਗਿਆ। ਭਾਵੇਂ ਇਸ ਘਟਨਾ ਨੇ ਮੈਨੂੰ ਇੱਥੇ ਇਸ ਇਲਾਕੇ 'ਚ ਛੋਟਾ ਜਿਹਾ ਘਰ ਬਣਾਉਣ ਤੋਂ ਰੋਕ ਦਿੱਤਾ, ਪਰ ਇਹ ਏਡੀ ਮਹੱਤਵਪੂਰਨ ਗੱਲ ਨਹੀਂ। ਮਹੱਤਤਾ ਤਾਂ ਇਸ ਗੱਲ ਦੀ ਹੈ ਕਿ ਸਾਡੀ ਸੋਚਣੀ ਕੀ ਬਣ ਗਈ ਹੈ। ਸਵਾਲ ਉਸ ਸ਼ਰਾਬੀ ਦਾ ਨਹੀਂ, ਸਵਾਲ ਉਹਨਾਂ 10-15 ਬੰਦਿਆਂ ਦਾ ਹੈ ਕਿ ਉਹ ਕੀ ਸੋਚਦੇ ਸਨ ਅਤੇ ਉਹਨਾਂ ਦਾ ਵਤੀਰਾ ਕੀ ਸੀ। ਸਿਰਫ ਇਸ ਕਰਕੇ ਕਿ ਸਿਰ 'ਤੇ ਪੱਗਾਂ ਬੰਨ੍ਹੀਆਂ ਸਨ ਅਸੀਂ ਦੁਸ਼ਮਣ ਹੋ ਗਏ। ਇਹ ਹਿੱਸਾ ਹਿੰਦੁਸਤਾਨ ਦਾ ਸਾਡੇ ਲਈ ਹਿੰਦੁਸਤਾਨ ਨਹੀਂ ਰਿਹਾ। ਪੰਜਾਬ ਦੇ ਸੰਤਾਪ ਵਿੱਚ 70-80 ਤੋਂ ਵੱਧ ਫੀਸਦੀ ਲੋਕ ਜੋ ਮਾਰੇ ਗਏ ਉਹ ਤਾਂ ਸਿੱਖ ਹੀ ਸੀ। ਪਰ ਸਰਕਾਰੀ ਪ੍ਰੋਪੇਗੰਡੇ ਅਤੇ ਅਖਬਾਰਾਂ ਨੇ ਹਵਾ ਇਹ ਫੈਲਾ ਦਿੱਤੀ ਕਿ ਸਿੱਖ ਹਿੰਦੂਆਂ ਨੂੰ ਮਾਰਦੇ ਹਨ। ਘੱਟੋ ਘੱਟ ਇੰਝ ਸਮਝਿਆ ਤਾਂ ਜਾਂਦਾ ਹੀ ਹੈ।
ਪੰਜਾਬ ਤੋਂ ਬਾਹਰ ਹਿਮਾਚਲ ਦਾ ਟੂਰਿਜ਼ਮ ਅੱਧੇ ਤੋਂ ਵੀ ਵੱਧ, ਸਗੋਂ 3/4 ਤਾਂ ਪੰਜਾਬੀਆਂ ਦਾ ਹੀ ਹੈ। ਫਿਰ ਇਸ ਪੰਜਾਬੀ ਤੇ ਸਿੱਖ ਵਿਰੋਧੀ ਹਵਾ ਨੂੰ ਰੋਕਣ ਦੀ ਕੋਈ ਕੋਸ਼ਿਸ਼ ਸਰਕਾਰੀ ਪੱਧਰ ਤੇ ਨਹੀਂ ਹੋ ਰਹੀ। ਕੀ ਇਹੋ ਹੀ ਕੌਮੀ ਏਕਤਾ ਹੈ? ਤੇ ਸਾਡੀ ਤੇ ਇਸ ਕੌਮੀ ਏਕਤਾ ਦੀ ਦਮਗਜ਼ੇ ਮਾਰਦੇ ਨੇ ਸਾਡੇ ਸਿਆਸੀ ਲੀਡਰ, ਪਰ ਇਹਨਾਂ ਦੀਆਂ ਤਾਂ ਵੋਟਾਂ ਹੀ ਵੰਡੀਆਂ ਤੇ ਪਾੜ ਪਾਉਣ ਨਾਲ ਬਣਦੀਆਂ ਹਨ। ਇਹ ਇਸ ਵੱਧ ਰਹੇ ਪਾੜੇ ਨੂੰ ਮਿਟਾਉਣ ਦੀ ਕੋਸ਼ਿਸ਼ ਕਿਉਂ ਕਰਨ? ਮੈਂ ਕਿੱਥੋਂ ਦਾ ਕਿੱਥੇ ਨਿਕਲ ਗਿਆ। ਵਾਪਸ ਆਉਣਾ। ਪੈਪਸੂ ਸਟੇਟ 1956 'ਚ ਪੰਜਾਬ ਨਾਲ ਮਿਲਾ ਦਿੱਤੀ ਗਈ। ਮੇਰਾ ਨਵਾਂ ਅਫਸਰ ਹੋਰ ਹੋ ਗਿਆ। ਉਹ ਪੰਜਾਬ ਪ੍ਰਾਂਤ ਦਾ ਐਂਟੋਮੋਲੋਜਿਸਟ ਸੀ। ਇਹਦੇ ਕੰਨ ਮੇਰੇ ਪਹਿਲੇ ਅਫਸਰ ਨੇ ਖੂਬ ਭਰ ਦਿੱਤੇ ਸਨ। ਇਹ ਮੇਰੇ ਸਟੇਸ਼ਨ ਦਾ ਨਿਰੀਖਣ ਕਰਨ ਆਇਆ। ਜਦ ਮੇਰੇ 'ਚ ਕੋਈ ਨੁਕਸ ਨਾ ਮਿਲਿਆ ਤਾਂ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਵਾਲਾ ਨਾਂ ਕਿਉਂ ਰੱਖਿਆ? ਮੈਂ ਕਿਹਾ ਜੀ ਕੀ ਪਤਾ ਸੀ ਮੇਰੇ ਮਾਂ-ਬਾਪ ਨੂੰ ਕਿ ਮੇਰਾ ਤੁਹਾਡੇ ਨਾਲ ਵਾਹ ਪੈ ਜਾਣਾ। ਇੱਕ ਨਾਂ ਦੇ ਤਾਂ ਬਹੁਤ ਲੋਕ ਹੋ ਸਕਦੇ ਹਨ। ਮੈਂ ਹੱਸਦਿਆਂ ਕਿਹਾ ਕਿ ਆਪਣੇ ਨਾਵਾਂ 'ਚ ਫਰਕ ਵੀ ਹੈ। ਤੁਹਾਡਾ ਨਾਂ ਸਰਦਾਰ ਸਿੰਘ ਹੈ, ਮੇਰਾ ਨਾਂ ਸਰਦਾਰਾ ਸਿੰਘ ਹੈ। ਕਹਿਣ ਲੱਗਾ ਇਹ ਕੀ ਫ਼ਰਕ ਪੈਂਦਾ? ਮੈਂ ਜ਼ਰਾ ਹੋਰ ਹੌਸਲੇ ਨਾਲ ਕਹਿ ਦਿੱਤਾ ਕਿ ਜੀ ਫ਼ਰਕ ਬਹੁਤ ਹੈ। ਜੱਟਾਂ ਦੇ ਨਾਂ ਸਰਦਾਰਾ ਸਿੰਘ, ਪਿਆਰਾ ਸਿੰਘ, ਦਰਬਾਰਾ ਸਿੰਘ ਆਦਿ ਹੁੰਦੇ ਨੇ, ਤੇ ਭਾਪਿਆਂ ਦੇ ਸਰਦਾਰ ਸਿੰਘ, ਪਿਆਰ ਸਿੰਘ, ਦਰਬਾਰ ਸਿੰਘ। ਉਹ ਸੱਚੀ ਮੁੱਚੀ ਮੇਰੇ ਨਾਲ ਨਾਰਾਜ਼ ਹੋ ਗਿਆ ਕਿ ਮੈਂ ਉਹਨੂੰ ਪਾਪਾ ਕਰਾਰ ਦੇ ਦਿੱਤਾ, ਜਿਹੜਾ ਕਿ ਉਹ ਸੀ। ਇਹ ਅਫਸਰ ਉਦੋਂ ਤੋਂ ਲੈ ਕੇ 1961 ਤੱਕ ਮੇਰੇ ਨਾਲ ਨਾਰਾਜ਼ ਹੀ ਰਿਹਾ। ਪਰ ਉਸ ਤੋਂ ਬਾਅਦ ਜਦੋਂ ਕਾਲਜ ਦਾ ਪ੍ਰਿੰਸੀਪਲ ਸੀ ਤੇ ਮੈਂ ਇੱਕ ਅਸਿਸਟੈਂਟ ਪ੍ਰੋਫੈਸਰ, ਮੇਰੇ ਕੰਮ ਦਾ ਉਸ ਉੱਤੇ ਐਸਾ ਪ੍ਰਭਾਵ ਪਿਆ ਕਿ ਉਹਨੇ ਆਪਣੇ ਕਾਲਜ ਦਾ ਸਭ ਤੋਂ ਵਧੀਆ ਪ੍ਰੋਫੈਸਰ ਮੈਨੂੰ ਮੰਨਿਆ ਤੇ ਮੇਰੀ ਸਾਲਾਨਾ ਰਿਪੋਰਟ ਵਿੱਚ ਲਿਖਿਆ। ਮੈਂ ਕਈ ਵਾਰ ਸੋਚਦਾ ਹਾਂ ਤੇ ਮੈਨੂੰ ਹਾਲਾਂ ਤੱਕ ਇਹਦਾ ਆਪਣੇ ਆਪ ਨੂੰ ਜਵਾਬ ਨਹੀਂ ਮਿਲਿਆ। ਜੱਟਾਂ ਨੂੰ ਦੂਸਰੀਆਂ ਜਾਤੀਆਂ ਵਾਲੇ ਆਮ ਤੌਰ 'ਤੇ ਮੂਰਖ ਹੀ ਸਮਝਦੇ ਹਨ, ਪਰ ਇਹ ਇੱਕੋ ਇੱਕ ਸ਼੍ਰੇਣੀ ਹੈ ਕਿ ਜੇ ਜੱਟ ਨੂੰ ਜੱਟ ਕਹਿ ਕੇ ਬੁਲਾਈਏ ਤਾਂ ਉਹ ਖੁਸ਼ ਹੁੰਦਾ ਤੇ ਹੋਰ ਉਸਰ ਜਾਂਦਾ। ਬਾਕੀ ਦੀਆਂ ਸ਼੍ਰੇਣੀਆਂ ਕਿਉਂ ਕੁਤਰਾਉਂਦੀਆਂ ਨੇ? ਆਪਣੀ ਸ਼੍ਰੇਣੀ ਦੇ ਨਾਂ ਨਾਲ ਬੁਲਾਏ ਜਾਣ ਉੱਤੇ ਹਰੀਜਨ ਨੂੰ ਹਰੀਜਨ ਕਹੀਏ, ਬਾਣੀਆਂ ਨੂੰ ਬਾਣੀਆਂ ਕਹੀਏ, ਇੱਥੋਂ ਤੱਕ ਕਿ ਉੱਚਤਮ ਸ਼੍ਰੇਣੀ ਬ੍ਰਾਹਮਣ ਨੂੰ ਬਾਹਮਣ ਕਹੀਏ, ਤਾਂ ਸਾਰੇ ਬੁਰਾ ਮਨਾਉਂਦੇ ਨੇ। ਕਈਆਂ ਸ਼੍ਰੇਣੀਆਂ ਦੇ ਨਾਂ ਲੈਣਾ ਤਾਂ ਸੰਵਿਧਾਨਕ ਅਪਰਾਧ ਮੰਨਿਆ ਗਿਆ। ਉਲੰਘਣਾ ਨਾਲ ਕੈਦ ਵੀ ਹੋ ਸਕਦੀ ਹੈ। ਇਸੇ ਕਰਕੇ ਡਰਦੇ ਨੇ ਮੈਂ ਉਹਨਾਂ ਸ਼੍ਰੇਣੀਆਂ ਦੇ ਨਾਂ ਨਹੀਂ ਲਏ। ਜਦ ਇਹ ਇਲਾਕਾ ਪੰਜਾਬ 'ਚ ਮਿਲ ਗਿਆ ਤਾਂ ਮੇਰੀ MA ਤੇ MSc ਅਰਥ ਸ਼ਾਸਤਰ ਦੀ ਕੀਤੀ ਦੀ ਇੰਨੀ ਕੁ ਕਦਰ ਪਈ ਕਿ ਮੈਨੂੰ ਅੰਮ੍ਰਿਤਸਰ ਮਾਰਕੀਟ ਇੰਟੈਲੀਜੈਂਸ ਇੰਸਪੈਕਟਰ ਦੇ ਤੌਰ 'ਤੇ ਤਬਦੀਲ ਕਰ ਦਿੱਤਾ ਗਿਆ। ਹਾਲਾਂਕਿ ਜ਼ਿੰਦਗੀ ਬੜੀ ਸਾਦੀ ਸੀ। ਮੇਰੇ ਕੋਲ ਇੱਕ ਛੋਟਾ ਜਿਹਾ ਗੋਲ ਟੇਬਲ ਤੇ 4 ਸਿੱਧੀਆਂ ਜਿਹੀਆਂ ਤੈਅ ਹੋਣ ਵਾਲੀਆਂ ਕੁਰਸੀਆਂ ਹੁੰਦੀਆਂ ਸੀ। ਵਿਚਕਾਰ ਉਹ ਟੇਬਲ ਰੱਖ ਕੇ ਕਮਰੇ ਦੀ ਚੌਂ ਪਾਸੇ ਉਹ 4 ਕੁਰਸੀਆਂ ਰੱਖ ਕਮਰਾ ਸਜਾ ਲਈਦਾ ਸੀ। ਬਦਲੀ ਹੋਣ ਤੇ ਚਾਰੇ ਕੁਰਸੀਆਂ ਬੋਰੀ ਵਿੱਚ, ਇੱਕ ਟੇਬਲ, ਇੱਕ ਬੋਰੀ ਭਾਂਡਿਆਂ ਦੀ ਤੇ 2 ਟਰੰਕ, ਕੁੱਲ 6 ਨਗ ਹੁੰਦੇ ਸੀ। ਜਿੱਥੇ ਬਦਲੀ ਹੋਵੇ ਆਰਾਮ ਨਾਲ ਚਲੇ ਜਾਈਦਾ ਸੀ। ਜਦ 2 ਪਲੰਗ ਲੈ ਲਏ ਤਾਂ ਉਹ ਵੀ ਤੈਅ ਹੋ ਕੇ 2 ਨਗ ਬਣ ਜਾਂਦੇ ਸਨ। ਜਿੱਥੇ ਇੰਨੇ ਸਮਾਨ ਨਾਲ ਇੱਕ ਥਾਂ ਤੋਂ ਦੂਜੀ ਥਾਂ ਬਦਲ ਕੇ ਜਾਣਾ ਬਹੁਤ ਸੌਖਾ ਹੁੰਦਾ ਸੀ, ਉੱਥੇ ਇਸ ਸਮਾਨ ਨਾਲ ਕਦੀ ਕੋਈ ਕਮੀ ਮਹਿਸੂਸ ਨਹੀਂ ਸੀ ਹੋਈ। ਹੁਣ ਬਾਅਦ ਵਿੱਚ ਘਰ ਭਰਿਆ ਹੋਇਆ ਹੋਣ ਨਾਲ ਵੀ ਮਹਿਸੂਸ ਕਰੀਦਾ ਕਿ ਕਈ ਚੀਜ਼ਾਂ ਅਜੇ ਨਹੀਂ ਹਨ। ਨਾਲੇ ਮੇਰੀ ਘਰਵਾਲੀ ਨੂੰ ਸੁੱਟ ਦੇਣ ਜਾਂ ਘਰੋਂ ਕੱਢ ਦੇਣ ਦੀ ਆਦਤ ਉੱਕਾ ਹੀ ਨਹੀਂ। ਜੋ ਚੀਜ਼ ਆ ਗਈ ਸੋ ਆ ਗਈ। ਕੰਮ ਦੀ ਹੋਵੇ ਨਾ ਹੋਵੇ, ਟੁੱਟ ਜਾਏ, ਉਹ ਘਰੋਂ ਨਹੀਂ ਕੱਢੀ ਜਾ ਸਕਦੀ, ਸਿਵਾਏ ਅਖਬਾਰਾਂ ਦੀ ਰੱਦੀ ਜਾਂ ਛਾਣਬੂਰੇ ਦੇ। ਕਈ ਵਾਰ ਮਹਿਸੂਸ ਕਰੀਦਾ ਕਿ ਸਾਰੇ ਕਮਰੇ ਤਾਂ ਚੀਜ਼ਾਂ ਵਸਤਾਂ ਨਾਲ ਭਰੀ ਜਾਂਦੇ ਨੇ। ਸ਼ਾਇਦ ਆਪ ਹੀ ਭਾਵੇਂ ਬਾਹਰ ਨਿਕਲਣਾ ਪੈ ਜਾਏ। ਇਹ ਆਦਤ ਠੀਕ ਵੀ ਹੈ ਕਿਸੇ ਹੱਦ ਤੱਕ, ਪਰ ਬਹੁਤੀ ਚੰਗੀ ਵੀ ਨਹੀਂ। ਘਰੋਂ ਕੋਈ ਚੀਜ਼ ਸੁੱਟਣੀ ਹੋਵੇ, ਦਰਖਤ ਛਾਂਗਣਾ ਹੋਵੇ, ਗਮਲਿਆਂ ਕਿਆਰੀਆਂ 'ਚੋਂ ਪੌਦੇ ਪੁੱਟਣੇ ਛਾਂਟਣੇ ਹੋਣ, ਤਾਂ ਆਪਣੀ ਪਤਨੀ ਦੀ ਗੈਰ ਹਾਜ਼ਰੀ ਵਿੱਚ ਹੀ ਇਹ ਕੀਤਾ ਜਾ ਸਕਦਾ ਹੈ। ਬਾਅਦ ਵਿੱਚ ਭਾਵੇਂ ਕਾਫੀ ਕੁਪੱਤ ਹੋਵੇ। ਇਸ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ। ਮੈਂ ਸਮਝਦਾ ਕਿ ਆਦਮੀ ਦੀਆਂ ਮੂਲ ਜ਼ਰੂਰਤਾਂ ਕਾਫੀ ਥੋੜ੍ਹੀਆਂ ਹਨ ਤੇ ਉਹ ਆਪਣੀ ਸੀਮਾ 'ਚ ਰਹਿ ਕੇ ਕਾਫੀ ਖੁਸ਼ ਰਹਿ ਸਕਦਾ ਹੈ। ਬਾਕੀ ਤਾਂ ਸਭ ਜੰਜਾਲ ਹੀ ਇਕੱਠਾ ਕਰਨ ਵਾਲੀ ਗੱਲ ਹੈ। ਜ਼ਿਆਦਾ ਸਿਲਸਿਲਾ ਖੜਾ ਕਰਨ ਨਾਲ ਆਰਾਮ ਘੱਟ ਤੇ ਪਰੇਸ਼ਾਨੀ ਵੱਧ ਹੁੰਦੀ ਹੈ। ਬਾਅਦ ਵਿੱਚ ਮੈਂ ਵੀ ਦਿੱਲੀ ਵਿੱਚ 4 ਸਾਲ ਥੋੜ੍ਹਾ ਜਿਹਾ ਜ਼ਰੂਰਤ ਮੁਤਾਬਕ ਸਮਾਨ ਰੱਖ ਕੇ ਰਹਿ ਕੇ ਵੇਖਿਆ। ਬੜਾ ਆਰਾਮ ਰਿਹਾ। ਜੰਦਰਾ ਲਾ ਕੇ 20-20 ਦਿਨ ਘਰ ਛੱਡ ਆਈਦਾ ਸੀ। ਚੋਰੀ ਦਾ ਖਤਰਾ ਹੀ ਨਹੀਂ ਸੀ। ਕਿਸੇ ਨੇ ਸੋਫਾ, ਟੇਬਲ ਤੇ ਪਲੰਗ ਚੁੱਕ ਕੇ ਕੀ ਲੈਣਾ। ਉਸ ਘਰ 'ਚ ਕਦੀ ਕੋਈ ਕਮੀ ਮਹਿਸੂਸ ਨਹੀਂ ਸੀ ਹੋਈ। 8-10 ਮਹਿਮਾਨਾਂ ਦਾ ਵੀ ਸਰ ਜਾਂਦਾ ਸੀ। ਇੱਥੇ ਅੰਦਰੇਟੇ ਮੈਂ ਤੇ ਮੇਰੀ ਪਤਨੀ 2-2 ਮਹੀਨੇ ਤੋਂ ਵੀ ਵੱਧ ਰਹੇ ਹਾਂ। ਪਲੰਗ, ਬਿਸਤਰੇ, ਟੇਬਲ, ਸੋਫਾ, ਭਾਂਡੇ ਆਦਿ ਇਸ ਮਕਾਨ ਵਿੱਚ ਹੀ ਹਨ। ਇੱਕ ਮਾਰੂਤੀ ਕਾਰ ਵਿੱਚ ਹੀ ਇੱਕ ਡਰਾਈਵਰ ਤੇ ਇੱਕ ਸੇਵਾਦਾਰ ਨਾਲ ਸਾਰਾ ਸਮਾਨ ਲੈ ਆਈਦਾ।
ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਮਹਿਮਾਨ ਵੀ ਆਉਂਦੇ ਨੇ, ਮਿਲਣ ਵਾਲੇ ਵੀ ਆਉਂਦੇ ਨੇ, ਕੋਈ ਘਾਟ ਮਹਿਸੂਸ ਹੀ ਨਹੀਂ ਹੁੰਦੀ। ਮੇਰੇ ਖਿਆਲ ਵਿੱਚ ਲੋਕਾਚਾਰੀ ਲਈ, ਵਿਖਾਵੇ ਲਈ ਤੇ ਫਜ਼ੂਲ ਦੀਆਂ ਉਤੜੀਆਂ ਬੁਤੜੀਆਂ ਲਈ ਆਦਮੀ ਫਾਲਤੂ ਸਮਾਨ ਇਕੱਠਾ ਕਰੀ ਜਾਂਦਾ ਤੇ ਰੇਸ਼ਮ ਦੇ ਕੀੜੇ ਵਾਂਗ ਆਪਣੇ ਲਵਾਬ ਨਾਲ ਹੀ ਆਪਣੇ ਲਈ ਜੇਲ੍ਹ ਬਣਾਈ ਜਾਂਦਾ। ਮੈਂ ਸਮਝਦਾ ਕਿ ਜ਼ਿੰਦਗੀ ਸੌਖੀ ਕੱਟਣ ਲਈ ਚੀਜ਼ਾਂ, ਵਸਤਾਂ ਤੇ ਜਾਇਦਾਦ ਨਾਲ ਆਦਮੀ ਨੂੰ ਬਹੁਤਾ ਲਗਾਅ ਨਹੀਂ ਹੋਣਾ ਚਾਹੀਦਾ। ਜੇ ਕੋਈ ਚੀਜ਼ ਜਾਂ ਸਹੂਲਤ ਹੈ ਤਾਂ ਵਰਤ ਲੈਣੀ ਚਾਹੀਦੀ ਹੈ, ਮੂੰਹ ਨਹੀਂ ਮੋੜਨਾ ਚਾਹੀਦਾ। ਜੇ ਨਹੀਂ ਹੈ ਤਾਂ ਐਵੇਂ ਕਲਪਨਾ ਨਹੀਂ ਚਾਹੀਦਾ। ਸਾਰੀਆਂ ਵਸਤੂਆਂ ਤੇ ਸਹੂਲਤਾਂ ਨੂੰ ਅਡੋਲ ਛੱਡ ਕੇ ਉੱਠ ਜਾਣ ਦੀ ਬਿਰਤੀ ਜੇ ਬਣ ਜਾਏ ਤੇ ਚੀਜ਼ ਆਈ ਦੀ ਖੁਸ਼ੀ ਹੁੰਦੀ ਹੈ, ਹੱਥੋਂ ਗਈ ਦਾ ਦੁੱਖ ਨਹੀਂ ਹੁੰਦਾ। ਘਰਾਂ ਦੇ ਜੰਜਾਲ 'ਚ ਰਹਿ ਕੇ ਵੀ ਆਦਮੀ ਨਿਰਮਲ ਤੇ ਬੇਲਾਗ ਜ਼ਿੰਦਗੀ ਗੁਜ਼ਾਰ ਸਕਦਾ ਹੈ। ਜਦ ਮੈਂ ਪਹਾੜਾਂ ਤੋਂ ਉੱਤਰ ਬਦਲੀ ਹੋ ਕੇ ਅੰਮ੍ਰਿਤਸਰ ਆਇਆ ਤਾਂ ਮਹੀਨਾ ਭਰ ਇੱਕ ਰਿਸ਼ਤੇਦਾਰ ਦੇ ਘਰ ਰਿਹਾ। ਇਹ ਮੇਰੇ ਛੋਟੇ ਬਹਿਨੋਈ ਦੇ ਤਾਏ ਦਾ ਪੁੱਤਰ ਡਾਕਖਾਨੇ 'ਚ ਕੰਮ ਕਰਦਾ ਸੀ ਤੇ ਬਹੁਤ ਹੀ ਸੀਤਲ ਸੁਭਾਅ ਦਾ ਇਨਸਾਨ ਸੀ। ਉਸ ਤੋਂ ਵੀ ਵੱਧ ਨਿੱਘੇ ਸੁਭਾਅ ਦੀ ਉਹਦੀ ਬੀਵੀ ਸੀ। ਮੈਨੂੰ ਜਿੰਨੀ ਦੇਰ ਮਕਾਨ ਕਿਰਾਏ 'ਤੇ ਨਹੀਂ ਮਿਲਿਆ ਤਾਂ ਮਨ ਨੂੰ ਤੌਖਲਾ ਰਿਹਾ ਕਿ ਅਸੀਂ ਖਾਮਖਾਹ ਸ਼ਹਿਰ 'ਚ ਇਹਨਾਂ ਉੱਤੇ ਇੱਕ ਕਿਸਮ ਦਾ ਬੋਝ ਬਣੇ ਹਾਂ। ਪਰ ਇਹਨਾਂ ਦੋਹਾਂ ਜੀਆਂ ਦੇ ਮੱਥੇ ਉੱਕਾ ਹੀ ਵੱਟ ਨਹੀਂ ਪਿਆ। ਅੱਜ ਤੱਕ ਮੇਰੇ ਦਿਲ 'ਚ ਇਹਨਾਂ ਦੀ ਬਹੁਤ ਕਦਰ ਤੇ ਆਦਰ ਹੈ। ਇਸ ਵਤੀਰੇ ਨੇ ਮੇਰੇ ਉੱਤੇ ਕਾਫੀ ਅਸਰ ਕੀਤਾ। ਮੇਰੇ ਘਰ ਇਸ ਤੋਂ ਮਗਰੋਂ ਸਾਲਾਂ ਬੱਧੀ ਰਿਸ਼ਤੇਦਾਰਾਂ ਦੇ ਅਤੇ ਵਾਕਫਾਂ ਦੇ ਬੱਚੇ ਪੜ੍ਹਾਈ ਦੌਰਾਨ ਠਹਿਰੇ ਰਹੇ। ਮਹਿਮਾਨ ਵੀ ਲੰਬੇ ਲੰਬੇ ਅਰਸੇ ਤੱਕ ਬੇਸ਼ੁਮਾਰ ਰਹੇ, ਪਰ ਮਨ ਵਿੱਚ ਕਦੀ ਕੋਈ ਔਖਿਆਈ ਮਹਿਸੂਸ ਨਹੀਂ ਕੀਤੀ। ਇਹਨਾਂ ਪਾਸੋਂ ਇੱਕ ਸਬਕ ਸਿੱਖਿਆ ਕਿ ਜੇ ਕੋਈ ਉਚੇਚ ਨਾ ਕਰੀਏ ਤਾਂ ਮਹਿਮਾਨ ਕਿੰਨੇ ਵੀ ਹੋਣ ਤੇ ਕਿੰਨੇ ਚਿਰ ਵੀ ਠਹਿਰਨ, ਕੋਈ ਔਖ ਮਹਿਸੂਸ ਨਹੀਂ ਹੁੰਦੀ, ਸਗੋਂ ਘਰ ਭਰਿਆ ਭਰਿਆ ਤੇ ਰੌਣਕ ਲੱਗਦੀ ਹੈ। ਜੇ ਉਚੇਚ ਕਰੀਏ ਤਾਂ ਮਹਿਮਾਨ 2 ਦਿਨ ਰੱਖਣਾ ਔਖਾ ਹੋ ਜਾਂਦਾ ਹੈ। ਆਦਮੀ ਕੋਲ ਆਉਂਦਾ ਹੈ, ਮਕਾਨ ਕੋਲ ਨਹੀਂ, ਤੇ ਨਾ ਹੀ ਕੋਈ ਕਿਸੇ ਕੋਲ ਰੋਟੀ ਖਾਣ ਲਈ ਆਉਂਦਾ ਹੈ। ਦਿਲ ਵੱਡਾ ਹੋਵੇ, ਮਕਾਨ ਭਾਵੇਂ ਛੋਟਾ ਹੀ ਹੋਵੇ, ਰੋਟੀ ਰੁੱਖੀ ਮਿੱਸੀ ਹੋਵੇ, ਮਹਿਮਾਨ ਨਿੱਘ ਮਹਿਸੂਸ ਕਰਦਾ ਹੈ। ਲੰਮੀਆਂ ਚੌੜੀਆਂ ਕੋਠੀਆਂ ਵਿੱਚ ਪਕਵਾਨਾਂ ਤੇ ਨੌਕਰਾਂ ਚਾਕਰਾਂ ਦੀ ਸੇਵਾ ਨਾਲ ਜੋ ਘਰ ਦੇ ਮਾਲਕਾਂ ਦਾ ਵਤੀਰਾ ਤੇ ਖਿੜੇ ਮੱਥੇ ਵਾਲਾ ਨਾ ਹੋਵੇ ਤਾਂ ਮਹਿਮਾਨ ਦਾ ਦਮ ਘੁੱਟਦਾ ਹੈ ਤੇ ਉਹ ਜ਼ਰੂਰਤ ਤੋਂ ਵੱਧ 1 ਮਿੰਟ ਲਈ ਵੀ ਉੱਥੇ ਰਹਿਣਾ ਨਹੀਂ ਚਾਹੇਗਾ। ਪ੍ਰਾਹੁਣਾਚਾਰੀ ਜ਼ਿਆਦਾ ਉਚੇਚ ਜਾਂ ਹੋਰ ਖਾਊਜੀ ਨਾਲ ਨਹੀਂ ਹੁੰਦੀ, ਸਗੋਂ ਦਿਲੀ ਸਵਾਗਤ ਨਾਲ ਹੁੰਦੀ ਹੈ, ਜੋ ਆਏ ਮਹਿਮਾਨ ਨੂੰ ਲੱਖ ਲੁਕਾਉਣ ਤੋਂ ਵੀ ਦਿਸਦਾ ਹੁੰਦਾ ਹੈ। ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਜਦ ਕੋਈ ਆਦਮੀ ਉੱਪਰੋਂ ਦਿਖਾਵਾ ਕਰਦਾ ਹੈ ਜਾਂ ਝੂਠ ਬੋਲਦਾ ਹੈ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਦਿਖਾਵਾ ਹੈ ਤੇ ਝੂਠ ਬੋਲ ਰਿਹਾ ਹੈ। ਤੁਸੀਂ ਸਿਰਫ ਸਦਾਚਾਰੀ ਦੇ ਨਾਤੇ ਹੀ ਹਾਂ 'ਚ ਹਾਂ ਮਿਲਾ ਦਿੰਦੇ ਹੋ ਜਾਂ ਕੁਝ ਵੀ ਨਹੀਂ ਕਹਿੰਦੇ। ਉਹ ਆਦਮੀ ਸਿਰਫ ਆਪਣੇ ਆਪ ਨੂੰ ਝੂਠ ਬੋਲ ਰਿਹਾ ਹੁੰਦਾ ਹੈ ਤੇ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈ। ਦਰਅਸਲ ਝੂਠ ਦੀ ਪਰਿਭਾਸ਼ਾ ਹੀ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੈ, ਦੂਸਰੇ ਨੂੰ ਨਹੀਂ। ਅੰਮ੍ਰਿਤਸਰ ਦਾ ਨਾਮ ਮਨ 'ਚ ਆਉਂਦਿਆਂ ਹੀ ਸ੍ਰੀ ਦਰਬਾਰ ਸਾਹਿਬ ਅੱਖਾਂ ਅੱਗੇ ਦਿਸਦਾ ਹੈ। ਪਹਿਲੋਂ ਵੀ ਕੁਝ ਮਹੀਨੇ ਮੈਨੂੰ ਅੰਮ੍ਰਿਤਸਰ ਰਹਿਣ ਦਾ ਮੌਕਾ ਮਿਲਿਆ ਸੀ ਜਦ ਮੈਂ ਕਾਲਜ 'ਚ ਇੱਥੇ ਦਾਖਲ ਹੋਇਆ ਸੀ। ਇਹ ਮੇਰੇ ਲਈ ਦੂਸਰਾ ਅਵਸਰ ਸੀ। ਇਸ ਵਾਰ ਘਰ ਵੀ ਤਕਰੀਬਨ 10 ਮਿੰਟ ਦੇ ਪੈਦਲ ਰਸਤੇ ਦੀ ਦੂਰੀ 'ਤੇ ਹੀ ਮੈਂ ਅਜੀਤ ਨਗਰ 'ਚ ਲੈ ਲਿਆ। ਘਰ ਵਿੱਚ ਧਾਰਮਿਕ ਮਾਹੌਲ ਨਾ ਹੋਣ ਕਰਕੇ ਸਵੇਰੇ ਉੱਠ ਕੇ ਮੈਂ ਕਦੀ ਵੀ ਦਰਸ਼ਨਾਂ ਨੂੰ ਸ਼ਾਇਦ ਆਪਣੇ ਆਪ ਨਹੀਂ ਗਿਆ। ਹਾਂ, ਕਦੀ ਕਦੀ ਕੋਈ ਸ਼ਰਧਾਲੂ ਮਹਿਮਾਨਾਂ ਨਾਲ ਜ਼ਰੂਰ ਚਲਿਆ ਜਾਂਦਾ ਸੀ। ਸ਼ਾਮ ਦੇ ਵੇਲੇ ਆਪ ਜਾਂਦਾ ਸੀ। ਬੜਾ ਨਿਰਮਲ ਵਾਤਾਵਰਨ ਤੇ ਸ਼ਾਂਤੀ ਭਰਪੂਰ ਸਰੋਵਰ ਦੇ ਕੰਢੇ ਬੈਠ ਰੱਬੀ ਬਾਣੀ ਦਾ ਕੀਰਤਨ ਇੱਕ ਐਸਾ ਆਨੰਦਮਈ ਮਾਹੌਲ ਪੈਦਾ ਕਰਦਾ ਸੀ ਕਿ ਦਿਲ ਉੱਠਣ ਨੂੰ ਨਹੀਂ ਸੀ ਕਰਿਆ ਕਰਦਾ। ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ। ਮੇਰਾ ਦੋਸਤ ਹਰਜਿੰਦਰ ਸਿੰਘ, ਜੋ ਉਸ ਵੇਲੇ ਦਾਣਾ ਮੰਡੀ 'ਚ ਕੰਮ ਕਰਦਾ ਸੀ, ਇੱਕ ਦਿਨ ਮੈਨੂੰ ਵਿਖਾਉਣ ਲੱਗਾ ਕਿ ਉਹ ਵੇਖੋ, ਦਰਬਾਰ ਸਾਹਿਬ ਦੇ ਅੰਦਰਲੇ ਦਰਵਾਜ਼ਿਆਂ ਨਾਲੋਂ ਲੋਕਾਂ ਨੇ ਛੋਟੇ ਛੋਟੇ ਥੱਲਿਓਂ ਪੱਤੇ ਲਾਏ ਹੋਏ ਨੇ, ਇਹ ਸਮਝ ਕੇ ਕਿ ਸੋਨੇ ਦੇ ਨੇ। ਇਹ ਕੰਮ ਕਰਨ ਵਾਲੇ ਅੰਦਰ ਬਾਣੀ ਜਾਂ ਕੀਰਤਨ ਸੁਣਨ ਦੇ ਬਹਾਨੇ ਦਰਵਾਜ਼ੇ ਨਾਲ ਲੱਗ ਕੇ ਬਹਿ ਜਾਂਦੇ ਨੇ ਤੇ ਇਹ ਕੰਮ ਕਰਦੇ ਨੇ। ਇਹ ਵੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ ਕਿ ਇੰਜ ਵੀ ਹੋ ਸਕਦਾ। ਫਿਰ ਸੋਚਿਆ ਕਿ ਹੋ ਸਕਦਾ ਅਗਰ ਪਰਮਾਤਮਾ ਨੇ ਦੁਨੀਆ ਦਾ ਇਹ ਨਾਟਕ ਚਲਾਉਣ ਲਈ ਹਰ ਕਿਸਮ ਦੇ ਕਿਰਦਾਰ ਬਣਾਉਣੇ ਹੀ ਸਨ, ਇਹ ਵੀ ਤਾਂ ਇੱਕ ਕਿਰਦਾਰ ਹੀ ਹੈ। ਫਿਰ ਯਾਦ ਆਇਆ ਕਿ ਇਹ ਤਾਂ ਸੋਨੇ ਦਾ ਭੁਲੇਖਾ ਹੈ। ਜਦ ਇੱਕ ਵਾਰ ਮੇਰੀ ਪਤਨੀ ਦਾ ਵੱਡਾ ਭਰਾ ਇੱਥੇ ਇਸ਼ਨਾਨ ਕਰਨ ਆਇਆ ਸੀ ਤਾਂ ਅੰਦਰ ਮੱਥਾ ਟੇਕਣ ਗਏ, ਮਗਰੋਂ ਬਾਹਰ ਰੱਖਿਆ ਕੋਈ ਗਿੱਲਾ ਕੱਛਾ ਹੀ ਲੈ ਗਿਆ। ਨਾਲ ਇਹੋ ਜਿਹੇ ਆਦਮੀ ਕਿਸੇ ਦੀ ਚੋਰੀ ਥੋੜ੍ਹਾ ਹੀ ਕਰਦੇ ਨੇ, ਬਾਬੇ ਦੇ ਘਰੋਂ ਸ਼ਾਇਦ ਅਰਦਾਸ ਕਰਕੇ ਮੰਗ ਕੇ ਹੀ ਲੈ ਜਾਂਦੇ ਹੋਣ। ਮੈਨੂੰ ਯਾਦ ਹੈ, ਸਾਡੇ ਨਾਲ ਇੱਕ ਬੜਾ ਚੰਚਲ ਜਿਹਾ ਮੁੰਡਾ ਪੜ੍ਹਦਾ ਹੁੰਦਾ ਸੀ। ਉਹਦਾ ਇਹ ਦਸਤੂਰ ਸੀ ਕਿ ਜਦ ਕੋਈ ਨੇੜੇ ਨਾ ਹੋਵੇ ਤਾਂ ਵੇਖਦਾ ਨਾ ਹੋਵੇ ਤਾਂ ਗੁਰਦੁਆਰੇ ਜਾ ਕੇ ਮਹਾਰਾਜ ਦੀ ਬੀੜ ਅੱਗੇ ਮੱਥਾ ਟੇਕ ਕੇ ਅਰਜ਼ੋਈ ਕਰਦਾ ਹੁੰਦਾ ਸੀ ਕਿ ਬਾਬਾ ਜੀ, ਸਿਨੇਮਾ ਵੇਖਣ ਨੂੰ ਦਿਲ ਕਰਦਾ ਹੈ, ₹1 ਰੁਪਈਆ ਚਾਹੀਦਾ ਹੈ, ਮਿੰਨਤ ਕਰਦਾ ਦੇ ਦਿਓ। ਫਿਰ ਆਪ ਹੀ ਕਹਿ ਦੇਣਾ, ਲੈ ਜਾ ਬੇਟਾ ਲੈ ਜਾ, ਪਰ ਇੰਨਾ ਸਿਨੇਮਾ ਨਾ ਵੇਖਿਆ ਕਰ। ਫਿਰ ਇਮਾਨਦਾਰੀ ਨਾਲ ₹1 ਰੁਪਈਆ ਹੀ ਚੁੱਕਣਾ ਤੇ ਬਾਹਰ ਆ ਜਾਣਾ।
ਇੱਕ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਫੜ ਲਿਆ ਕਿ ਇਹ ਕੀ ਕਰਦਾ ਹੈ। ਲੋਕ ਮੱਥਾ ਟੇਕ ਕੇ ਪੈਸੇ ਚੜਾਉਂਦੇ ਨੇ ਤੇ ਤੂੰ ਪੈਸੇ ਇਕੱਠੇ ਕਰਕੇ ਤੁਰ ਪਿਆ, ਰੱਖ ਪੈਸੇ ਵਾਪਸ। ਉਹ ਕਹਿਣ ਲੱਗਾ, ਤੁਹਾਨੂੰ ਕੀ ਭਾਈ ਜੀ, ਮੈਂ ਆਪਣੇ ਬਾਬੇ ਕੋਲੋਂ ਪੈਸੇ ਮੰਗ ਕੇ ਲਏ ਨੇ ਤੇ ਸਿਨੇਮਾ ਵੇਖਣਾ, ਤੁਸੀਂ ਕੌਣ ਹੁੰਦੇ ਹੋ ਵਿੱਚ ਖਾਮਖਾ। ਆਖਰ ਝਿੜਕਾਂ ਪੁੜਕਾਂ ਖਾ ਕੇ ਪੈਸੇ ਲੈ ਕੇ ਦੌੜ ਹੀ ਆਇਆ। ਇਸ ਤਰ੍ਹਾਂ ਹਰ ਤਰ੍ਹਾਂ ਦੇ ਇਨਸਾਨ ਪਰਮਾਤਮਾ ਦੀ ਬਣਾਈ ਨੇ। ਇਹਨਾਂ ਉੱਤੇ ਬਹੁਤਾ ਗੁੱਸਾ ਨਹੀਂ ਕਰਨਾ ਚਾਹੀਦਾ, ਸਗੋਂ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ। ਜਿੰਨੀ ਦੇਰ ਆਪਣਾ ਹਿਰਦਾ ਸਾਫ਼ ਹੈ ਤੇ ਸ਼ਰਧਾ ਨਾਲ ਕਿਸੇ ਗੁਰਦੁਆਰੇ ਜਾਂ ਮੰਦਰ ਜਾਂਦੇ ਹੋ ਤਾਂ ਇੰਨਾ ਹੀ ਕਾਫੀ ਹੈ। ਲੋਕਾਂ ਵੱਲ ਨਹੀਂ ਵੇਖਣਾ ਚਾਹੀਦਾ ਤੇ ਨਾ ਹੀ ਨੁਕਸ ਕੱਢਣ ਦੀ ਲੋੜ ਹੈ। ਹਰੇਕ ਦਾ ਰੱਬ ਆਪਣਾ ਹੈ, ਆਪੋ ਆਪਣਾ ਹੀ ਉਸ ਨਾਲ ਰਿਸ਼ਤਾ ਹੈ। ਆਪਣੇ ਇਸ਼ਟ ਨਾਲ ਰਿਸ਼ਤਾ ਸਾਫ਼ ਤੇ ਸੁਹਿਰਦ ਹੋਵੇ ਤਾਂ ਬਾਕੀ ਕੋਈ ਕੀ ਕਰਦਾ ਹੈ, ਕੀ ਕਹਿੰਦਾ ਹੈ ਜਾਂ ਸੋਚਦਾ ਹੈ, ਇੰਨੀ ਮਹੱਤਤਾ ਨਹੀਂ ਰੱਖਦਾ। ਕਈ ਲੋਕ ਧਾਰਮਿਕ ਸਥਾਨਾਂ ਨੂੰ ਨਹੀਂ ਮੰਨਦੇ, ਇਹ ਉਹਨਾਂ ਦੀ ਸੋਚਣੀ ਹੈ। ਜਿਵੇਂ ਕਿਸੇ ਦਾ ਮਨ ਦਾ ਰਾਂਝਾ ਰਾਜੀ ਹੋਵੇ, ਠੀਕ ਹੈ। ਆਖਿਰ ਕਿਸੇ ਦਾ ਕੀ ਹੱਕ ਬਣਦਾ ਹੈ ਕਿ ਆਪਣੀ ਸਮਝ ਦੂਜੇ ਉੱਤੇ ਖਾਮਖਾ ਠੋਸਦਾ ਫਿਰੇ। ਮੈਂ ਹਰ ਧਾਰਮਿਕ ਸਥਾਨ ਨੂੰ, ਚਾਹੇ ਮੰਦਰ, ਮਸਜਿਦ, ਗੁਰਦੁਆਰਾ ਜਾਂ ਗਿਰਜਾ ਕੋਈ ਵੀ ਹੋਵੇ, ਇੱਕ ਆਪਣੀ ਹੀ ਫਿਲਾਸਫੀ ਨਾਲ ਮੰਨਦਾ। ਉੱਥੇ ਕੋਈ ਕਿਸੇ ਦੇਵੀ ਦੇਵਤੇ ਦੀ ਮੂਰਤੀ ਹੈ ਜਾਂ ਨਹੀਂ, ਇਹ ਵੀ ਫਰਕ ਨਹੀਂ। ਕਿਸੇ ਪੀਰ ਫਕੀਰ ਦੀ ਕਬਰ ਹੈ ਜਾਂ ਕੋਈ ਸਮਾਧ ਹੈ, ਇਹ ਵੀ ਕੋਈ ਫਰਕ ਨਹੀਂ। ਮੈਂ ਸਮਝਦਾ ਹਾਂ ਕਿ ਹਰ ਮਾਨਤਾ ਵਾਲੀ ਜਗ੍ਹਾ 'ਤੇ ਲੋਕ ਸ਼ੁੱਧ ਹਿਰਦਿਆਂ ਨਾਲ ਆਪਣੀ ਬਿਰਤੀ ਨੂੰ ਇਕਾਗਰ ਕਰ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ। ਕੁਝ ਇੱਕ ਨੂੰ ਛੱਡ ਉਸ ਵੇਲੇ ਸਾਰੀਆਂ ਹੀ ਆਤਮਾਵਾਂ ਪਵਿੱਤਰਤਾ ਅਤੇ ਸ਼ਰਧਾ ਨਾਲ ਧੋਤੀਆਂ ਹੁੰਦੀਆਂ ਨੇ ਤੇ ਉਸ ਬਿੰਦੂ 'ਤੇ ਇਕਾਗਰ ਹੁੰਦੀਆਂ ਨੇ। ਆਤਮਾ ਦੀ ਪੁਕਾਰ ਤੇ ਇਕਾਗਰਤਾ ਵਿੱਚ ਬਹੁਤ ਅਸਰ ਹੁੰਦਾ ਹੈ। ਕਈ ਬੰਦਿਆਂ ਨੇ ਆਪਣੀ ਆਤਮਾ ਨੂੰ ਇੰਨਾ ਪ੍ਰਬਲ ਕੀਤਾ ਹੁੰਦਾ ਹੈ, ਤੁਸੀਂ ਸ਼ਾਇਦ ਵੇਖਿਆ ਹੋਵੇ, ਮੈਨੂੰ ਇਹ ਤਜਰਬਾ ਹੈ। ਇੱਕ ਆਦਮੀ ਕਿਸੇ ਵੀ ਕੀੜੇ ਦੇ ਇਰਦ ਗਿਰਦ ਇੱਕ ਚੱਕਰ ਵਾਹ ਆਪਣੀ ਨਜ਼ਰ ਇਸ ਤਾਕਤ ਨਾਲ ਉਸ ਕੀੜੇ ਉੱਤੇ ਟਿਕਾਉਂਦਾ ਸੀ ਕਿ ਕੀੜੇ ਨੂੰ ਉਸ ਚੱਕਰ 'ਚੋਂ ਬਾਹਰ ਨਹੀਂ ਸੀ ਨਿਕਲਣ ਦਿੰਦਾ। ਇਸ ਤਰ੍ਹਾਂ ਜਦ ਆਤਮਾ ਸੱਚੀ ਮੁੱਚੀ ਇਕਾਗਰ ਹੋ ਕੇ ਕਿਸੇ ਬਿੰਦੂ ਉੱਤੇ ਸ਼ਰਧਾ ਨਾਲ ਵੇਖਦੀ ਜਾਂ ਸੋਚਦੀ ਹੈ ਤੇ ਝੁਕਦੀ ਹੈ ਤਾਂ ਉਸ ਬਿੰਦੀ ਨੂੰ ਗੈਬੀ ਸ਼ਕਤੀ 'ਚ ਤਬਦੀਲ ਕਰਦੀ ਹੈ। ਇਸ ਤਰ੍ਹਾਂ ਜਦ ਹਜ਼ਾਰਾਂ ਤੇ ਲੱਖਾਂ ਆਤਮਾਵਾਂ ਇੱਕ ਬਿੰਦੂ 'ਤੇ ਇਕਾਗਰ ਹੁੰਦੀਆਂ ਹਨ ਤਾਂ ਉਹ ਅਸਥਾਨ ਸੱਤਾ ਧਾਰ ਜਾਂਦਾ ਹੈ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਕਿਸੇ ਵੀ ਧਾਰਮਿਕ ਅਸਥਾਨ ਨੂੰ, ਜਿਹਨੂੰ ਲੋਕ ਮੰਨਦੇ ਹੋਣ, ਪੂਜਦੇ ਹੋਣ, ਸਤਿਕਾਰ ਨਾਲ ਨਾ ਵੇਖਿਆ ਜਾਏ। ਇਸ ਨਜ਼ਰੀਏ ਤੋਂ ਮੈਨੂੰ ਸਵਾਮੀ ਦਇਆਨੰਦ ਦੀ ਮੂਰਤੀ ਉੱਤੇ ਚੂਹੇ ਫਿਰਦੇ ਵੇਖ ਸ਼ਰਧਾ ਉੱਠ ਜਾਣ ਵਾਲੀ ਗੱਲ ਵੀ ਜਚੀ ਨਹੀਂ। ਮੂਰਤੀ ਰੱਬ ਜਾਂ ਦੇਵੀ ਦੇਵਤਾ ਨਹੀਂ ਹੁੰਦੀ। ਲੋਕਾਂ ਦੀ ਸ਼ਰਧਾ ਵਿਸ਼ਵਾਸ ਉਸ ਵਿੱਚ ਤਾਕਤ ਤੇ ਗੁਣ ਭਰ ਦਿੰਦੇ ਹਨ। ਉਹ ਮੂਰਤੀ ਜਾਂ ਬਿੰਦੂ ਆਪ ਹਿਲਦਾ ਜੁਲਦਾ ਨਹੀਂ, ਬੋਲਦਾ ਨਹੀਂ। ਸਫਾਈ ਵੀ ਸ਼ਰਧਾਲੂ ਕਰਦੇ ਨੇ ਤੇ ਹਿਲਾਉਂਦੇ ਜੁਲਾਉਂਦੇ ਜਾਂ ਬਣਾਉਂਦੇ ਸੰਵਾਰਦੇ ਵੀ ਉਹੀ ਨੇ। ਵਿਅਕਤੀ ਉਸ ਬਿੰਦੂ ਤੋਂ ਸਮੂਹ ਸ਼ਰਧਾ ਵਿਸ਼ਵਾਸ ਤੇ ਆਤਮਿਕ ਇਕਾਗਰਤਾ ਵਿੱਚੋਂ ਅਰਪਣ ਵਰਦਾਨ ਆਪਣੀ ਸ਼ਰਧਾ ਤੇ ਯਕੀਨ ਮੁਤਾਬਕ ਪ੍ਰਾਪਤ ਕਰਦਾ ਹੈ। ਜਿੱਡੀ ਕਿਸੇ ਦੀ ਝੋਲੀ ਹੈ, ਦਾਤ ਵੀ ਓਡੀ ਕੋਈ ਮਿਲਦੀ ਹੈ। ਇਸ ਕਰਕੇ ਮੈਂ ਤਾਂ ਹਰ ਉਸ ਮੰਦਰ, ਮਸਜਿਦ, ਗੁਰਦੁਆਰੇ ਜਾਂ ਹੋਰ ਬਿੰਦੂ ਉੱਤੇ ਸਤਿਕਾਰ ਨਾਲ ਨਮਸਕਾਰ ਕਰਦਾ ਹਾਂ ਜਿੱਥੇ ਲੋਕ ਸ਼ਰਧਾ ਰੱਖਦੇ ਨੇ, ਪੂਜਦੇ ਨੇ ਜਾਂ ਤੀਰਥ ਕਰਦੇ ਨੇ। ਇਸ ਪੱਖੋਂ ਇਹ ਵੇਖ ਕੇ ਕਿ ਲੋਕ ਕੀ ਕਰਦੇ ਨੇ, ਸੋਚਦੇ ਨੇ ਜਾਂ ਕੀ ਮਨ 'ਚ ਰੱਖ ਕੇ ਦਰਬਾਰ ਸਾਹਿਬ ਜਾਂਦੇ ਨੇ, ਮੇਰੇ ਉੱਤੇ ਕਦੀ ਕੋਈ ਅਸਰ ਨਹੀਂ ਹੋਇਆ ਤੇ ਮੈਂ ਆਪਣੀ ਸ਼ਰਧਾ ਨਾਲ ਇਹਨਾਂ ਪੱਖਾਂ ਵੱਲੋਂ ਮਨ ਦੀਆਂ ਅੱਖਾਂ ਕੰਨ ਬੰਦ ਕਰਕੇ ਦਰਸ਼ਨਾਂ ਨੂੰ ਤੇ ਮੱਥਾ ਟੇਕਣ ਜਾਂਦਾ। ਇਸ ਦਹਾਕੇ ਵਿੱਚ ਪਿੱਛੇ ਇੱਥੇ ਕੀ ਹੋਇਆ, ਕੀ ਕੀਤਾ, ਇਹਦਾ ਹਰਿਮੰਦਰ ਸਾਹਿਬ ਦੇ ਸਤਿਕਾਰ ਤੇ ਸ਼ਰਧਾ ਪੱਖੋਂ ਮੇਰੇ ਉੱਤੇ ਕੋਈ ਅਸਰ ਨਹੀਂ ਹੋਇਆ। ਉੱਥੇ ਕੀ ਹੋਇਆ ਇਹ ਮੈਨੂੰ ਲਿਖਣ ਦੀ ਲੋੜ ਨਹੀਂ, ਇਹ ਤਾਂ ਤਾਰੀਖ ਦੇ ਪੰਨਿਆਂ 'ਚ ਸ਼ਾਮਲ ਹੋ ਚੁੱਕਾ। ਮੈਂ ਸਿਰਫ ਇੰਨਾ ਹੀ ਕਹਿਣਾ ਕਾਫੀ ਸਮਝਦਾ ਕਿ ਮਨਮੁਖ ਹੋ ਕੇ ਅਕਾਲ ਤਖਤ ਵਿੱਚ ਇੱਕ ਘਰ, ਮਹਿਮਾਨ ਘਰ ਜਾਂ ਪਨਾਹ ਸਥਾਨ ਵਾਂਗ ਵਸਣਾ ਤੇ ਉੱਥੇ ਫੌਜੀ ਹਮਲੇ ਦਾ ਕਾਰਨ ਬਣਨਾ, ਉੱਥੋਂ ਬੰਦੂਕਾਂ ਗੋਲੀਆਂ ਚਲਾਉਣੀਆਂ, ਮੋਰਚੇ ਬਣਾਉਣੇ, ਪਰਿਕਰਮਾ 'ਚ ਗੈਰ ਇਨਸਾਨੀ ਤੇ ਗੈਰ ਇਖਲਾਕੀ ਤੌਰ 'ਤੇ ਕਮਰਿਆਂ ਵਿੱਚ ਅਪਰਾਧ ਕਰਨੇ, ਬੀਬੀਆਂ ਦੀਆਂ ਬੇਹੁਰਮਤੀਆਂ ਕਰਨੀਆਂ, ਬੰਦੇ ਮਾਰ ਕੇ ਮਲਬੇ 'ਚ ਦੱਬਣੇ, ਪਨਾਹ ਲੈ ਕੇ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਗੰਦਗੀ ਨਾਲ ਭਰਨਾ ਤੇ ਉੱਥੋਂ ਗੋਲੀਆਂ ਨਾਲ ਮੁਕਾਬਲੇ ਕਰਨੇ ਕਿਸੇ ਪੂਰਨ ਸਿੱਖ ਜਾਂ ਗੁਰੂ ਉੱਤੇ ਵਿਸ਼ਵਾਸ ਤੇ ਸ਼ਰਧਾ ਰੱਖਣ ਵਾਲੇ ਸਿੱਖ ਦਾ ਕੰਮ ਨਹੀਂ ਹੋ ਸਕਦਾ। ਸਰਕਾਰ ਜੇ ਥੋੜ੍ਹਾ ਸਬਰ ਜਾਂ ਸਮਝ ਤੋਂ ਕੰਮ ਲੈਂਦੀ ਤੇ ਆਪਣੀ ਧੁਨ 'ਚ ਅੰਨੀ ਨਾ ਹੁੰਦੀ ਤੇ ਜਲਦਬਾਜ਼ੀ ਨਾ ਕਰਦੀ ਤਾਂ ਨੀਲਾ ਤਾਰਾ ਹਮਲੇ ਦੀ ਲੋੜ ਹੀ ਨਾ ਪੈਂਦੀ। ਇਸ ਸਭ ਨੂੰ ਮੰਨਦੇ ਹੋਏ ਤੇ ਹਿਰਦੇ ਤੋਂ ਦੁਖੀ ਹੋਏ ਵੀ ਮੇਰਾ ਇਹ ਵਿਸ਼ਵਾਸ ਹੈ ਕਿ ਇਸ ਸਭ ਕੁਝ ਦੇ ਵਾਪਰਨ ਦਾ ਅਮਲੀ ਕਾਰਨ ਉਹ ਲੋਕ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ
ਅਕਾਲ ਤਖਤ ਦੀ ਦੁਰਵਰਤੋਂ ਕੀਤੀ। ਇਹ ਸਿੱਖ ਕੌਮ ਤੇ ਸਿੱਖ ਧਰਮ ਦੇ ਮੁਜਰਮ ਹਨ। ਇਹਨਾਂ ਦੀ ਕਰਨੀ ਦਾ ਫਲ ਸਿੱਖਾਂ ਨੇ ਇੱਕ ਦਹਾਕਾ ਸੰਤਾਪ ਭੋਗਿਆ ਹੈ ਤੇ ਹਾਲੇ ਪਤਾ ਨਹੀਂ ਕਿੰਨਾ ਚਿਰ ਇਹ ਦਾਗ ਮੱਥੇ ਤੋਂ ਨਾ ਜਾਏ। ਇਸ ਕਰਤੂਤ ਦਾ ਫਲ ਸ਼ਾਇਦ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਭੋਗਣਾ ਪਏ। ਅੱਜ ਦੇ ਡਰੇ ਹੋਏ ਤੇ ਕੁਝ ਸੰਕੀਰਨਤਾ ਤੇ ਮਜ਼ਹਬੀ ਜਨੂੰਨ 'ਚ ਫਸੇ ਲੋਕ ਤਾਂ ਭਾਵੇਂ ਇਹਨਾਂ ਬਾਰੇ ਕੁਝ ਨਾ ਕਹਿਣ, ਸਗੋਂ ਇਹਨਾਂ ਦੀਆਂ ਕਰਤੂਤਾਂ ਨੂੰ ਸਹੀ ਸਾਬਤ ਵੀ ਕਰਨ ਦੀ ਕੋਸ਼ਿਸ਼ ਕਰਦੇ ਰਹਿਣ, ਪਰ ਆਉਣ ਵਾਲੀਆਂ ਨਸਲਾਂ ਜਦ ਉਦਾਰਤਾ ਨਾਲ ਤੇ ਠੰਡੇ ਦਿਮਾਗ ਨਾਲ ਸੋਚਣਗੀਆਂ ਤਾਂ ਇਹਨਾਂ ਕਰਤੂਤਾਂ ਤੇ ਇਹਨਾਂ ਲੋਕਾਂ ਨੂੰ ਕਦੀ ਵੀ ਨਹੀਂ ਬਖਸ਼ਣਗੀਆਂ। ਇਹ ਸਿਰਫ ਕੁਝ ਵਕਤ ਦੀ ਗੱਲ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਿੱਖਾਂ ਨਾਲ ਸਰਕਾਰ ਦਾ ਸਲੂਕ ਸਹੀ ਰਿਹਾ ਜਾਂ ਹੈ। ਸਰਕਾਰੀ ਪਾਸੇ ਵੀ ਲੀਡਰਾਂ ਨੇ ਕਾਫੀ ਸੰਕੀਰਨਤਾ ਤੇ ਪੱਖਪਾਤ ਤੋਂ ਕੰਮ ਲਿਆ ਤੇ ਨੀਲਾ ਤਾਰਾ ਤੇ 84 ਦੇ ਸਿੱਖਾਂ ਦਾ ਕਤਲੇਆਮ ਇੱਕ ਵਿਧੀਬੱਧ ਤਰੀਕੇ ਨਾਲ ਮੌਕੇ ਦੀ ਸਰਕਾਰ ਦੀ ਸ਼ਹਿ ਨਾਲ ਹੋਇਆ ਤੇ ਅੱਜ ਤੱਕ ਏਡਾ ਵੱਡਾ ਪਾਪ ਗੁਨਾਹ ਕਰਨ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਮਿਲੀ। ਸਗੋਂ ਇਹ ਪਾਪੀ ਉਚੇਰੀਆਂ ਕੁਰਸੀਆਂ ਤੇ ਪਦਵੀਆਂ ਤੇ ਬੇਖੌਫ ਬਿਰਾਜਮਾਨ ਰਹੇ ਹਨ ਤੇ ਅਜੇ ਵੀ ਹਨ। ਇਸ ਪੱਖੋਂ ਸਿੱਖ ਨੁਮਾਇੰਦਿਆਂ ਤੋਂ ਸੱਖਣੀ ਦੇਸ਼ ਦੀ ਸਭਾ ਜਾਂ ਰਾਜ ਸਭਾ ਨੇ ਰਸਮੀ ਤੌਰ ਤੇ ਕੋਈ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਤੇ ਮਰਨ ਵਾਲਿਆਂ ਦੀ ਰੂਹ ਦੀ ਸ਼ਾਂਤੀ ਲਈ ਤੇ ਬੇਗੁਨਾਹ ਪਰਿਵਾਰਾਂ ਦੀ ਹਮਦਰਦੀ 'ਚ ਕੋਈ ਮਤਾ ਪਾਸ ਵੀ ਨਹੀਂ ਕੀਤਾ। ਇਹ ਸਭ ਹਾਲਾਤ ਤੇ ਮਸਲੇ ਜਿਨ੍ਹਾਂ 'ਚ ਇਹ ਇੱਕ ਦਹਾਕੇ ਤੋਂ ਵੀ ਵੱਧ ਦਾ ਸੰਤਾਪ ਪਨਪਿਆ, ਉਸੇ ਤਰ੍ਹਾਂ ਹਾਲੇ ਵੀ ਕਾਇਮ ਹਨ। ਇਹਨਾਂ ਦੇ ਹੱਲ ਦੀ ਕੋਈ ਝਲਕ ਹਾਲਾਂ ਦਿਖਾਈ ਨਹੀਂ ਦਿੰਦੀ। ਮੈਂ ਤਾਂ ਇੱਥੋਂ ਤੱਕ ਵੀ ਯਕੀਨ ਰੱਖਦਾ ਕਿ ਜਿਨ੍ਹਾਂ ਲੀਡਰਾਂ ਨੇ ਪੰਜਾਬ ਵਿੱਚ ਅੱਤਵਾਦ ਦੇ ਪੌਦੇ ਨੂੰ ਪਾਣੀ ਦੇ ਕੇ ਆਪਣੇ ਹੱਥੀਂ ਪਾਲਿਆ ਸੀ, ਉਹਨਾਂ ਨੇ ਸੱਤਾ ਹਥਿਆ ਕੇ ਇਹਨੂੰ ਦਬਾ ਦਿੱਤਾ। ਠੀਕ ਹੈ, ਸਿਗਰਟਾਂ ਪੀਣ ਵਾਲੇ ਸਿਗਰਟ ਪੀ ਕੇ ਸਿਗਰਟ ਦਾ ਬੱਟ ਤਾਂ ਪੈਰ ਥੱਲੇ ਦੇ ਕੇ ਮਾਲੀ ਸੁੱਟਦੇ ਨੇ। ਇੰਝ ਹੀ ਇਸ ਖਾੜਕੂ ਵਾਵਰੋਲੇ ਨਾਲ ਹੋਈ। ਨਾਲ ਮੈਂ ਦੂਰ ਨਿਕਲ ਗਿਆ। ਕਿਸੇ ਹੋਰ ਸੰਦਰਭ 'ਚ ਅੱਗੇ ਜਾ ਕੇ ਮੈਂ ਸ਼ਾਇਦ ਹੋਰ ਵਿਸਥਾਰ ਨਾਲ ਇਸ ਮਾਮਲੇ 'ਤੇ ਆਪਣੇ ਵਿਚਾਰ ਪ੍ਰਗਟ ਕਰਾਂ। ਇੱਥੋਂ ਵਾਪਸ ਆਉਣਾ। ਗੱਲ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਚੱਲਦੀ ਸੀ। ਸ਼ਰਧਾ ਪੱਖੋਂ ਮੇਰੇ ਮਨ 'ਚ ਇਹ ਅਸਥਾਨ ਦੀ ਬਹੁਤ ਡੂੰਘੀ ਥਾਂ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੋਵੇ, ਉਹ ਹਰ ਗੁਰਦੁਆਰਾ ਪਵਿੱਤਰ ਅਸਥਾਨ ਹੈ। ਪਰ ਇਸ ਹਰੀ ਮੰਦਰ ਵਿੱਚ ਜੋ ਸ਼ਾਂਤੀ ਮਨ ਨੂੰ ਮਿਲਦੀ ਹੈ, ਉਹ ਮੈਨੂੰ ਹੋਰ ਕਿਤੇ ਨਹੀਂ ਮਿਲਦੀ। ਮੈਂ ਜਿਸ ਵੀ ਮੰਨੇ ਪ੍ਰਮੰਨੇ ਧਾਰਮਿਕ ਅਸਥਾਨ ਦੇ ਨੇੜੇ ਜਾਵਾਂ, ਵਾਹ ਲੱਗਦੀ ਕੋਸ਼ਿਸ਼ ਕਰਦਾ ਦਰਸ਼ਨ ਕਰਨ ਦੀ, ਪਰ ਦਰਬਾਰ ਸਾਹਿਬ ਜਾ ਕੇ ਮੇਰਾ ਮਨ ਟਿਕ ਜਾਂਦਾ ਹੈ। ਤਕਰੀਬਨ 1.5 ਸਾਲ ਅੰਮ੍ਰਿਤਸਰ ਰਹਿ ਕੇ ਮੈਂ ਜੋ ਨੌਕਰੀ ਕੀਤੀ, ਉਸ ਦੌਰਾਨ ਬਹੁਤ ਆਨੰਦ ਮਾਣਿਆ ਦਰਬਾਰ ਸਾਹਿਬ ਦਰਸ਼ਨ ਕਰਕੇ, ਕੀਰਤਨ ਸੁਣ ਕੇ। ਕਈ ਵਾਰ ਨਾ ਭੁੱਲਣ ਵਾਲੀਆਂ ਘਟਨਾਵਾਂ ਵਰਤ ਜਾਂਦੀਆਂ ਹਨ। ਮੇਰਾ ਦੋਸਤ ਹਰਜਿੰਦਰ, ਜੋ ਉਸ ਵਕਤ ਮੰਡੀ 'ਚ ਕੰਮ ਕਰਦਾ ਸੀ, ਗਿਆਨੀ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ। ਜਦ ਅਸੀਂ ਇੱਕ ਦਿਨ ਇਕੱਠੇ ਦਰਬਾਰ ਸਾਹਿਬ ਗਏ, ਸ਼ਾਮ ਦਾ ਵਕਤ ਸੀ। ਕੀਰਤਨੀਏ ਸਿੰਘ ਬਹੁਤ ਸੁਰੀਲਾ ਤੇ ਸ਼ਰਧਾ ਨਾਲ ਕੀਰਤਨ ਕਰ ਰਹੇ ਸਨ। ਸ਼ਬਦ ਸੀ, ਹੱਥ ਨਾ ਲਾਈ ਕਸੁੰਭੜੇ ਜਲ ਜਾਸੀ ਢੋਲਾ। ਬਹੁਤ ਆਨੰਦ ਨਾਲ ਬੈਠ ਕੇ ਸ਼ਬਦ ਕੀਰਤਨ ਅਸੀਂ ਸੁਣਿਆ। ਜਦ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਅਸੀਂ ਘਰ ਵੱਲ ਪਰਤੇ ਤਾਂ ਸ਼ਬਦ ਹਾਲੇ ਵੀ ਕੰਨਾਂ 'ਚ ਗੂੰਜ ਰਿਹਾ ਸੀ। ਮੈਂ ਪੁੱਛਿਆ, ਹਰਜਿੰਦਰ, ਤੂੰ ਗਿਆਨੀ ਕਰਦਾ ਹੈ, ਹੱਥ ਨਾ ਲਾਈ ਕਸੁੰਭੜੇ ਸ਼ਬਦਾਂ ਦਾ ਰੂਹਾਨੀ ਮਤਲਬ ਤਾਂ ਸਮਝਾ। ਹਰਜਿੰਦਰ ਛੋਟਾ ਹੋਣ ਕਰਕੇ ਮੇਰੇ ਨਾਲ ਪਿਆਰ ਤੇ ਆਦਰ ਵੱਡੇ ਭਰਾ ਵਾਂਗ ਕਰਦਾ ਸੀ। ਉਹਨੂੰ ਮੇਰੇ ਉੱਤੇ ਆਪਣੀ ਵਿਦਵਤਾ ਦੀ ਧਾਕ ਜਮਾਉਣ ਦਾ ਮੌਕਾ ਹੱਥ ਆਇਆ। ਉਹਨੇ ਬੜੀ ਸੋਚ ਨਾਲ ਵਿਆਖਿਆ ਕਰਨੀ ਸ਼ੁਰੂ ਕੀਤੀ। ਜਦੋਂ 5 ਮਿੰਟ ਸਮਝਾਉਂਦਾ ਰਿਹਾ ਤਾਂ ਮੈਂ ਕਿਹਾ ਕਿ ਮੈਨੂੰ ਸਮਝ ਨਹੀਂ ਲੱਗੀ। ਉਸ ਫਿਰ 10 ਮਿੰਟ ਲਾਏ, ਪਰ ਪੱਲੇ ਫਿਰ ਕੁਝ ਨਾ ਪਿਆ। ਜਦੋਂ ਸਮਝਾ ਰਿਹਾ ਸੀ ਤੇ ਅਸੀਂ ਘਰ ਕੋਲ ਪਹੁੰਚ ਗਏ ਤਾਂ ਮੈਂ ਕਿਹਾ, ਹਰਜਿੰਦਰ, ਗੱਲ ਬਣੀ ਨਹੀਂ। ਉਸ ਹਾਰ ਕੇ ਜਵਾਬ ਦਿੱਤਾ, ਭਾਜੀ, ਦਰਅਸਲ ਮੈਨੂੰ ਇਸ ਸ਼ਬਦ ਦਾ ਮਤਲਬ ਆਉਂਦਾ ਹੀ ਨਹੀਂ। ਮੈਂ ਕਿਹਾ, ਜੇ ਨਹੀਂ ਪਤਾ ਸੀ ਤਾਂ 1.5 ਕਿਲੋਮੀਟਰ ਮੇਰਾ ਸਿਰ ਕਿਉਂ ਖਾਧਾ? ਉਦੋਂ ਹੀ ਕਹਿ ਦੇਣਾ ਸੀ। ਕਹਿਣ ਲੱਗਾ, ਗਲਤੀ ਹੋ ਗਈ। ਮੈਂ ਸੋਚਿਆ ਅੱਜ ਰੋਬ ਜਮਾ ਹੀ ਲਵਾਂ। ਮੈਨੂੰ ਕੀ ਪਤਾ ਸੀ ਕਿ ਤੁਸੀਂ ਏਡੀ ਛੇਤੀ ਨਹੀਂ ਐਵੇਂ ਹੀ ਮੰਨ ਜਾਣਾ। ਅਸੀਂ ਬੜੇ ਪਿਆਰ ਨਾਲ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਈ। ਮੇਰਾ ਇਹ ਦੋਸਤ ਮੇਰੀ ਅੰਮ੍ਰਿਤਸਰ ਦੀ ਖੱਟੀ ਹੈ। ਮੈਂ ਜਦ ਰੋਜ਼ਾਨਾ ਦਾਣਾ ਮੰਡੀ ਜਾਂਦਾ ਸਾਂ, ਜਿਣਸਾਂ ਦਾ ਭਾਅ ਤੇ ਮੰਡੀ ਦੀ ਹਾਲਤ ਦਾ ਜਾਇਜ਼ਾ ਲੈਣ ਲਈ, ਇਹ ਤੇ ਇਹਦਾ ਇੱਕ ਦੂਸਰਾ ਦੋਸਤ ਮੰਡੀ ਦੇ ਸਾਰੇ ਭਾਅ ਮੇਰੇ ਆਉਣ ਤੋਂ ਪਹਿਲਾਂ ਹੀ ਮੇਰੀ ਜ਼ਰੂਰਤ ਨਾਲੋਂ ਵੀ ਵੱਧ ਵਿਸਥਾਰ ਨਾਲ ਇਕੱਠੇ ਕਰਕੇ ਰੱਖਦੇ ਹੁੰਦੇ ਸੀ। ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਇਹ ਵਕਤ ਤੁਸੀਂ ਸਾਡੇ ਨਾਲ ਬੈਠ ਕੇ ਚਾਹ ਪੀਣ ਤੇ ਗੱਲਬਾਤ ਵਿੱਚ ਹੀ ਲਾਇਆ ਕਰੋ। ਇਹ ਇੱਕ ਕਿਸਮ ਦਾ ਰੋਜ਼ ਦਾ ਨੇਮ ਸੀ। ਮੇਰਾ ਕੰਮ ਤਾਂ ਹੋਇਆ ਹੀ ਹੁੰਦਾ ਸੀ। ਇਹਨਾਂ ਕੋਲ ਬੈਠ ਕੇ ਮੈਂ ਮੰਡੀ 'ਚ ਗੇੜਾ ਮਾਰ ਕੇ ਆਪਣੀ ਤਸੱਲੀ ਕਰ ਆਉਂਦਾ ਸੀ। ਇਹ ਦੋਵੇਂ ਨੌਜਵਾਨ ਕਾਫੀ ਸੁਲਝੇ ਹੋਏ ਸਨ। ਇਹਨਾਂ ਨੂੰ ਮੇਰੇ ਨਾਲ ਬੈਠ ਕੇ ਗੱਲਬਾਤ ਦਾ ਬਹੁਤ ਸ਼ੌਕ ਸੀ।
ਮੇਰੀ ਪ੍ਰੇਰਨਾ ਨਾਲ ਹਰਜਿੰਦਰ ਬਾਅਦ ਵਿੱਚ ਪ੍ਰਾਈਵੇਟ ਤੌਰ 'ਤੇ BA ਕਰ ਗਿਆ ਅਤੇ ਫਿਰ ਮੰਡੀ ਦਾ ਸੈਕਟਰੀ ਲੱਗ ਗਿਆ। ਬਾਅਦ ਵਿੱਚ ਇਸ ਦੋਸਤੀ ਦੇ ਨਾਤੇ ਹੀ ਇਹਦੀ ਲੜਕੀ ਦਾ ਵਿਆਹ ਮੇਰੇ ਲੜਕੇ ਨਾਲ ਹੋ ਗਿਆ ਅਤੇ ਅਸੀਂ ਕੁੜਮ ਬਣ ਗਏ। ਕਈ ਵਾਰੀ ਸੁਹਿਰਦਤਾ ਕਿੱਥੋਂ ਤੱਕ ਲੈ ਜਾਂਦੀ ਹੈ। ਇਸ ਸੁਹਿਰਦ ਦੋਸਤੀ ਲੜਕੀ ਦਾ ਰਿਸ਼ਤਾ ਮੈਂ ਆਪ ਮੰਗ ਕੇ ਆਪਣੇ ਬੇਟੇ ਵਾਸਤੇ ਲਿਆ, ਜੋ ਇਹਨੇ ਹੱਸ ਕੇ ਅਤੇ ਸਾਰੇ ਪਰਿਵਾਰ ਨੇ ਖੁਸ਼ੀ ਨਾਲ ਕਬੂਲ ਕੀਤਾ। ਅੰਮ੍ਰਿਤਸਰ ਨੌਕਰੀ ਕਰਦਿਆਂ ਮੈਂ ਹੈਰਾਨ ਹੋਇਆ ਕਿ ਮਿਲਾਵਟ ਕਰਨ ਵਾਲੇ ਕਿੱਥੋਂ ਤੱਕ ਪਹੁੰਚ ਜਾਂਦੇ ਨੇ। ਮੈਨੂੰ ਸਰਕਾਰ ਵੱਲੋਂ ਇੱਕ ਘੋਖ ਕਰਨ ਦਾ ਹੁਕਮ ਹੋਇਆ ਕਿ ਜੋ ਕੇਸਰ ਅੰਮ੍ਰਿਤਸਰ ਤੋਂ ਨਿਰਯਾਤ ਹੁੰਦਾ ਹੈ ਉਸ ਵਿੱਚ ਕਾਫੀ ਮਿਲਾਵਟ ਕੀਤੀ ਜਾਂਦੀ ਹੈ। ਪਤਾ ਕੀਤਾ ਜਾਏ ਕਿ ਕੀ ਅਤੇ ਕਿਵੇਂ ਮਿਲਾਵਟ ਕੀਤੀ ਜਾਂਦੀ ਹੈ। ਮੇਰਾ ਹਰ ਕਿਸਮ ਦੇ ਵਪਾਰੀ ਨਾਲ ਵਾਹ ਪੈਂਦਾ ਸੀ ਅਤੇ ਮੇਰੀਆਂ ਸਾਰੀਆਂ ਮੰਡੀਆਂ 'ਚ ਵਪਾਰੀਆਂ ਅਤੇ ਕਰਿੰਦਿਆਂ ਨਾਲ ਕਾਫੀ ਅੱਛੀ ਬਣਾਈ ਹੋਈ ਸੀ, ਕੁਝ ਡਿਊਟੀ ਵਜੋਂ ਅਤੇ ਕੁਝ ਆਪਣੇ ਸ਼ੌਕ ਵਜੋਂ। ਇਸ ਕਰਕੇ ਮੈਨੂੰ ਪੁੱਛ ਗਿੱਛ ਕਰਕੇ ਅਸਲੀਅਤ ਪਤਾ ਕਰਨ 'ਚ ਕੋਈ ਔਕੜ ਨਾ ਆਈ। ਮੈਂ ਇਹ ਜਾਣ ਕੇ ਦੰਗ ਰਹਿ ਗਿਆ ਕਿ ਕੇਸਰ ਵਿੱਚ ਮਿਲਾਵਟ ਵਜੋਂ ਪੁਰਾਣੀ ਮੁੰਜ ਦੀਆਂ ਬੇਰੰਗ ਹੋਈਆਂ ਰੱਸੀਆਂ ਨੂੰ ਕੁੱਟ ਕੇ ਧੋ ਕੇ ਉਹਦੇ ਰੇਸ਼ੇ ਬਣਾਏ ਜਾਂਦੇ ਹਨ। ਪੁਰਾਣੇ ਰੱਦੀ ਬੇਰੰਗ ਹੋਏ ਸਫੈਦ ਕਾਗਜ਼ ਭੋਰ ਕੇ ਪਾਏ ਜਾਂਦੇ ਹਨ ਅਤੇ ਸਭ ਤੋਂ ਵੱਧ ਘੋੜਿਆਂ ਖੱਚਰਾਂ ਦੀ ਲਿੱਦ ਧੋ ਕੇ ਸਾਫ਼ ਕਰਕੇ ਉਸ ਵਿਚਲੇ ਰੇਸ਼ੇ ਪਾਏ ਜਾਂਦੇ ਹਨ। ਜਿੰਨਾ ਕੁ ਇਹਨਾਂ ਮਿਲਾਵਟਾਂ ਦਾ ਰੰਗ ਵੱਖਰਾ ਹੁੰਦਾ ਹੈ, ਉਨਾ ਕੁ ਰੰਗ ਕਰ ਦਿੱਤਾ ਜਾਂਦਾ ਹੈ। ਇਹ ਕੰਮ ਜਿੰਨਾ ਕਮੀਨਾ ਅਤੇ ਘਟੀਆ ਹੈ, ਉਨਾ ਹੀ ਬਰੀਕੀ ਦਾ ਵੀ ਹੈ। ਮਿਲਾਵਟ ਹੋਏ ਕੇਸਰ ਵਿੱਚੋਂ ਇਹ ਚੀਜ਼ਾਂ ਪਛਾਣਨੀਆਂ ਬਹੁਤ ਮੁਸ਼ਕਿਲ ਹਨ। ਇਹ ਮਿਲਾਵਟ ਕੋਈ ਛੋਟੇ ਮੋਟੇ ਵਪਾਰੀ ਨਹੀਂ, ਥੋਕ ਦਾ ਧੰਦਾ ਕਰਨ ਵਾਲੇ ਸੇਠ ਕਰਦੇ ਸਨ। ਇਹ ਰਿਪੋਰਟ ਮੈਂ ਸਰਕਾਰ ਨੂੰ ਭੇਜ ਦਿੱਤੀ, ਪਰ ਕਿਸੇ 'ਤੇ ਕੋਈ ਅਸਰ ਨਹੀਂ ਹੋਇਆ। ਕਿਸੇ ਨੇ ਅੱਗੋਂ ਕੋਈ ਪੁੱਛਗਿੱਛ ਨਹੀਂ ਕੀਤੀ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਬਸ ਰਿਪੋਰਟ ਨਾਲ ਹੀ ਖੋਜ ਪੂਰੀ ਹੋ ਗਈ, ਡਿਊਟੀ ਵੀ ਪੂਰੀ ਹੋ ਗਈ। ਵਪਾਰੀਆਂ ਦੇ ਮਾਲ ਦੀ ਸ਼ੁੱਧਤਾ ਅਤੇ ਇਸ ਤੋਂ ਬਾਅਦ ਮੇਰਾ ਯਕੀਨ ਹੀ ਉੱਠ ਗਿਆ। ਹੁਣ ਤੱਕ ਜਦ ਵੀ ਕੋਈ ਚੀਜ਼ ਬਾਜ਼ਾਰ ਤੋਂ ਖਰੀਦਾਂ ਤਾਂ ਮਿਲਾਵਟ ਵਾਲੀ ਹੀ ਲੱਗਦੀ ਹੈ, ਚਾਹੇ ਡੱਬੇ ਵਿੱਚ ਜਾਂ ਪੈਕੇਟ 'ਚ ਮੋਹਰ ਬੰਦੀ ਹੋਵੇ। ਵਪਾਰੀ ਤਬਕੇ ਦੀ ਬਦਕਿਸਮਤੀ ਨਾਲ ਮੇਰੇ ਮਨ 'ਚ ਤਸਵੀਰ ਹੀ ਝੂਠ ਦੀ ਹੈ, ਹੇਰਾਫੇਰੀ ਦੀ ਹੈ, ਮਿਲਾਵਟ ਦੀ ਹੈ। ਵਪਾਰ ਹੈ ਹੀ ਐਸੀ ਚੀਜ਼। ਜੱਟ ਨੂੰ ਅਸੀਂ ਜੱਟ ਬੂਟ ਕਹਿੰਦੇ ਹਾਂ। ਦਰਅਸਲ ਇਸ ਬੂਟ ਦਾ ਮਤਲਬ ਪੈਰਾਂ 'ਚ ਪਾਉਣ ਵਾਲੇ ਬੂਟ ਨਹੀਂ, ਇੱਥੇ ਬੂਟ ਦਾ ਮਤਲਬ ਹੈ ਬੂਟਾ, ਯਾਨੀ ਨਿਬਾਤਾਤ। ਜੱਟ ਹਮੇਸ਼ਾ ਪੌਦਿਆਂ ਪਸ਼ੂਆਂ ਨਾਲ ਰਹਿੰਦਾ ਅਤੇ ਵਿਚਰਦਾ ਹੈ, ਇਸ ਕਰਕੇ ਕੁਦਰਤ ਦੇ ਨੇੜੇ ਵਸਦਾ ਅਤੇ ਜਿਉਂਦਾ ਹੈ। ਇਹਦੀ ਫਿਤਰਤ ਸੋਚਣੀ ਅਤੇ ਕਰਨੀ ਵੀ ਕਾਫੀ ਕੁਦਰਤੀ ਅਤੇ ਸਾਫ਼ ਹੁੰਦੀ ਹੈ। ਜੇ ਖੁਸ਼ੀ ਹੈ ਤਾਂ ਉਹ ਵੀ ਜ਼ਾਹਿਰ, ਅਤੇ ਜੇ ਗੁੱਸਾ ਹੈ ਤਾਂ ਉਹ ਵੀ ਲੁਕਿਆ ਨਹੀਂ। ਚਿਹਰੇ 'ਤੇ ਉਹੀ ਕੁਝ ਹੈ ਜੋ ਅੰਦਰ ਹੈ। ਬੇਈਮਾਨੀ ਕਰੇ ਵੀ ਤਾਂ ਝੱਟ ਫੜਿਆ ਜਾਂਦਾ ਹੈ, ਕਿਉਂਕਿ ਕੁਦਰਤ ਨੇ ਲੁਕਾ ਸਿਖਾਇਆ ਹੀ ਨਹੀਂ। ਜਦ ਆਦਮੀ ਕੁਦਰਤ ਤੋਂ ਦੂਰ ਹੁੰਦਾ ਜਾਂਦਾ ਹੈ, ਸ਼ਹਿਰਾਂ 'ਚ ਵਸਦਾ ਹੈ ਜਿੱਥੇ ਕੁਦਰਤ ਦਾ ਰੰਗ ਮੱਧਮ ਪੈ ਜਾਂਦਾ ਹੈ, ਅਤੇ ਵਪਾਰ ਕਰਦਾ ਹੈ ਜਿਹਦਾ ਮਤਲਬ ਹੈ ਕਿ ਘੱਟ ਤੋਂ ਘੱਟ ਕੀਮਤ 'ਤੇ ਖਰੀਦੋ ਅਤੇ ਵੱਧ ਤੋਂ ਵੱਧ ਉੱਤੇ ਵੇਚੋ ਅਤੇ ਵਿਚਲਾ ਲੁਕਾ ਰੱਖੋ, ਤਾਂ ਆਦਮੀ ਲੁਕਾਉਣਾ ਸਿੱਖ ਜਾਂਦਾ ਹੈ ਅਤੇ ਕੁਦਰਤੀ ਨਹੀਂ ਰਹਿੰਦਾ। ਇਸ ਕਰਕੇ ਜੇ ਜੱਟ ਵੀ ਵਪਾਰ ਕਰਨ ਲੱਗ ਜਾਏ ਤਾਂ ਉਹ ਵੀ ਸਿੱਧਾ ਸਾਧਰਾ ਨਹੀਂ ਰਹਿੰਦਾ, ਸਗੋਂ ਕਈ ਵਾਰੀ ਦੂਜਿਆਂ ਵਪਾਰੀਆਂ ਨਾਲੋਂ ਵੀ ਵੱਧ ਟੇਢਾ ਹੋ ਜਾਂਦਾ ਹੈ। ਅੰਮ੍ਰਿਤਸਰ ਮੈਂ 1958 ਦੇ ਆਖਰ ਤੱਕ ਰਿਹਾ। ਮੈਂ ਦਫ਼ਤਰ ਵਾਸਤੇ ਇੱਕ ਚੌਕੀਦਾਰ ਅਤੇ ਸਫਾਈ ਵਾਲਾ ਬੰਦਾ ਰੱਖਣਾ ਸੀ। ਜਦ ਮੈਂ ਇੰਪਲਾਇਮੈਂਟ ਐਕਸਚੇਂਜ 'ਚ ਕੁਝ ਨਾਮ ਮੰਗਾਏ ਤਾਂ ਉਹਨਾਂ 'ਚ ਇੱਕ ਪਹਾੜੀ ਹਰੀਜਨ ਸੀ, ਬਹੁਤ ਗਰੀਬ ਸੀ। 2 ਬੱਚੇ ਵੀ ਸਨ, ਪਰ ਵਿਚਾਰੇ ਨੂੰ ਕਿਤੇ ਕੋਈ ਕੰਮ ਮਿਲਦਾ ਹੀ ਨਹੀਂ ਸੀ। ਦਫ਼ਤਰ ਤਾਂ ਘਰ ਵਿੱਚ ਹੀ ਇੱਕ ਕਮਰਾ ਸੀ ਜਿੱਥੇ ਇੱਕ ਮੇਜ਼, 2 ਕੁਰਸੀਆਂ ਅਤੇ ਇੱਕ ਲੋਹੇ ਦੀ ਅਲਮਾਰੀ ਸੀ। ਚੌਕੀਦਾਰੀ ਅਤੇ ਸਫਾਈ ਦਾ ਕੰਮ ਕੀ ਹੋ ਸਕਦਾ ਸੀ। ਉਸ ਆਦਮੀ ਨੂੰ ਮੈਂ ਨੌਕਰੀ 'ਤੇ ਰੱਖ ਲਿਆ ਸੀ। ਮੇਰੀ ਧਰਮ ਪਤਨੀ ਉਹਨਾਂ ਦਿਨਾਂ 'ਚ ਕਾਫੀ ਛੂਤ ਛਾਤ ਨੂੰ ਮੰਨਦੀ ਸੀ। ਬਾਅਦ ਵਿੱਚ ਤਾਂ ਦੇਸ਼ਾਂ ਵਿਦੇਸ਼ਾਂ 'ਚ ਘੁੰਮ ਕੇ ਜਾਤ ਪਾਤ ਛੂਤ ਛਾਤ ਦਾ ਕੋਈ ਮਤਲਬ ਹੀ ਨਾ ਰਿਹਾ। ਉਸ ਵਕਤ ਹਰੀਜਨ ਦੇ ਹੱਥੋਂ ਪਾਣੀ ਪੀਣਾ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਮੇਰੇ ਵਾਸਤੇ ਸਮੱਸਿਆ ਖੜੀ ਹੋ ਗਈ। ਮੈਂ ਉਸ ਮੁੰਡੇ ਨੂੰ ਸਮਝਾਇਆ ਕਿ ਤੂੰ ਘਰ ਇਹ ਕਹੀਂ ਕਿ ਮੈਂ ਰਾਜਪੂਤ ਹਾਂ। ਉਹ ਬੜਾ ਸੱਚਾ ਅਤੇ ਇਮਾਨਦਾਰ ਆਦਮੀ ਸੀ। ਕਹੇ ਮੈਂ ਝੂਠ ਨਹੀਂ ਬੋਲਣਾ। ਮੈਂ ਬਹੁਤ ਮਿਹਨਤ ਅਤੇ ਮਨ ਮਨਾ ਕੇ ਉਹਨੂੰ ਕਿਹਾ ਕਿ ਤੂੰ ਮੇਰੀ ਖਾਤਰ ਝੂਠ ਬੋਲ ਦੇਂਗੀ। ਝੂਠ ਤਾਂ ਮੈਂ ਬੋਲਣਾ ਹੈ, ਮੇਰੇ ਕਹੇ ਤੇ ਤੂੰ ਝੂਠ ਨਹੀਂ ਬੋਲਣਾ। ਬੜੀ ਮੁਸ਼ਕਿਲ ਨਾਲ ਉਹ ਮੰਨਿਆ। ਹਾਲਾਂਕਿ ਨੌਕਰੀ ਦੀ ਸਖਤ ਜ਼ਰੂਰਤ ਉਹਨੂੰ ਸੀ। ਮੈਂ ਤਾਂ ਹੋਰ ਕੋਈ ਵੀ ਰੱਖ ਸਕਦਾ ਸੀ। ਕਈ ਵਿਅਕਤੀ ਇੰਨੇ ਇਮਾਨਦਾਰ ਅਤੇ ਸੱਚੇ ਹੁੰਦੇ ਨੇ ਕਿ ਉਹਨਾਂ ਦੀ ਮੋਹਰ ਸਾਰੀ ਜ਼ਿੰਦਗੀ ਲਈ ਤੁਹਾਡੇ ਮਨ 'ਤੇ ਲੱਗ ਜਾਂਦੀ ਹੈ। ਇਹ ਬੰਦਾ ਤਕਰੀਬਨ 1.25 ਸਾਲ ਮੇਰੇ ਕੋਲ ਰਿਹਾ। ਇੰਨਾ ਸਾਫ਼ ਸੁਥਰਾ ਸੀ ਕਿ ਸਵੇਰੇ ਨਹਾਉਣ ਤੋਂ ਬਿਨਾਂ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਂਦਾ ਅਤੇ ਕਦੀ ਗੰਦਾ ਕੱਪੜਾ ਨਹੀਂ ਸੀ ਪਹਿਨਦਾ। ਜਿੰਨੀ ਕੋਈ ਬੰਦਾ ਸਫਾਈ ਰੱਖ ਸਕਦਾ ਹੈ, ਓਨਾ ਸਾਫ਼ ਸੁਥਰਾ ਸੀ ਉਹ। ਬਾਅਦ ਵਿੱਚ ਜਦ ਅਸੀਂ ਜਲੰਧਰ ਬਦਲੀ ਹੋ ਕੇ ਆ ਗਏ ਤਾਂ ਮੈਂ ਹੀ ਆਪਣੀ ਧਰਮ ਪਤਨੀ ਨੂੰ ਦੱਸਿਆ ਕਿ ਉਹ ਮੁੰਡਾ ਹਰੀਜਨ ਸੀ, ਕਿਉਂਕਿ ਮੇਰਾ ਬਚਪਨ ਹੀ ਇਸ ਤਰੀਕੇ ਨਾਲ ਗੁਜ਼ਰਿਆ ਸੀ। ਮੈਨੂੰ ਇਸ ਜਾਤ ਪਾਤ ਜਾਂ ਊਚ ਨੀਚ ਦਾ ਕੋਈ ਫਰਕ ਨਹੀਂ ਸੀ।
ਸਫਾਈ ਹੋਣੀ ਚਾਹੀਦੀ ਹੈ, ਇਸ ਤੋਂ ਅੱਗੇ ਕੁਝ ਫਰਕ ਨਹੀਂ। ਬਚਪਨ ਤੋਂ ਹੀ ਮੇਰੇ ਦੋਸਤ ਵੱਖੋ ਵੱਖਰੀਆਂ ਜਾਤਾਂ ਦੇ ਹਨ। ਮੈਨੂੰ ਕਦੀ ਕੋਈ ਫਰਕ ਮਹਿਸੂਸ ਹੀ ਨਹੀਂ ਹੋਇਆ। ਹਾਂ, ਗੰਦਾ ਇਨਸਾਨ ਕੋਈ ਹੋਵੇ ਮੈਨੂੰ ਉਹ ਤੋਂ ਛੂਤ ਛਾਤ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਸਾਡੇ ਪਿੰਡ 'ਚ 4 ਭਰਾ ਛੜੇ ਸਨ। ਇੱਕ ਤਾਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦਾ ਸੀ, 3 ਭਰਾ ਤੇ ਉਹਨਾਂ ਦੀ ਮਾਂ, ਤੇ ਕਦੀ ਮੈਂ ਸਾਫ਼ ਕੱਪੜਾ ਨਹੀਂ ਸੀ ਵੇਖਿਆ। ਉਹਨਾਂ ਦੇ ਹੱਥੋਂ ਤਾਂ ਕੀ, ਉਹਨਾਂ ਦੇ ਘਰੋਂ ਆਈ ਕੋਈ ਚੀਜ਼ ਮੈਂ ਨਹੀਂ ਸੀ ਖਾਧੀ। ਉਹ ਜੱਟ ਸਿੱਖ ਸਨ। ਇੱਕ ਹਰੀਜਨ ਦੋਸਤ ਦੇ ਘਰ, ਜੋ ਬਹੁਤ ਹੀ ਸਾਫ਼ ਪਰਿਵਾਰ ਸੀ, ਮੈਂ ਆਮ ਰੋਟੀ ਖਾ ਹੁੰਦਾ ਸੀ। ਇੱਕ ਦਿਨ ਮੇਰਾ ਦੋਸਤ ਤੇ ਉਹਨਾਂ 'ਚੋਂ ਵੱਡਾ ਭਰਾ ਸਾਡੇ ਖੂਹ 'ਤੇ ਇਕੱਠੇ ਹੋ ਗਏ। ਉਸ ਹਰੀਜਨ ਦੋਸਤ ਮੁੰਡੇ ਨੇ ਖੂਹ ਦੇ ਚਬੱਚੇ ਤੋਂ ਪਾਣੀ ਚੂਲੀਆਂ ਨਾਲ ਪੀਤਾ ਤਾਂ ਉਸ ਜੱਟਾਂ ਦੇ ਮੁੰਡੇ ਨੇ ਬਹੁਤ ਬੁਰਾ ਮਨਾਇਆ ਤੇ ਬਾਅਦ 'ਚ ਮੈਨੂੰ ਕਿਹਾ ਕਿ ਇਹਨੂੰ ਇਸ ਤਰ੍ਹਾਂ ਪਾਣੀ ਨਾ ਪੀਣ ਦਿਆ ਕਰੋ, ਅਸੀਂ ਵੀ ਪੀਣਾ ਹੁੰਦਾ। ਮੈਂ ਕਿਹਾ, ਸਾਫ਼ ਸੁਥਰਾ ਬੰਦਾ ਹੈ, ਵਗਦਾ ਪਾਣੀ ਹੈ, ਕੀ ਫ਼ਰਕ ਪੈਂਦਾ? ਮੈਂ ਤੈਨੂੰ ਵੇਖਿਆ ਸੀ ਇੱਕ ਦਿਨ ਇੱਕ ਪਾਸੇ ਕੁੱਤਾ ਪਾਣੀ ਪੀ ਜਾਂਦਾ ਸੀ ਤਾਂ ਮਗਰੋਂ ਉੱਥੇ ਹੀ ਤੂੰ ਪਾਣੀ ਪੀ ਲਿਆ। ਕਹਿਣ ਲੱਗਾ, ਕੁੱਤਾ ਤਾਂ ਦਰਵੇਸ਼ ਹੁੰਦਾ, ਇਹ ਹਰੀਜਨ ਹੈ। ਮੈਨੂੰ ਬਹੁਤ ਗੁੱਸਾ ਆਇਆ ਕਿ ਮੈਂ ਉਹਨੂੰ ਦੱਸ ਹੀ ਦਿੱਤਾ ਕਿ ਮੈਂ ਤੁਹਾਡੇ ਘਰ ਦੀ ਕਦੀ ਕੋਈ ਚੀਜ਼ ਨਹੀਂ ਖਾਧੀ। ਤੁਸੀਂ ਬੜੇ ਜੱਟ ਬਣੇ ਫਿਰਦੇ ਹੋ, ਇੰਨੇ ਗੰਦੇ ਹੋ ਤੁਸੀਂ। ਉਸ ਸਾਫ਼ ਸੁਥਰੇ ਹਰੀਜਨ ਦੇ ਘਰੋਂ ਮੈਂ 50 ਵਾਰ ਰੋਟੀ ਖਾਧੀ ਹੈ। ਤੇਰੇ ਹੱਥ ਪਾਏ ਹੋਣ ਤਾਂ ਮੈਂ ਪਾਣੀ ਨਹੀਂ ਪੀ ਸਕਦਾ। ਕੁੱਤਾ ਜੂਠਾ ਕਰ ਜਾਏ ਤਾਂ ਮੈਨੂੰ ਪਤਾ ਨਹੀਂ। ਉਹ ਬੰਦਾ ਮਰ ਤਾਂ ਗਿਆ, ਪਰ ਬਾਅਦ 'ਚ ਕਦੀ ਉਸ ਤਪਾਕ ਨਾਲ ਮੈਨੂੰ ਨਹੀਂ ਮਿਲਿਆ। ਮੈਂ ਮਹਿਸੂਸ ਕਰਦਾ ਕਿ ਮੇਰੀ ਗਲਤੀ ਸੀ, ਮੈਨੂੰ ਮੂੰਹ ਫੜ ਕੇ ਕਹਿਣਾ ਨਹੀਂ ਸੀ ਚਾਹੀਦਾ। ਕਈ ਵਾਰੀ ਕਾਹਲੀ ਤੇ ਗਰਮੀ ਖਾ ਕੇ ਐਵੇਂ ਸਦਭਾਵਨਾ ਗੁਆ ਬੈਠੀ ਦੀ ਹੈ। ਅੰਮ੍ਰਿਤਸਰ 58 ਦੇ ਆਖਰ ਤੱਕ ਰਿਹਾ ਤੇ ਉਸ ਪਿੱਛੋਂ ਜਲੰਧਰ ਹੈੱਡਕੁਆਟਰ 'ਤੇ ਬਦਲੀ ਹੋ ਗਈ। ਇੱਥੇ ਮੇਰਾ ਰੇਡੀਓ ਸਟੇਸ਼ਨ ਨਾਲ ਸੰਪਰਕ ਹੋ ਗਿਆ। ਮੰਡੀਆਂ ਦੇ ਭਾਅ, ਸਟੇਸ਼ਨ ਵਿੱਚ ਪ੍ਰੋਗਰਾਮਾਂ ਦਾ ਤਾਲਮੇਲ ਮੇਰੀ ਜ਼ਿੰਮੇਵਾਰੀ ਹੁੰਦੀ ਸੀ। ਇੱਥੇ ਚੰਗੇ ਚੰਗੇ ਕਲਾਕਾਰਾਂ ਨਾਲ ਮੇਰਾ ਵਾਹ ਪਿਆ। ਚਾਚਾ ਕੋਮੇਦਾਨ, ਠੁਣੀਆਂ ਰਾਮ, ਚਾਚੀ ਪੇਮਾ, ਹਰਬੰਸ ਖੁਰਾਣਾ ਉਸ ਵਕਤ ਦਿਹਾਤੀ ਪ੍ਰੋਗਰਾਮ ਦੇ ਇੰਚਾਰਜ ਹੁੰਦੇ ਸਨ। ਸਵਾਲਾਂ ਦੇ ਜਵਾਬ ਤੇ ਮੰਡੀਆਂ ਦੇ ਭਾਅ ਮੈਂ ਪੜ੍ਹਿਆ ਕਰਦਾ ਸੀ। ਇਸ ਨਾਲ ਰੇਡੀਓ 'ਤੇ ਬੋਲਣ ਦੀ ਕਾਫੀ ਜਾਚ ਸਿੱਖੀ। ਖੇਤੀਬਾੜੀ ਸੰਬੰਧੀ ਹਰ ਪ੍ਰੋਗਰਾਮ ਮੇਰੇ ਹੱਥੀਂ ਲੰਘਦਾ ਸੀ, ਇਸ ਕਰਕੇ ਹਰ ਪਾਸਿਓਂ ਕਾਫੀ ਜਾਣਕਾਰੀ ਮਿਲਦੀ ਸੀ। ਫਿਰ ਤਾਂ ਆਪਣੇ ਆਪ ਉੱਤੇ ਇੰਨਾ ਯਕੀਨ ਹੋ ਗਿਆ ਕਿ 5-7 ਮਿੰਟਾਂ ਦਾ ਜੇ ਕੋਈ ਪ੍ਰੋਗਰਾਮ ਥੋੜ੍ਹਦਾ ਹੋਵੇ ਤਾਂ ਮੌਕੇ ਉੱਤੇ ਹੀ ਲਿਖ ਦਿੰਦਾ ਸਾਂ। ਕਲਾਕਾਰ ਬਹੁਤ ਜਾਣ ਵਾਲੇ ਸਨ, ਪੇਸ਼ਕਾਰੀ ਵਿੱਚ ਚਮਕਾ ਦਿੰਦੇ ਸਨ। ਇਹ ਤਕਰੀਬਨ 1.5 ਸਾਲ ਦਾ ਤਜਰਬਾ ਬਹੁਤ ਲਾਹੇਵੰਦ ਰਿਹਾ। ਇਹ ਮੇਰਾ ਕੰਮ ਵਾਧੂ ਹੁੰਦਾ ਸੀ। ਅਸਲ 'ਚ ਤਾਂ ਮੈਨੂੰ ਧੋਗੜੀ ਆਲੂ ਫਾਰਮ ਦੇ ਮੈਨੇਜਰ ਦਾ ਕੰਮ ਦਿੱਤਾ ਹੋਇਆ ਹੁੰਦਾ ਸੀ। ਇਹ 50 ਏਕੜ ਦਾ ਫਾਰਮ ਕੋਈ ਜਲੰਧਰ ਤੋਂ ਪਠਾਨਕੋਟ ਵਾਲੇ ਪਾਸੇ 5 ਕੁ ਮੀਲ ਦੂਰ ਧੋਗੜੀ ਦੇ ਜਲੰਧਰ ਵਾਲੇ ਪਾਸੇ ਸੀ। ਇਸ ਫਾਰਮ ਦੀ ਵੀ ਅਜੀਬ ਕਹਾਣੀ ਹੈ। ਖੇਤੀਬਾੜੀ ਵਿਭਾਗ ਦੇ ਮੰਡੀਕਰਨ ਅਫਸਰ ਗੁਰਮੇਲ ਸਿੰਘ ਸਿੱਧੂ ਨੇ ਸੋਚਿਆ ਤੇ ਪ੍ਰੋਗਰਾਮ ਬਣਾ ਦਿੱਤਾ ਕਿ ਆਲੂਆਂ ਦੇ ਬੀਜ, ਜੋ ਉਸ ਵਕਤ ਸਾਰਾ ਹੀ ਪੱਤਝੜ ਦੀ ਰੁੱਤੇ ਪਹਾੜਾਂ 'ਚੋਂ ਮੰਗਵਾਇਆ ਜਾਂਦਾ ਸੀ, ਉਹ ਪੰਜਾਬ ਦੇ ਮੈਦਾਨਾਂ 'ਚ ਪੈਦਾ ਕੀਤਾ ਜਾ ਸਕਦਾ ਹੈ। ਚੰਗੀ ਭਲੀ ਸਕੀਮ ਜਦ ਸਬਜ਼ੀਆਂ ਵਾਲੇ ਮਹਿਕਮੇ ਦੇ ਅਫਸਰ ਕੋਲ ਗਈ, ਉਹਨੇ ਕਿਹਾ ਤਕਨੀਕੀ ਤੌਰ 'ਤੇ ਇਹ ਆਲੂਆਂ ਦਾ ਬੀਜ ਪੰਜਾਬ 'ਚ ਪੈਦਾ ਨਹੀਂ ਕੀਤਾ ਜਾ ਸਕਦਾ। ਸਕੀਮ ਨਾਮਨਜ਼ੂਰ ਹੋ ਗਈ। ਮੰਡੀਕਰਨ ਮਹਿਕਮੇ ਨੇ ਫਿਰ ਦਲੀਲਾਂ ਦੇ ਕੇ ਸਕੀਮ ਭੇਜੀ ਕਿ ਹੋ ਸਕਦਾ ਹੈ, ਪਰ ਸਬਜ਼ੀਆਂ ਦੇ ਮਹਿਕਮੇ ਦੇ ਅਫਸਰ ਨੇ ਗੁੱਸੇ ਨਾਲ ਲਿਖ ਦਿੱਤਾ ਕਿ ਜੇ ਇਹ ਅਰਥ ਸ਼ਾਸਤਰੀ ਇੰਨੇ ਵਿਸ਼ੇਸ਼ੱਗ ਹਨ ਤਾਂ ਆਪੇ ਇਹ ਕੰਮ ਕਰਕੇ ਵਿਖਾ ਦੇਣ। ਸਾਡਾ ਵਿਭਾਗ ਇਸ ਸਕੀਮ ਨੂੰ ਤਕਨੀਕੀ ਤੌਰ 'ਤੇ ਠੀਕ ਨਹੀਂ ਸਮਝਦਾ। ਨਤੀਜੇ ਵਜੋਂ ਜਿਹੜਾ ਕੰਮ ਸਬਜ਼ੀਆਂ ਦੇ ਮਾਹਰਾਂ ਦਾ ਸੀ, ਉਹ ਅਰਥ ਸ਼ਾਸਤਰੀਆਂ ਨੇ ਇੱਕ ਵੰਗਾਰ ਵਜੋਂ ਆਪਣੇ ਸਿਰ ਲੈਣ ਦੀ ਹਾਂ ਕਰ ਦਿੱਤੀ। ਇਹ 50 ਏਕੜ ਦਾ ਫਾਰਮ ਤੇ ਕੁਝ ਲੋੜੀਂਦਾ ਅਮਲਾ ਇਸ ਵਿਭਾਗ ਨੂੰ ਮਿਲ ਗਿਆ। ਮੈਂ ਇਸ ਫਾਰਮ ਤੇ ਦੂਜਾ ਮੈਨੇਜਰ ਸਾਂ ਤੇ ਇਸ ਫਾਰਮ ਨੂੰ ਚੱਲਦੇ ਨੂੰ 1 ਸਾਲ ਪੂਰਾ ਹੋ ਗਿਆ ਸੀ। ਮੈਂ ਤਾਂ BSc ਵਿੱਚ ਐਂਟੋਮੋਲੋਜੀ ਤੇ ਅੱਗੋਂ ਇਕਨੋਮਿਕਸ ਪੜ੍ਹੀ ਸੀ, ਪਰ ਗ੍ਰੈਜੂਏਟ ਪੱਧਰ ਉੱਤੇ ਸਾਨੂੰ ਸਾਰੇ ਵਿਸ਼ੇ ਕਾਫੀ ਹੱਦ ਤੱਕ ਪੜ੍ਹਾਏ ਜਾਂਦੇ ਸਨ। ਇਸ ਕਰਕੇ ਵਿਸ਼ੇਸ਼ੱਗਤਾ ਨਹੀਂ ਸੀ, ਪਰ ਆਪਣੇ ਆਪ ਉੱਤੇ ਯਕੀਨ ਪੂਰਾ ਸੀ। ਨਾਲੇ ਖੇਤੀ ਦਾ ਹਰ ਤਰ੍ਹਾਂ ਦਾ ਕੰਮ ਤਾਂ ਮੇਰੇ ਹੱਥੋਂ ਨਿਕਲ ਚੁੱਕਾ ਸੀ। ਇਸ ਫਾਰਮ ਉੱਤੇ ਇੱਕ ਸਬ ਇੰਸਪੈਕਟਰ ਹੁੰਦਾ ਸੀ, ਸਰਦਾਰ ਬੰਤਾ ਸਿੰਘ। ਉਹ ਬਹੁਤ ਹੀ ਇਮਾਨਦਾਰ ਆਦਮੀ ਸੀ। ਮਜਾਲ ਹੈ ਕਿ ਇੱਕ ਆਲੂ ਵੀ ਇੱਧਰ ਉੱਧਰ ਹੋ ਜਾਏ। ਸਰਕਾਰੀ ਫਾਰਮਾਂ ਉੱਤੇ ਆਮ ਤੌਰ 'ਤੇ ਕਾਫੀ ਹੇਰਾਫੇਰੀ ਹੁੰਦੀ ਹੈ, ਪਰ ਇਸ ਨੇਕ ਤੇ ਇਮਾਨਦਾਰ ਇਨਸਾਨ ਕਾਰਨ ਉੱਥੇ ਕੋਈ ਡੱਕਾ ਨਹੀਂ ਸੀ ਹਿਲਾ ਸਕਦਾ। ਅਸੀਂ ਅਪ੍ਰੈਲ ਵਿੱਚ ਆਲੂ ਪੁੱਟ ਕੇ ਸਰਦਖਾਨੇ ਵਿੱਚ ਰੱਖ ਦਿੱਤੇ। ਉਸ ਵਕਤ ਜਲੰਧਰ 'ਚ ਕੋਈ ਕੋਲਡ ਸਟੋਰ ਨਹੀਂ ਸੀ ਹੁੰਦਾ। ਇਹ ਆਲੂ ਪ੍ਰਤਾਪ ਸਿੰਘ ਕੈਰੋ ਦੇ ਲੜਕਿਆਂ ਦੇ ਕੋਲਡ ਸਟੋਰ ਅੰਮ੍ਰਿਤਸਰ ਵਿੱਚ ਰੱਖਦੇ ਸਨ। ਸਤੰਬਰ ਵਿੱਚ ਆਲੂਆਂ ਦੀ ਬਿਜਾਈ ਤੋਂ ਪਹਿਲਾਂ ਵਾਪਸ ਜਲੰਧਰ ਲਿਆ ਕੇ ਛਾਵੇਂ ਸੁਕਾ ਕੇ ਦੁਬਾਰਾ ਬੋਰੀਆਂ 'ਚ ਪਾਈਦੇ ਸੀ। ਇਸ ਫਾਰਮ ਤੋਂ ਸਰਕਾਰ ਨੂੰ ਕਾਫੀ ਨਫਾ ਵੀ ਹੋਇਆ ਤੇ ਪੰਜਾਬ ਦੇ ਮੈਦਾਨਾਂ 'ਚ ਆਲੂ ਦਾ ਬੀਜ ਪੈਦਾ ਕਰਨ ਦਾ ਤਰੀਕਾ ਵੀ
ਕਾਮਯਾਬ ਹੋਇਆ। ਧੋਗੜੀ ਫਾਰਮ ਨੂੰ ਆਲੂ ਬੀਜਣ ਵਾਲੇ ਕਿਸਾਨ ਉਦੋਂ ਆਲੂਆਂ ਦਾ ਮੱਕਾ ਕਿਹਾ ਕਰਦੇ ਸਨ। ਮਜ਼ੇ ਦੀ ਗੱਲ ਹੈ ਕਿ ਤਕਨੀਕੀ ਕੰਮ ਕਿਸੇ ਤਕਨੀਕੀ ਵਿਸ਼ੇਸ਼ੱਗ ਨੇ ਨਹੀਂ, ਸਗੋਂ ਅਰਥ ਸ਼ਾਸਤਰੀਆਂ ਨੇ ਉਹਨਾਂ ਦੇ ਸਖਤ ਵਿਰੋਧ ਦੇ ਬਾਵਜੂਦ ਕੀਤਾ। ਇਸ ਤਰ੍ਹਾਂ ਪੰਜਾਬ ਨੂੰ ਆਲੂਆਂ ਦਾ ਬੀਜ ਪੈਦਾ ਕਰਨ ਵਾਲਾ ਦੇਸ਼ ਬਣਾਉਣ ਵਾਲੇ ਕੋਈ ਤਕਨੀਕੀ ਵਿਸ਼ੇਸ਼ੱਗ ਨਹੀਂ, ਸਗੋਂ ਉਸ ਵੇਲੇ ਦੇ ਅਰਥ ਸ਼ਾਸਤਰੀ ਸਨ ਜਿਨ੍ਹਾਂ ਨੂੰ ਆਪਣੇ ਆਪ ਉੱਤੇ ਯਕੀਨ ਸੀ। ਵੈਸੇ ਆਮ ਤੌਰ 'ਤੇ ਅਰਥ ਸ਼ਾਸਤਰੀਆਂ ਨੂੰ ਹਵਾ 'ਚ ਗੱਲਾਂ ਕਰਨ ਵਾਲੇ ਹੀ ਸਮਝਦੇ ਨੇ ਇਹ ਤਕਨੀਕੀ ਲੋਕ। ਅਰਥ ਸ਼ਾਸਤਰੀਆਂ ਬਾਰੇ ਇੱਕ ਚੁਟਕਲਾ ਬੜਾ ਮਜ਼ੇਦਾਰ ਹੈ। ਇੱਕ ਵਾਰੀ ਦੋ ਵਿਗਿਆਨੀਆਂ ਨੇ ਸਲਾਹ ਬਣਾਈ ਕਿ ਇੱਕ ਗੁਬਾਰੇ 'ਚ ਉਡਾਨ ਭਰੀ ਜਾਏ। ਜਦੋਂ ਗੁਬਾਰੇ 'ਚ ਉੱਪਰ ਉੱਡੇ ਤਾਂ ਕੁਦਰਤੀ ਤੂਫਾਨ ਆ ਗਿਆ ਅਤੇ ਦੋਨੋਂ ਵਿਗਿਆਨੀ ਅਣਜਾਣੀ ਧਰਤੀ 'ਤੇ ਪਹੁੰਚ ਗਏ। ਜਦੋਂ ਉਹਨਾਂ ਗੁਬਾਰਾ ਥੋੜ੍ਹਾ ਨੀਵਾਂ ਕਰਕੇ ਉੱਥੇ ਖੜ੍ਹੇ ਇੱਕ ਆਦਮੀ ਨੂੰ ਪੁੱਛਿਆ, ਅਸੀਂ ਕਿੱਥੇ ਹਾਂ? ਉਸ ਆਦਮੀ ਨੇ ਇੱਧਰ ਉੱਧਰ ਵੇਖ ਅਤੇ ਬੜੇ ਠਰਮੇ ਨਾਲ ਸੋਚ ਕੇ ਜਵਾਬ ਦਿੱਤਾ, ਤੁਸੀਂ ਗੁਬਾਰੇ 'ਚੋਂ। ਇੱਕ ਵਿਗਿਆਨੀ ਦੂਜੇ ਨੂੰ ਕਹਿਣ ਲੱਗਾ ਕਿ ਇਹ ਆਦਮੀ ਜਾਪਦਾ ਅਰਥ ਸ਼ਾਸਤਰੀ ਹੈ। ਦੂਜੇ ਨੇ ਪੁੱਛਿਆ ਉਹ ਕਿਵੇਂ? ਤਾਂ ਉਹਨੇ ਜਵਾਬ ਦਿੱਤਾ ਕਿ ਪਹਿਲਾਂ ਇਹ ਕਿ ਇਹਦਾ ਜਵਾਬ ਤਕਨੀਕੀ ਤੌਰ 'ਤੇ ਸਹੀ ਹੈ, ਅਸੀਂ ਗੁਬਾਰੇ ਵਿੱਚ ਹੀ ਹਾਂ। ਦੂਜੇ ਇਹਨੇ ਜਵਾਬ ਪੂਰੇ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਦਿੱਤਾ ਹੈ, ਇਸ ਵਾਸਤੇ ਸ਼ੱਕ ਦੀ ਜਾਂ ਕਿਸੇ ਹੋਰ ਸੰਭਾਵਨਾ ਦੀ ਗੁੰਜਾਇਸ਼ ਹੀ ਨਹੀਂ। ਅਤੇ ਤੀਜੇ ਇਸਨੇ ਜੋ ਸਾਨੂੰ ਪਹਿਲਾਂ ਹੀ ਪਤਾ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ ਦੱਸਿਆ। ਇਹ ਇੱਕ ਅਰਥ ਸ਼ਾਸਤਰੀ ਤੋਂ ਸਿਵਾ ਹੋਰ ਕੌਣ ਕਰ ਸਕਦਾ ਹੈ? ਖੈਰ, ਇਹ ਚੁਟਕਲਾ ਇੱਕ ਪਾਸੇ। ਵੈਸੇ ਦੁਨੀਆ 'ਚ ਕਈ ਵੱਡੀਆਂ ਖੋਜਾਂ ਉਸ ਵਿਸ਼ੇ ਦੇ ਮਾਹਰਾਂ ਨੇ ਨਹੀਂ ਕੱਢੀਆਂ, ਸਗੋਂ ਉਸ ਤੋਂ ਬਾਹਰ ਵਾਲਿਆਂ ਨੇ ਕੱਢੀਆਂ ਹਨ। ਖੋਜ ਕਿਸੇ ਦੀ ਰਖੇਲ ਨਹੀਂ, ਕੋਈ ਵੀ ਇਸ ਪਾਸੇ ਕਾਮਯਾਬੀ ਹਾਸਲ ਕਰ ਸਕਦਾ ਹੈ। ਮਿਸਾਲ ਵਜੋਂ ਮਧਰੀਆਂ ਮੈਕਸੀਕਨ ਕਣਕਾਂ ਦੀ ਕਾਢ ਕਿਸੇ ਬਰੀਡਿੰਗ ਦੇ ਮਾਹਰ ਨੇ ਨਹੀਂ ਕੱਢੀ। ਡਾਕਟਰ ਬਰਲੌਗ ਜੋ ਇਹਨਾਂ ਦਾ ਨਿਰਮਾਤਾ, ਉਹ ਪਲਾਂਟ ਬਰੀਡਰ ਨਹੀਂ, ਸਗੋਂ ਪੌਦਿਆਂ ਦੀਆਂ ਬਿਮਾਰੀਆਂ ਦਾ ਮਾਹਰ ਹੈ। ਆਇਨਸਟੀਨ ਨੇ ਇੱਕ ਵਾਰ ਜਦ ਬੱਸ ਦਾ ਸਫ਼ਰ ਕਰਦਿਆਂ ਕੰਡਕਟਰ ਦੀ ਵਾਪਸ ਕੀਤੀ ਭਾਨ ਇਹ ਕਹਿ ਕੇ 2 ਵਾਰ ਵਾਪਸ ਮੁੜੀ ਕਿ ਭਾਨ ਪੂਰੀ ਨਹੀਂ, ਤਾਂ ਕੰਡਕਟਰ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਹਾਨੂੰ ਗਿਣਨਾ ਨਹੀਂ ਆਉਂਦਾ। ਸਾਡੇ ਸਰਕਾਰੀ ਮਹਿਕਮਿਆਂ, ਖੋਜ ਕੇਂਦਰਾਂ ਅਤੇ ਯੂਨੀਵਰਸਿਟੀ ਵਿਚਲੇ ਮਾਹਰਾਂ ਵਿੱਚੋਂ ਇੱਕ ਬਹੁਤ ਬੜਾ ਹਉਮੈ ਰੋਗ ਲੱਗਾ ਹੋਇਆ ਹੈ। ਉਂਝ ਉਹ ਮੰਨਣ ਨੂੰ ਕਦੀ ਤਿਆਰ ਨਹੀਂ ਹੁੰਦੇ ਕਿ ਉਹਨਾਂ ਨੂੰ ਕੋਈ ਬਾਹਰੋਂ ਵੀ ਚੰਗੀ ਸਲਾਹ ਦੇ ਸਕਦਾ ਹੈ। ਇਹ ਤਜਰਬਾ ਮੈਨੂੰ ਆਲੂਆਂ ਵਾਲੀ ਘਟਨਾ ਤੋਂ ਹੀ ਨਹੀਂ, ਬਾਅਦ ਵਿੱਚ ਬਹੁਤ ਵਾਰੀ ਹੋਇਆ। ਇੱਕ ਵਾਰ ਜਦ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ 1981 'ਚ ਖੋਜ ਨਿਰਦੇਸ਼ਕ ਸੀ ਤਾਂ ਮੈਂ ਸਾਰੇ ਵਿਭਾਗਾਂ ਦੇ ਮਾਹਰਾਂ ਦੀ ਇੱਕ ਟੀਮ ਬਣਾਈ ਅਤੇ ਸਤਲੁਜ ਦਰਿਆ ਦੇ ਇਰਦ ਗਿਰਦ ਰੋਪੜ ਤੋਂ ਹਰੀਕੇ ਤੱਕ 15 ਫੁੱਟ ਲੰਬੇ ਸਕੇਲ ਮੁਤਾਬਕ ਨਕਸ਼ਾ ਬਣਵਾਇਆ। ਅਸੀਂ ਇੰਚ ਜ਼ਮੀਨ ਦਾ ਆਪਣੀ ਅੱਖੀਂ ਸਰਵੇਖਣ ਕੀਤਾ। ਮੌਕੇ ਦੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਨੂੰ ਪੇਸ਼ ਕੀਤਾ। ਸਾਡੇ ਅੰਦਾਜ਼ੇ ਮੁਤਾਬਕ 2 ਲੱਖ ਹੈਕਟਰ ਜ਼ਮੀਨ ਐਸੀ ਨਿਕਲਦੀ ਸੀ ਜਿਸ ਵਿੱਚ ਜੰਗਲ ਲਗਾਏ ਜਾ ਸਕਦੇ ਸੀ। ਸਾਰੀ ਸਕੀਮ ਬਣਾ ਕੇ ਦਿੱਤੀ, ਪਰ ਸਰਕਾਰੀ ਮਹਿਕਮੇ ਨੇ ਟਿੱਚ ਕਰਕੇ ਨਾ ਜਾਣਿਆ। ਇਹ ਨਹੀਂ ਹੋ ਸਕਦਾ ਕਹਿ ਕੇ ਫਾਈ ਦੀ ਕਿਤੇ ਬਿੱਲੇ ਲਾਤੀ। ਇਹ ਕੰਮ ਇਸ ਕਰਕੇ ਨਹੀਂ ਸੀ ਹੋ ਸਕਦਾ ਕਿਉਂਕਿ ਇਹ ਸਕੀਮ ਉਹਨਾਂ ਨੇ ਨਹੀਂ ਸੀ ਬਣਾਈ ਅਤੇ ਉਹਨਾਂ ਮੁਤਾਬਕ ਦੁਨੀਆ ਦਾ ਹੋਰ ਕੋਈ ਮਾਹਿਰ ਉਹਨਾਂ ਨਾਲੋਂ ਇਹ ਮਾਮਲਾ ਵੱਧ ਨਹੀਂ ਸੀ ਜਾਣਦਾ। ਅਸੀਂ ਮੀਟਿੰਗਾਂ ਵਿੱਚ ਵੀ ਇਸ ਉੱਤੇ ਬਹਿਸ ਕਰਨ ਲਈ ਕਿਹਾ, ਪਰ ਕਿਸੇ ਦੇ ਕੰਨ ਉੱਤੇ ਜੂੰ ਨਾ ਸਰਕੀ। ਇਸੇ ਤਰ੍ਹਾਂ ਉਹਨਾਂ ਦਿਨਾਂ ਵਿੱਚ ਜਲੰਧਰ ਦੇ ਸਬਜ਼ੀਆਂ ਨੂੰ ਪ੍ਰੋਸੈਸ ਕਰਨ ਵਾਲੇ ਕਾਰਖਾਨੇ ਨੂੰ 10 ਸਾਲਾਂ ਤੋਂ ਵੀ ਵੱਧ ਘਾਟੇ 'ਚ ਚੱਲਦੇ ਨੂੰ ਨਫੇ 'ਚ ਲਿਆਉਣ ਲਈ ਯੂਨੀਵਰਸਿਟੀ ਦੇ 3 ਮਹਿਕਮਿਆਂ ਦੇ ਮਾਹਰਾਂ ਤੋਂ ਪੂਰੀ ਖੋਜ ਅਤੇ ਸਰਵੇਖਣ ਤੋਂ ਬਾਅਦ ਇੱਕ ਪ੍ਰੋਗਰਾਮ ਬਣਾ ਕੇ ਦਿੱਤਾ। ਪਤਾ ਨਹੀਂ ਸੰਬੰਧਿਤ ਸਰਕਾਰੀ ਮਹਿਕਮੇ ਨੇ ਉਹ 100 ਤੋਂ ਵੀ ਵੱਧ ਸਫ਼ੇ ਦੀ ਵਿਸਥਾਰਪੂਰਵਕ ਲਿਖੀ ਰਿਪੋਰਟ ਕਿਸੇ ਖੂੰਜੇ ਲਾ ਦਿੱਤੀ ਗਈ। ਉਹਦੀ ਕੋਈ ਉੱਗ ਸੁੱਗ ਹੀ ਨਹੀਂ ਨਿਕਲੀ ਅਤੇ ਕਾਰਖਾਨਾ ਹਾਲੇ ਵੀ ਘਾਟੇ 'ਚ ਹੀ ਚੱਲ ਰਿਹਾ। ਮੇਰੇ ਦਰਜਨਾਂ ਲੇਖਾਂ ਖੋਜ ਪੱਤਰਾਂ ਰਿਪੋਰਟਾਂ ਦਾ ਵੀ ਇਹੋ ਅੰਜਾਮ ਹੋਇਆ। ਕੇਂਦਰੀ ਸਰਕਾਰ ਨੇ ਮੇਰੇ ਖੋਜ ਪੱਤਰਾਂ ਵੱਲ ਧਿਆਨ ਦਿੱਤਾ ਹੈ, ਜਿਸ ਕਰਕੇ ਮੈਨੂੰ ਕੌਮੀ ਪੱਧਰ 'ਤੇ ਇੱਕ ਅਰਥ ਸ਼ਾਸਤਰੀ ਦੀ ਮਾਨਤਾ ਮਿਲੀ। ਪਰ ਪੰਜਾਬ ਸਰਕਾਰ ਦੇ ਅਫਸਰ ਤਾਂ ਆਪਣੇ ਆਪ ਨੂੰ ਖਾਸ ਅਤੇ ਸਪੈਸ਼ਲ ਸਮਝਦੇ ਹਨ। ਉਹ ਕਿਸੇ ਦੀ ਕੋਈ ਸੁਣਨ ਨੂੰ ਤਿਆਰ ਹੀ ਨਹੀਂ। ਸਰਕਾਰੀ ਮਹਿਕਮਿਆਂ ਦੀ ਇਹ ਪਰੰਪਰਾ ਬੜੀ ਪੁਰਾਣੀ ਬਣੀ ਹੋਈ ਹੈ। ਇਹ ਰੱਬ ਦੇ ਖਾਸ ਬੰਦੇ ਤੱਕ ਕਿਸੇ ਦੀ ਭੇਜੀ ਕਿਸੇ ਰਿਪੋਰਟ ਦਾ ਜਵਾਬ ਮਿਲ ਗਈ ਵੀ ਨਹੀਂ ਕਹਿੰਦੇ। ਇੱਕ ਉਦਾਹਰਨ ਦਿੰਦਾ, ਮੈਂ 3 ਸਾਲ ਦੀ ਖੋਜ ਦੀ ਇੱਕ ਰਿਪੋਰਟ ਜੋ ਪੰਜਾਬ ਅਤੇ ਹਿਮਾਚਲ ਵਿੱਚ ਹੋ ਰਹੇ ਵਿਕਾਸ ਕੰਮਾਂ ਬਾਰੇ ਸੀ, ਇੱਕ ਕਾਪੀ ਪ੍ਰਧਾਨ ਮੰਤਰੀ ਤੋਂ ਲੈ ਕੇ ਪੰਜਾਬ ਦੇ ਡਾਇਰੈਕਟਰ ਖੇਤੀਬਾੜੀ ਨੂੰ ਭੇਜੀ। ਸਾਰੇ ਕੇਂਦਰੀ ਸਰਕਾਰ ਦੇ ਸੰਬੰਧਿਤ ਮੰਤਰੀਆਂ ਅਤੇ ਅਫਸਰਾਂ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਅਤੇ ਹੋਰ ਸੰਬੰਧਿਤ ਮੰਤਰੀਆਂ ਅਤੇ ਅਫਸਰਾਂ ਵੱਲੋਂ ਧੰਨਵਾਦ ਨਾਲ ਰਿਪੋਰਟ ਮਿਲ ਗਈ ਦੀ ਚਿੱਠੀ ਆ ਗਈ। ਪੰਜਾਬ ਦੇ ਮੁੱਖ ਮੰਤਰੀ, ਸੰਬੰਧਿਤ ਮੰਤਰੀ ਅਤੇ ਅਫਸਰਾਂ ਵਿੱਚੋਂ ਕਿਸੇ ਇੱਕ ਨੇ ਇੰਨਾ ਸ਼ਿਸ਼ਟਾਚਾਰ ਵੀ ਨਹੀਂ ਵਿਖਾਇਆ ਕਿ ਵਸੂਲ ਹੋਈ ਦੀ ਚਿੱਠੀ ਲਿਖ ਦੇ। ਉਸ ਵਕਤ ਮੈਂ ਕੋਈ ਛੋਟਾ ਮੋਟਾ ਕਰਮਚਾਰੀ ਵੀ ਨਹੀਂ ਸੀ
ਜਿਸ ਨੂੰ ਇੰਨੀ ਬੇਪਰਵਾਹੀ ਨਾਲ ਅਣਗੌਲਿਆ ਕੀਤਾ ਜਾਵੇ, ਜੋ ਆਮ ਛੋਟੇ ਕਰਮਚਾਰੀਆਂ ਵਿੱਚ ਵਿਚਾਰਿਆਂ ਨਾਲ ਹੁੰਦਾ ਹੈ। ਸਾਡੇ ਪ੍ਰਸ਼ਾਸਨੀ ਢਾਂਚੇ ਵਿੱਚ ਜਲੰਧਰ 'ਚ ਮੈਨੂੰ ਵਪਾਰੀਆਂ ਨਾਲ ਕਾਫੀ ਤਜਰਬਾ ਹੋਇਆ ਹੈ, ਪਰ ਇੱਕ ਵਪਾਰੀ ਆਲੂਆਂ ਦਾ ਬੀਜ ਖਰੀਦਣ ਵਾਲੇ ਵੱਡੇ ਜ਼ਿਮੀਂਦਾਰ ਹੀ ਸਨ। ਪਰ ਇਹ ਵਪਾਰੀ ਆਲੂਆਂ ਦਾ ਬੀਜ ਖਰੀਦਣ ਵਾਲੇ ਵੱਡੇ ਜ਼ਿਮੀਂਦਾਰ ਹੀ ਸਨ। ਪਰ ਹਰ ਕਿੱਤੇ ਦੀ ਆਦਤ ਕੋਈ ਵੀ ਹੋਵੇ ਬਣ ਜਾਂਦੀ ਹੈ। ਅੰਮ੍ਰਿਤਸਰ ਦਾ ਇੱਕ ਆਲੂ ਉਗਾਉਣ ਵਾਲਾ ਜ਼ਿਮੀਂਦਾਰ ਅੱਧੇ ਨਾਲੋਂ ਵੀ ਵੱਧ ਆਲੂ ਮੈਥੋਂ ਖਰੀਦ ਕੇ ਲੈ ਗਿਆ। ਅੱਜ ਕੱਲ੍ਹ ਇੱਕ ਬਹੁਤ ਸਰਮਾਏਦਾਰ ਟਮਾਟਰਾਂ ਦੇ ਪਾਸਿੰਗ ਦਾ ਕਾਰਖਾਨਾ ਲਾਈ ਬੈਠਾ ਹੈ। ਇਹ ਭੱਦਰਪੁਰਸ਼ ਆਲੂਆਂ ਦੇ ਬੀਜਾਂ ਦੇ ਪੈਸੇ ਦੇਣ ਤੋਂ ਹੀ ਕੰਨੀ ਕਤਰਾ ਗਿਆ। ਬੜੀ ਮੁਸ਼ਕਿਲ ਨਾਲ ਸਾਲ ਮਗਰੋਂ ਰਿਸ਼ਤੇਦਾਰਾਂ ਨੂੰ ਵਿੱਚ ਪਾ ਪੁਆ ਕੇ ਮੈਂ ਇਹ ਪੈਸੇ ਵਸੂਲ ਕੀਤੇ। ਮੈਂ ਤਾਂ ਇੰਨੇ ਪੈਸੇ 20 ਸਾਲ ਦੀ ਨੌਕਰੀ ਵਿੱਚੋਂ ਹੀ ਨਹੀਂ ਸੀ ਸਰਕਾਰ ਨੂੰ ਦੇ ਸਕਦਾ। ਜੇ ਕਿਤੇ ਉਸ ਪਿੰਡ ਮੇਰੇ ਨਜ਼ਦੀਕੀ ਰਿਸ਼ਤੇਦਾਰ ਨਾ ਹੁੰਦੇ ਤਾਂ ਮੈਂ ਤਾਂ ਵਿਸ਼ਵਾਸ 'ਚ ਹੀ ਮਾਰਿਆ ਗਿਆ ਸੀ ਅਤੇ ਨੌਕਰੀ ਵੀ ਹੱਥੋਂ ਜਾਂਦੀ ਲੱਗਣੀ ਸੀ। ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਕਿ ਵਪਾਰੀ ਵਰਗ ਤੋਂ ਇਹਨਾਂ ਘਟਨਾਵਾਂ ਨਾਲ ਮੇਰਾ ਉੱਕਾ ਹੀ ਯਕੀਨ ਉੱਠ ਗਿਆ। ਮੇਰੇ ਅੰਦਾਜ਼ੇ 'ਚ ਇਹ ਕੋਈ ਵੀ ਤੇ ਕਿਤੇ ਵੀ ਬੇਈਮਾਨੀ ਤੇ ਘਪਲਾ ਕਰ ਸਕਦੇ ਨੇ। ਸਵਾਲ ਇੱਥੇ ਕਿਸੇ ਜਾਤ ਜਾਂ ਸ਼੍ਰੇਣੀ ਦਾ ਨਹੀਂ, ਸਗੋਂ ਇਸ ਧੰਦੇ ਦਾ ਹੈ। ਹਾਲਾਂ ਮੇਰੀ ਫਾਰਮ ਮੈਨੇਜਰੀ ਨੂੰ ਸਾਲ ਕੀ ਹੋਇਆ ਸੀ ਕਿ ਉਹ ਸਬ ਇੰਸਪੈਕਟਰ ਸਰਦਾਰ ਬੰਤਾ ਸਿੰਘ ਰਿਟਾਇਰ ਹੋ ਗਿਆ। ਉਸ ਵਿਚਾਰੇ ਨੂੰ ਕਿਸੇ 1 ਸਾਲ ਦੀ ਵੀ ਅੱਗੋਂ ਨੌਕਰੀ ਨਾ ਦਿੱਤੀ। ਸਾਡੇ ਦਿਲਾਂ 'ਚ ਆਦਰ ਤੇ ਆਪਣੀ ਆਤਮਾ ਦੀ ਸ਼ੁੱਧੀ ਤੱਕ ਕਮਾ ਗਿਆ, ਪਰ ਸਰਕਾਰੀ ਤੌਰ 'ਤੇ ਉਹਨੂੰ ਕਿਸੇ ਨੇ ਕੋਈ ਉਤਸ਼ਾਹ ਨਾ ਦਿੱਤਾ। ਉਹਦੇ ਜਾਣ ਨਾਲ ਮੈਨੂੰ ਫਿਕਰ ਪੈ ਗਿਆ। ਸੋਚਿਆ ਬੇਈਮਾਨੀ ਕਿਸੇ ਨੇ ਕਰ ਜਾਣੀ ਹੈ, ਗਲ ਮੇਰੇ ਪੈ ਜਾਣੀ ਹੈ। ਫਾਰਮ ਦੀ ਰਾਖੀ ਰਾਤਾਂ ਨੂੰ ਤਾਂ ਮੈਂ ਕਰਨੋਂ ਰਿਹਾ। ਮੈਂ ਪਹਿਲੀ ਵਾਰ ਸਿਫਾਰਿਸ਼ ਕਰਕੇ ਬਦਲੀ ਦੀ ਸੋਚੀ। ਇਹ ਨੌਕਰੀ ਤਾਂ ਸ਼ਾਹੀ ਸੀ, ਕੰਮ ਬਹੁਤ ਸੀ ਤੇ ਅੱਛਾ ਸੀ, ਪਰ ਡਰ ਸੀ ਕਿ ਕੋਈ ਹੇਰਾ ਫੇਰੀ ਨਾ ਕਰ ਜਾਏ। ਮੇਰਾ ਇੱਕ ਦੋਸਤ ਸੀ ਅਜਮੇਰ ਸਿੰਘ ਪੰਡੋਰੀ, ਗੁਰਦਾਸਪੁਰ ਦਾ। ਉਹ ਬੜਾ ਖਪਤੀ ਸੀ। ਜੇ ਸਰਕਾਰ ਅਕਾਲੀਆਂ ਦੀ ਹੋਵੇ ਉਹ ਕਾਂਗਰਸੀ ਹੁੰਦਾ ਸੀ, ਤੇ ਜੇ ਸਰਕਾਰ ਕਾਂਗਰਸੀਆਂ ਦੀ ਹੋਵੇ ਉਹ ਅਕਾਲੀ ਹੁੰਦਾ ਸੀ। ਉਸ ਜ਼ਿੰਦਗੀ 'ਚ ਕਿਸੇ ਸਰਕਾਰ ਤੋਂ ਆਪਣਾ ਕੁਝ ਨਹੀਂ ਸੀ ਬਣਾਇਆ। ਮੈਂ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਕਰਦਾ। ਕਹਿੰਦਾ, ਜਦ ਇਹ ਵੱਡੇ ਵੱਡੇ ਲੀਡਰ ਸੱਤਾ 'ਚ ਨਹੀਂ ਹੁੰਦੇ, ਬੜੇ ਪਿਆਰ ਨਾਲ ਮਿਲਦੇ ਨੇ, ਇੱਜ਼ਤ ਕਰਦੇ ਨੇ ਤੇ ਆਪਣੱਤ ਜਗਾਉਂਦੇ ਨੇ। ਜਦ ਇਹ ਸੱਤਾ 'ਚ ਆਉਂਦੇ ਨੇ ਉਦੋਂ ਰੁੱਖੇ ਹੋ ਜਾਂਦੇ ਨੇ ਤੇ ਮਸਾਂ ਹੀ ਮਿਲਦੇ ਨੇ। ਮੈਥੋਂ ਇਹ ਝੱਲਿਆ ਨਹੀਂ ਜਾਂਦਾ। ਮੈਂ ਵਿਰੋਧੀ ਪਾਰਟੀ 'ਚ ਚਲਾ ਜਾਂਦਾ। ਮੈਂ ਕਿਹਾ, ਇਸ ਖੱਜਲ ਖੁਆਰੀ ਦਾ ਫਾਇਦਾ ਕੀ ਹੈ? ਤਾਂ ਉੱਤਰ ਦਿੱਤਾ ਕਿ ਇਹ ਜਥੇਦਾਰੀ ਹੈ, ਚੌਧਰ ਹੈ, ਹੋਰ ਕੁਝ ਨਹੀਂ। ਇਸ ਚੌਧਰ 'ਚ ਖੱਜਲ ਖੁਆਰੀ ਵੀ ਕਾਫੀ ਹੈ ਤੇ ਮਜ਼ਾ ਵੀ ਬਹੁਤ ਹੈ। ਜੇ 4 ਪਿੰਡਾਂ ਵਿੱਚ ਕੋਈ ਬਾਤ ਨਾ ਪੁੱਛੇ, ਭਾਵੇਂ ਕੁੱਤੇ ਹੀ ਪਿੱਛੇ ਪਾ ਦੇਣ, 5ਵੇਂ ਪਿੰਡ ਦੇ ਕੋਈ ਇਹ ਕਹਿ ਦੇਵੇ ਕਿ ਜਥੇਦਾਰ ਜੀ ਬਹੁਤ ਧੰਨਵਾਦੀ ਹਾਂ, ਤੁਹਾਡਾ ਆਸਰਾ ਹੈ, ਤਾਂ ਫੁੱਲ ਕੇ ਬਹਿ ਜਾਈਦਾ। ਇਹ ਕਾਫੀ ਖਾਂਦੇ ਪੀਂਦੇ ਘਰ ਤੋਂ ਸੀ, ਜ਼ਮੀਨ ਵੀ ਕਾਫੀ ਸੀ, ਬਸ ਸ਼ੌਕ ਸੀ 2-4 ਬੰਦੇ ਨਾਲ ਲੈ ਕੇ ਤੁਰੇ ਫਿਰਨ ਦਾ। ਮੈਂ ਇਹਨੂੰ ਕਿਹਾ ਕਿ ਜ਼ਿੰਦਗੀ ਦੀ ਪਹਿਲੀ ਸਿਫਾਰਿਸ਼ ਮੈਂ ਤੇਰੇ ਕੋਲੋਂ ਕਰਾਉਣੀ ਹੈ। ਹਾਲੇ ਤੱਕ ਤਾਂ ਜਿੱਥੇ ਕਿਸੇ ਨੇ ਬਦਲ ਦਿੱਤਾ ਚਲਾ ਗਿਆ, ਜੋ ਡਿਊਟੀ ਦਿੱਤੀ ਕਰ ਦਿੱਤੀ, ਬੋਰੀ ਬਿਸਤਰਾ ਤਿਆਰੀ ਰੱਖੀਦਾ ਸੀ। ਜਿੱਥੇ ਅਫਸਰਾਂ ਕਿਹਾ ਬਿਨਾਂ ਹੀਲ ਹੁੱਜਤ ਤੋਂ ਤੁਰ ਜਾਈਦਾ ਸੀ। ਹੁਣ ਮੈਨੂੰ ਇਸ ਨੌਕਰੀ 'ਚ ਕਿਸੇ ਹੋਰ ਦੀ ਬੇਈਮਾਨੀ ਕਾਰਨ ਆਪਣੇ ਨੁਕਸਾਨ ਦਾ ਡਰ ਸੀ। ਉਸ ਵੇਲੇ ਗਿਆਨੀ ਕਰਤਾਰ ਸਿੰਘ ਜੀ ਨੂੰ ਸਿੱਖ ਪੰਥ ਦਾ ਦਿਮਾਗ ਕਿਹਾ ਜਾਂਦਾ ਸੀ, ਖੇਤੀਬਾੜੀ ਮੰਤਰੀ ਸੀ। ਮੈਂ ਆਪਣੇ ਦੋਸਤ ਨਾਲ ਗਿਆਨੀ ਜੀ ਨੂੰ ਸੁਲਤਾਨਪੁਰ ਸਿਫਾਰਿਸ਼ ਲਈ ਮਿਲਣ ਗਿਆ। ਗਿਆਨੀ ਜੀ ਸਿੱਧ ਪੱਧਰੇ ਜਿਹੇ ਇਨਸਾਨ ਸੀ। ਅਸੀਂ ਗੈਸਟ ਹਾਊਸ ਦੇ ਵਰਾਂਡੇ 'ਚ ਖੜ੍ਹੇ ਸਾਂ ਕਿ ਇਹਨਾਂ ਦੀ ਕਾਰ ਆ ਗਈ। ਜਦ ਕਾਰ 'ਚੋਂ ਬਾਹਰ ਨਿਕਲੇ ਤਾਂ ਇਹਨਾਂ ਨੇ ਕਛਹਿਰਾ ਪਹਿਨਿਆ ਹੋਇਆ ਸੀ ਤੇ ਪਜਾਮਾ ਮੋਢੇ 'ਤੇ ਸੁੱਟਿਆ ਸੀ। ਪਜਾਮੇ ਦੀਆਂ ਲੱਤਾਂ ਪਿਛਲੇ ਪਾਸੇ, ਪਿੱਠ ਉੱਤੇ ਤੇ ਨੇਫਾ ਨਾਲਾ ਅੱਗੇ ਗੋਡਿਆਂ ਤੋਂ ਹੀ ਥੱਲੇ ਤੱਕ ਲਟਕਿਆ ਸੀ। ਉਧਰ ਪੁਲਿਸ ਗਾਰਡ ਨੇ ਸਲਾਮੀ ਦਿੱਤੀ। ਬੰਦੂਕਾਂ ਨਾਲ ਸਲੂਟ ਮਾਰ ਕੇ ਗਿਆਨੀ ਜੀ ਉਸੇ ਤਰ੍ਹਾਂ ਹੀ ਸਲੂਟ ਨਾਲ ਸਲਾਮੀ ਦਾ ਜਵਾਬ ਦਿੰਦੇ ਆਪਣੇ ਕਮਰੇ ਚਲੇ ਗਏ। ਮੇਰਾ ਇਹ ਦੇਖ ਕੇ ਹਾਸਾ ਨਾ ਰੁਕੇ। ਮੇਰਾ ਦੋਸਤ ਕਹੇ, ਭਲਿਆ ਮਾਨਸਾ, ਕੰਮ ਨਹੀਂ ਕਰਾਉਣਾ? ਜੇ ਤੇਰਾ ਹਾਸਾ ਗਿਆਨੀ ਜੀ ਨੇ ਸੁਣ ਲਿਆ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਬਾਹਰ ਤੋਰ ਦੇਣਗੇ। ਕਰਾ ਲਈ ਆਪਣੀ ਬਦਲੀ। ਮੈਂ ਕਿਹਾ, ਬਦਲੀ ਹੁਣ ਹੋਵੇ ਨਾ ਹੋਵੇ, ਮੇਰਾ ਆਉਣਾ ਸਫਲ ਹੋ ਗਿਆ। ਗਿਆਨੀ ਜੀ ਦਾ ਇਹ ਸਲੂਟ ਮੈਨੂੰ ਜ਼ਿੰਦਗੀ ਭਰ ਨਹੀਂ ਭੁੱਲਣਾ। ਵਾਕਈ ਉਹ ਸਲੂਟ ਹਾਲੇ ਵੀ ਉਹਦੀ ਉਂਝ ਹੀ ਅੱਖਾਂ ਅੱਗੇ ਵਿਖਾਈ ਦਿੰਦਾ। ਅਸੀਂ ਗਿਆਨੀ ਜੀ ਨੂੰ ਮਿਲੇ, ਉਹਨਾਂ ਪਿਆਰ ਨਾਲ ਗੱਲ ਸੁਣੀ ਤੇ ਕਹਿਣ ਲੱਗੇ, ਕਾਕਾ, ਜੇ ਤੇਰੇ ਜਿਹੇ ਆਦਮੀ ਨੇ ਇੰਝ ਡਰਦਿਆਂ ਕੰਨੀ ਕਤਰਾ ਲਈ ਤਾਂ ਫਾਰਮ ਦਾ ਕੀ ਬਣੇਗਾ? ਮੈਂ ਦੇਖਾਂਗਾ, ਜੇ ਕੋਈ ਹੋਰ ਮੁਨਾਸਬ ਆਦਮੀ ਮਿਲ ਗਿਆ ਤਾਂ ਤੇਰੀ ਬਦਲੀ ਕਰਾ ਦਿਆਂਗਾ। ਖੈਰ, ਇੱਥੋਂ ਤੀਕ ਨੌਬਤ ਹੀ ਨਾ ਆਈ ਤੇ ਕੋਈ ਹੋਰ ਸਿਫਾਰਸ਼ੀ ਬੰਦਾ ਜੋ ਘਰ ਦੇ ਮੁੱਢ ਆਉਣਾ ਚਾਹੁੰਦਾ ਸੀ, ਬਦਲੀ ਕਰਾ ਕੇ ਮੇਰੀ ਥਾਂ ਆ ਗਿਆ ਤੇ ਮੈਂ ਫਿਰ ਆਪਣੀ ਪੁਰਾਣੀ ਅਸਾਮੀ 'ਤੇ ਆ ਗਿਆ। ਜਲੰਧਰ ਹੀ
ਦਿਨੋਂ ਦਿਨ ਸ਼ੁਕਰ ਕੀਤਾ ਰੱਬ ਦਾ ਕਿ ਸਿਫਾਰਿਸ਼ ਤੋਂ ਬਿਨਾਂ ਹੀ ਮੇਰਾ ਕੰਮ ਹੋ ਗਿਆ। ਉਹਨਾਂ ਦਿਨਾਂ 'ਚ ਬੜੀ ਜਾਨ ਹੁੰਦੀ ਸੀ ਕੰਮ ਕਰਨ ਨੂੰ। ਮੇਰੀ ਡਿਊਟੀ 1959 ਦਸੰਬਰ ਦੇ ਮਹੀਨੇ ਦਿੱਲੀ ਅੰਤਰਰਾਸ਼ਟਰੀ ਜ਼ਰਾਇਤੀ ਮੇਲੇ 'ਤੇ 15 ਦਿਨ ਦੀ ਲੱਗ ਗਈ। ਇਸ ਤੋਂ ਪਹਿਲਾਂ ਮੈਂ ਦਿੱਲੀ ਸ਼ਾਇਦ ਕਦੀ ਵੇਖੀ ਨਹੀਂ ਸੀ। ਮੈਂ 2 ਹਫ਼ਤੇ ਤੋਂ ਵੀ ਵੱਧ ਉੱਥੇ ਰਹਿਣਾ ਸੀ ਤੇ ਠਹਿਰਨਾ ਦੂਰ ਕਿਸੇ ਵਾਕਫ ਦੇ ਘਰ ਸੀ। ਛੋਟੀਆਂ ਸਰਕਾਰੀ ਨੌਕਰੀਆਂ ਵਿੱਚ ਸਫ਼ਰ ਉੱਤੇ ਗਿਆ ਲਈ ਰਹਿਣ ਵਾਸਤੇ ਕੋਈ ਪ੍ਰਬੰਧ ਤਾਂ ਹੁੰਦਾ ਨਹੀਂ ਤੇ ਪੈਸੇ ਵੀ ਨਹੀਂ ਮਿਲਦੇ ਜੋ ਕਿਸੇ ਮਾੜੇ ਮੋਟੇ ਹੋਟਲ 'ਚ ਹੀ ਰਿਹਾ ਜਾ ਸਕੇ। ਇਸ ਪੱਖੋਂ ਬਾਹਰਲੇ ਮੁਲਕਾਂ ਵਿੱਚ ਤੇ ਅੰਤਰਰਾਸ਼ਟਰੀ ਸੰਸਥਾਵਾਂ 'ਚ ਬਹੁਤ ਵਧੀਆ ਪ੍ਰਬੰਧ ਹੈ। ਤਨਖਾਹ ਕੋਈ ਵੀ ਹੋਵੇ, ਪਦਵੀ ਕੋਈ ਵੀ ਹੋਵੇ, ਬੜੀ ਜਾਂ ਛੋਟੀ, ਛੋਟੇ ਤੋਂ ਵੱਡੇ ਤੱਕ ਦਿਹਾੜੀ ਭੱਤਾ ਇੱਕੋ ਜਿਹਾ ਮਿਲਦਾ ਹੈ ਤਾਂ ਜੋ ਹਰ ਕੋਈ ਆਸਾਨੀ ਨਾਲ ਘਰੋਂ ਬਾਹਰ ਜਾ ਕੇ ਰਹਿ ਸਕੇ। ਸਾਡੇ ਮੁਲਕ 'ਚ ਬਹੁਤ ਬੜੀ ਸਮੱਸਿਆ ਹੈ ਤੇ ਬਾਹਰ ਜਾ ਕੇ ਬਹੁਤ ਹੀ ਚੋਟੀ ਦੇ ਉੱਚ ਅਧਿਕਾਰੀਆਂ ਤੋਂ ਸਿਵਾਏ ਅਫਸਰਾਂ, ਕਰਮਚਾਰੀਆਂ ਨੂੰ ਦੋਸਤਾਂ, ਰਿਸ਼ਤੇਦਾਰਾਂ ਜਾਂ ਦੂਰ ਨੇੜੇ ਦੇ ਵਾਕਫਾਂ ਦਾ ਬੂਹਾ ਖੜਕਾਉਣਾ ਪੈਂਦਾ ਹੈ। ਇਸ ਪਾਸੇ ਵੱਲ ਪਤਾ ਨਹੀਂ ਸਰਕਾਰ ਦਾ ਧਿਆਨ ਕਿਉਂ ਨਹੀਂ ਗਿਆ। ਹੋਰ ਬਥੇਰੇ ਥਾਈਂ ਅਜਾਈਂ ਪੈਸਾ ਰੋੜਿਆ ਜਾਂਦਾ ਹੈ। ਮੈਂ ਤੇ ਮੇਰੀ ਘਰਵਾਲੀ, ਮੈਂ ਸ਼ੁਰੂ ਤੋਂ ਹੀ ਕੋਈ ਇੱਜ਼ਤ ਵਜੋਂ ਨਾਂ ਲੈ ਕੇ ਨਹੀਂ ਬੁਲਾਇਆ, ਸਰਦਾਰਨੀ ਸਾਹਿਬ ਕਹਿ ਕੇ ਬੁਲਾਉਣਾ। ਤੁਸੀਂ ਸ਼ਾਇਦ ਇਹ ਪੱਕੇ ਹੈਰਾਨ ਹੋਗੇ ਪਰ ਇਹ ਸੱਚ ਹੈ। ਸਕੂਟਰ ਪਿੱਛੇ ਇੱਕ ਸੂਟਕੇਸ ਬੰਨ੍ਹ ਕੇ ਦਿੱਲੀ ਨੂੰ ਰਵਾਨਾ ਹੋ ਗਏ। ਦੁਪਹਿਰੋਂ ਬਾਅਦ ਚੱਲੇ ਸੀ, ਇਸ ਕਰਕੇ ਇੱਕ ਰਾਤ ਪਟਿਆਲੇ ਕੱਟੀ, ਦੂਜੇ ਦਿਨ ਸ਼ਾਮ ਤੱਕ ਦਿੱਲੀ ਪਹੁੰਚ ਗਏ। 15 ਦਿਨਾਂ ਤੋਂ ਬਾਅਦ ਜਦ ਵਾਪਸ ਆਏ ਤਾਂ ਅਸੀਂ ਉਸੇ ਤਰ੍ਹਾਂ ਸਿਆਲ ਦੇ ਦਿਨਾਂ 'ਚ ਸਖਤ ਸਰਦੀ ਦੇ ਬਾਵਜੂਦ ਸਵੇਰੇ ਚੱਲ ਕੇ ਸ਼ਾਮ ਤੱਕ ਸਕੂਟਰ 'ਤੇ ਹੀ ਜਲੰਧਰ ਪਹੁੰਚ ਗਏ। ਉਸ ਵਕਤ GT ਰੋਡ ਉੱਤੇ ਆਵਾਜਾਈ ਬਹੁਤ ਘੱਟ ਸੀ, ਸਗੋਂ ਕੋਈ ਦੁਕਾਨ, ਕਸਬਾ ਜਾਂ ਮਾੜੀ ਮੋਟੀ ਰੌਣਕ ਵਾਲੀ ਥਾਂ ਭਾਲ ਕੇ ਰੁਕੀਦਾ ਸੀ ਤਾਂ ਜੋ ਉਜਾੜ ਵਿੱਚ ਕੋਈ ਲੁੱਟ ਨਾ ਲਏ। ਸਾਰੇ ਮਹਿਕਮੇ ਵਿੱਚ ਸਾਡੇ ਕਿਸੇ ਕੋਲ ਆਪਣੀ ਨਿੱਜੀ ਕਾਰ ਨਹੀਂ ਸੀ ਹੁੰਦੀ। ਸਕੂਟਰ ਸਿਰਫ ਮੇਰੇ ਕੋਲ ਹੁੰਦਾ ਸੀ ਤੇ ਮੈਂ ਵੀ ਪੁਰਾਣਾ ਖਰੀਦਿਆ ਸੀ। ਇਹ ਨਹੀਂ ਕਿ ਮੈਂ ਅਮੀਰ ਸਾਂ, ਬਚਤਾਂ ਕਰਕੇ ਸਰਦਾਰਨੀ ਸਾਹਿਬ ਨੇ ਪੈਸੇ ਬਚਾਏ ਸੀ। ਕੁਝ ਕਰਜ਼ਾ ਲਿਆ ਤਾਂ 600 ਦਾ ਸਕੂਟਰ ਇਸ ਕਰਕੇ ਲਿਆ ਸੀ ਕਿ ਲੱਤ ਕਮਜ਼ੋਰ ਹੋਣ ਕਰਕੇ ਉਹਨਾਂ ਤੋਂ ਤੁਰਿਆ ਨਹੀਂ ਸੀ ਜਾਂਦਾ। ਇਹ ਸਾਡੇ ਲਈ ਇੱਕ ਦਿਨ 'ਚ ਭਾਵੇਂ ਲੰਬਾ ਸਫ਼ਰ ਸੀ ਪਰ ਮਹਿਸੂਸ ਨਹੀਂ ਹੋਇਆ। ਗੱਪਾਂ ਮਾਰਦਿਆਂ, ਦੁਨੀਆ ਵੇਖਦਿਆਂ ਸਾਨੂੰ ਤਾਂ ਪਤਾ ਹੀ ਨਾ ਲੱਗਾ ਜਦ ਜਲੰਧਰ ਪਹੁੰਚ